ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ, ਤੁਸੀਂ ਦੇਖ ਰਹੇ ਹੋ ਪ੍ਰਾਈਡ ਪੰਜਾਬ ਟੀਵੀ। ਇੱਕ ਵਾਰ ਫਿਰ ਹਾਜ਼ਰ ਹੋ ਚੁੱਕੇ ਹਾਂ ਆਪਣਾ ਹਫਤਾਵਾਰੀ ਪ੍ਰੋਗਰਾਮ ਲੈ ਕੇ। ਇਹ ਸਾਡਾ ਹਫਤਾਵਾਰੀ ਪ੍ਰੋਗਰਾਮ ਸਿਹਤ ਦੇ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਲੈ ਕੇ ਹੁੰਦਾ। ਜੇ ਸਿਹਤ ਦੀ ਗੱਲ ਕਰੀਏ ਤਾਂ ਸਰੀਰਕ ਬਿਮਾਰੀਆਂ ਜਿਹੜੀਆਂ ਬਹੁਤ ਸਾਰੀਆਂ ਨੇ, ਆਪਾਂ ਕਹਿ ਲਈਏ ਢੇਰ ਸਾਰੀਆਂ ਬਿਮਾਰੀਆਂ ਅਸੀਂ ਚੁੱਕੀ ਫਿਰਦੇ ਹਾਂ। ਉਹਦੇ ਨਾਲੋਂ ਨਾਲ ਸਾਡੀਆਂ ਮਾਨਸਿਕ ਸਮੱਸਿਆਵਾਂ ਵੀ ਹੁੰਦੀਆਂ। ਸੋ ਇਹ ਸਾਡੇ ਪ੍ਰੋਗਰਾਮ ਦੇ ਵਿੱਚ ਅਸੀਂ ਉਹ ਸਾਰੀਆਂ ਗੱਲਾਂ ਦੇ ਉੱਤੇ, ਉਸ ਸਾਰੀਆਂ ਬਿਮਾਰੀਆਂ ਦੇ ਉੱਤੇ ਚਰਚਾ ਕਰਦੇ ਹੁੰਦੇ ਹਾਂ, ਇੱਥੋਂ ਤੱਕ ਕਿ ਉਹਦਾ ਇਲਾਜ ਦੱਸਦੇ ਹੁੰਦੇ ਆ ਕਿ ਕਿਸ ਤਰ੍ਹਾਂ ਇਹ ਸਾਰਾ ਕੁਝ ਹੋ ਸਕਦਾ ਹੈ। ਸੋ ਅੱਜ ਦਾ ਵਿਸ਼ਾ ਜਿਹੜਾ ਆਪ ਜੀ ਦੇ ਨਾਲ ਵਾਅਦਾ ਕੀਤਾ ਸੀ ਤੇ ਉਸੇ ਵਿਸ਼ੇ ਨੂੰ ਲੈ ਕੇ, ਵਜ਼ਨ ਘਟਾਉਣਾ। ਇੱਕ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ, ਤਣਾਅ ਭਰਪੂਰ ਜ਼ਿੰਦਗੀ ਦੇ ਵਿੱਚ ਇੱਕ ਬੜੀ ਵੱਡੀ ਗੱਲ ਹੈ ਜਿਹੜੀ ਸਾਡੇ ਸਾਹਮਣੇ, ਜਿਹੜੀ ਮੁਸ਼ਕਲ ਹੈ ਉਹ ਦਰਪੇਸ਼ ਆਉਂਦੀ ਹੈ ਕਿ ਇੱਕ ਮੋਟਾਪਾ ਜਿਹੜਾ ਹੈ, ਮੋਟਾਪੇ ਨੂੰ ਕਿਵੇਂ ਘਟਾਇਆ ਜਾਵੇ। ਹਰ ਕੋਈ ਅੱਜ ਚਾਹੁੰਦਾ ਕਿ ਉਹ ਸਲਿਮ ਹੋਵੇ, ਮਤਲਬ ਕਿ ਉਹਨੂੰ ਕੱਪੜੇ ਪਾਏ ਹੋਏ ਜਚਨ, ਤੇ ਘੱਟੋ ਘੱਟ ਇਹ ਹੋਵੇ ਕਿ ਉਹ ਘੱਟੋ ਘੱਟ ਮੋਟਾ ਨਾ ਹੋਵੇ, ਉਸਨੂੰ ਬਹੁਤੀ ਸਾਹ ਨਾ ਚੜੇ, ਤੇ ਜਾਂ ਫਿਰ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਡੀਆਂ ਸਮੱਸਿਆਵਾਂ ਹੈਗੀਆਂ ਹਰ ਕੋਈ ਉਹਦੇ ਨਾਲ ਜੂਝਦਾ। ਲਗਭਗ ਬਹੁਤ ਸਾਰੇ ਜਿਹੜੇ ਸਾਡੇ ਦੋਸਤ ਮਿੱਤਰ ਨੇ ਉਹ ਇਹ ਚਾਹੁੰਦੇ ਨੇ ਕਿ ਉਹ ਬਹੁਤ ਸਾਰੇ ਪਤਲੇ, ਇੱਕ ਆਪਾਂ ਕਹਿ ਲਈਏ ਕਿ ਹੋਣ ਤੇ ਵਧੀਆ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਬਸਰ ਕਰਨ। ਜਿੱਥੇ ਮੋਟਾਪਾ ਵੱਧ ਜਾਂਦਾ ਤੇ ਉੱਥੇ ਹੋਰ ਸਾਰੀਆਂ ਬਿਮਾਰੀਆਂ ਵੀ ਜਿਹੜੀਆਂ ਹੈ ਉਹ ਸਹੇੜ ਲੈਂਦਾ ਇਨਸਾਨ ਆਟੋਮੈਟਿਕਲੀ। ਮਾਨਸਿਕ ਤਣਾਅ ਵੀ ਉਹਦੇ ਨਾਲ ਸ਼ੁਰੂ ਹੋ ਜਾਂਦਾ ਤੇ ਉਸ ਤੋਂ ਬਾਅਦ ਸਾਡੀਆਂ ਸਰਗਰਮੀਆਂ ਜਿਹੜੀਆਂ ਨੇ ਆਮ ਵਿਚਰਦੇ ਆਪਾਂ ਸਮਾਜ ਦੇ ਵਿੱਚ, ਉਹ ਵੀ ਬਹੁਤ ਚੇਂਜ ਹੋਣ ਲੱਗਦੀਆਂ। ਸੋ ਬੜਾ ਆਪਾਂ ਵੱਡਾ ਕਾਰਨ ਕਹਿ ਲਈਏ ਕਿ ਮੋਟਾਪੇ ਨੂੰ ਮੰਨਿਆ ਜਾਂਦਾ ਹੈ। ਮੋਟਾਪਾ ਇੱਕ ਐਸਾ ਕਿ ਜਿਸ ਵੀ ਆਪਾਂ ਕਹਿ ਲਈਏ ਘਰ ਦੇ ਵਿੱਚ ਆਇਆ, ਉਸ ਤੋਂ ਬਾਅਦ ਬਿਮਾਰੀਆਂ ਦਾ ਆਗਾਜ਼ ਉਸ ਘਰ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ, ਉਸ ਸਰੀਰ ਨੂੰ ਲੈ ਕੇ, ਉਸ ਹਿਊਮਨ ਬੋਡੀ ਨੂੰ ਲੈ ਕੇ। ਸੋ ਇਹਨੂੰ ਘਟਾਉਣਾ ਜਾਂ ਫਿਰ ਕਿਸ ਤਰ੍ਹਾਂ ਇਹ ਵੱਧ ਜਾਂਦਾ, ਇਹ ਸਾਰੀ ਗੱਲਬਾਤ ਜਿਹੜੀ ਹੈ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਅੱਜ ਤੁਹਾਡੇ ਨਾਲ ਸਾਂਝੀ ਕਰਨੀ ਹੈ। ਜਿਵੇਂ ਕਿ ਅਸੀਂ ਤੁਹਾਨੂੰ ਹਮੇਸ਼ਾ ਦੱਸਦੇ ਹਾਂ ਕਿ ਇਹ ਸਾਡਾ ਜੋ ਪ੍ਰਾਈਡ ਪੰਜਾਬ ਟੀਵੀ ਯੂਕੇ ਦਾ ਨਵਾਂ ਪੇਜ ਅਸੀਂ ਲਾਂਚ ਕੀਤਾ ਪਿਛਲੇ ਦਿਨੀ, ਹੁਣ ਇਹ ਪ੍ਰੋਗਰਾਮ ਉਹਦੇ ਉੱਤੇ ਅਸੀਂ ਕਰ ਰਹੇ ਹਾਂ। ਤੇ ਲੋੜ ਹੈ ਕਿ ਆਪ ਜੀ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ। ਲਾਈਵ ਪ੍ਰੋਗਰਾਮ ਹੋਏਗਾ, ਇਹਦੇ ਵਿੱਚ ਅਸੀਂ ਤੁਹਾਡੇ ਸਵਾਲ ਜਿਹੜੇ ਨੇ ਉਹ ਵੀ ਲੈਣੇ ਹੁੰਦੇ ਆ ਤੇ ਉਹ ਵੀ ਆਪਾਂ ਇਸੇ ਤਰੀਕੇ ਨਾਲ ਲਵਾਂਗੇ ਹਰ ਵਾਰ ਦੀ ਤਰ੍ਹਾਂ। ਤੇ ਇਸ ਵਿੱਚ ਸਾਡੇ ਬਹੁਤ ਹੀ ਖਾਸ ਜਿਹੜੇ ਮਹਿਮਾਨ ਸਾਡੇ ਨਾਲ ਜੁੜਦੇ ਹੁੰਦੇ ਨੇ, ਹੈਲਥ ਐਕਸਪਰਟ ਨੇ, ਤੇ ਉਹ ਬਹੁਤ ਸਾਰਾ ਕੁਝ ਜਿਹੜਾ ਹੈ ਇਹ ਸਿਹਤ ਸਮੱਸਿਆਵਾਂ ਨੂੰ ਲੈ ਕੇ ਉਹ ਸਾਨੂੰ ਦੱਸਦੇ ਨੇ ਕਿ ਕਿਵੇਂ ਅੱਗੇ ਵਧਿਆ ਜਾ ਸਕਦਾ, ਕਿਵੇਂ ਇਹ ਸਾਰਾ ਜਿਹੜਾ ਹੈ ਕਾਸੇ ਤੋਂ ਜਿਹੜਾ ਨਿਜਾਤ ਪਾਈ ਜਾ ਸਕਦੀ ਹੈ, ਇੱਕ ਬੜੀ ਖੂਬਸੂਰਤ ਜ਼ਿੰਦਗੀ ਜਿਹੜੀ ਹੈ ਉਹ ਕਿਵੇਂ ਜੀਵੀ ਜਾ ਸਕਦੀ ਹੈ, ਉਹ ਚੰਗੀ ਤਰ੍ਹਾਂ ਦੱਸਦੇ ਹੁੰਦੇ ਨੇ। ਸੋ ਅੱਜ ਵੀ ਸਾਡੇ ਨਾਲ ਜੁੜ ਚੁੱਕੇ ਨੇ ਕੈਨੇਡਾ ਦੀ ਧਰਤੀ ਤੋਂ, ਤੇ ਆਪਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਨੂੰ ਕਰਨੀ ਹੈ, ਫਿਰ ਉਹਨਾਂ ਦੇ ਕੋਲੋਂ ਜਾਣਾਂਗੇ ਗੱਲਬਾਤ ਅੱਜ ਦੇ ਵਿਸ਼ੇ ਦੇ ਬਾਰੇ। ਕਮਲਪ੍ਰੀਤ ਸਿੰਘ ਜੀ, ਸਭ ਤੋਂ ਪਹਿਲਾਂ ਜੀ ਆਇਆਂ ਨੂੰ ਕਰਦਾ ਹੈ ਪ੍ਰਾਈਡ ਪੰਜਾਬ ਟੀਵੀ ਦੇ ਵਿਹੜੇ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਮੈਂ ਚਾਹੁੰਦਾ ਕਿ ਅੱਜ ਤਕਰੀਬਨ ਆਪਾਂ 5 ਤੋਂ 6 ਐਪੀਸੋਡ ਜਿਹੜੇ ਕਹਿ ਲਈਏ ਕਿ ਇੱਕ ਹਫਤਾਵਾਰੀ ਪ੍ਰੋਗਰਾਮ ਕਹਿ ਲਈਏ ਕਰ ਚੁੱਕੇ ਹਾਂ। ਤੇ ਮੈਂ ਚਾਹੁੰਦਾ ਕਿ ਅੱਜ ਤੁਸੀਂ ਆਪਣੀ ਜਿਹੜੀ ਇੰਟਰੋਡਕਸ਼ਨ ਹੈ ਆਪਣੇ ਬਾਰੇ ਉਹ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰੋ। ਫਿਰ ਅਸੀਂ ਅੱਜ ਦੇ ਵਿਸ਼ੇ ਵੱਲ ਵਧਾਂਗੇ ਕਿ ਮੋਟਾਪਾ ਯਾਨੀ ਕਿ ਵਜਨ ਕਿਵੇਂ ਘਟਾਇਆ ਜਾ ਸਕਦਾ ਹੈ, ਕੁਦਰਤੀ ਤਰੀਕਿਆਂ ਦੇ ਨਾਲ ਕਿਹੜੀਆਂ ਚੀਜ਼ਾਂ ਅਵੋਇਡ ਕਰਕੇ ਸਾਰਾ ਕੁਝ ਹੋ ਸਕਦਾ ਹੈ, ਉਹਦੇ ਬਾਰੇ ਗੱਲ ਕਰਾਂਗੇ। ਪਰ ਪਹਿਲਾਂ ਆਪਣੇ ਬਾਰੇ ਜ਼ਰੂਰ ਦੱਸੋ ਜੀ। Right, thank you so much Diljit Singh ji for inviting me on the show. And ਜੇ ਮੈਂ ਆਪਣੇ ਬਾਰੇ ਗੱਲ ਕਰਾਂ, ਸੋ ਮੇਰੇ credentials ਜਿਹੜੇ ਹੈਗੇ, I completed my fitness nutrition specialist program from American Council on Exercise. I am a certified diabetes educator from Research Institute of Complementary Health Sciences, Vietnam. I completed my advanced nutrition therapy and Code Blue training from Lincoln University College, Malaysia. I'm also a certified influenza educator from Sridhar University, Rajasthan. I received certificate on prevention of type 2 diabetes from International Diabetes Federation. I am honored with the title of Corona Warrior for curing more than 200 patients of COVID-19 from Indo-Vietnam Medical Board. I am also a part of network of influenza care experts and wellness and inflammatory syndrome experts by Dr. Vishwaroop Roy Chaudhary. I also received training on Systems Health Foundations from Dr. Shiva Ayudarai, USA. I also received training in naturopathy and Ayurveda, and I also research homeopathy, and I have able to develop an integrated system of medicine which is for effective and efficient treatment of people and disease reversal. That means ke ਹਰ ਪੈਥੀ ਵਿੱਚ, ਚਾਹੇ ਨੈਚੁਰੋਪੈਥੀ ਹੋਵੇ, ਚਾਹੇ ਆਯੁਰਵੇਦ ਹੋਵੇ, ਐਲੋਪੈਥੀ ਹੋਵੇ, ਸਾਰਿਆਂ ਵਿੱਚ ਕੁਛ ਨਾ ਕੁਛ ਫਾਇਦਾ ਹੈਗਾ, ਕੁਛ ਨਾ ਕੁਛ ਥੋੜੇ ਵੀਕ ਪੁਆਇੰਟਸ ਹੈਗੇ। तो ਸਾਰਿਆਂ ਨੂੰ ਕੰਬਾਈਨ ਕਰਕੇ ਸਾਰਿਆਂ ਦੇ ਫਾਇਦੇ ਵਾਸਤੇ ਲੋਕਾਂ ਤੱਕ ਉਹ ਵਾਲੀ ਪੈਥੀ ਲੈ ਕੇ ਆਈ ਹੈ ਜਿਹਨੂੰ ਇੰਟੀਗ੍ਰੇਟਿਡ ਮੈਡੀਸਿਨ ਸਿਸਟਮ ਕਹਿੰਦੇ ਆ, ਕਿ ਜਿਸ ਦੇ ਨਾਲ ਲੋਕਾਂ ਦਾ ਬੈਸਟ ਭਲਾ ਹੋ ਸਕੇ ਵਿਦ ਲੈਸ ਅਮਾਉਂਟ ਆਫ ਖਰਚਾ, ਘੱਟ ਤੋਂ ਘੱਟ ਖਰਚਾ ਹੋਵੇ, ਘੱਟ ਤੋਂ ਘੱਟ ਸਾਈਡ ਇਫੈਕਟ ਹੋਣ, ਵੱਧ ਤੋਂ ਵੱਧ ਫਾਇਦਾ ਹੋਵੇ। तो इस तो अलावा आई हैव वर्कड विद इंटरनेशनल मेडिकल डॉक्टर्स, ऑस्टियोपैथ्स, होम्योपैथ्स, नेचुरोपैथ्स, न्यूट्रिशन एक्सपर्ट्स, योगा एक्सपर्ट्स, एंड इस तरह मैं अपना गो सात्विक इनिशिएटिव करके अपना फाउंडेशन स्टार्ट की है
ਜਿਹਦੇ ਵਿੱਚ ਅਸੀਂ ਨੇਚਰ ਦੇ ਦੁਆਰਾ ਇਸ ਤਰ੍ਹਾਂ ਲੋਕਾਂ ਨੂੰ ਐਜੂਕੇਟ ਕਰਦੇ ਹਾਂ ਕਿ ਉਹ ਆਪਣੇ ਆਪ ਹੀ ਆਪਣਾ ਇਲਾਜ ਕਰ ਸਕਣ ਐਂਡ ਵਿਦ ਦਾ ਬੈਸਟ ਯੂਜ਼ ਆਫ ਡਾਈਟ ਐਂਡ ਨੈਚੁਰਲ ਕਿਉਰਸ। ਵਾਹ ਜੀ ਵਾਹ, ਬਹੁਤ ਕੁਝ ਤੁਸੀਂ ਜਿਹੜਾ ਦੱਸਿਆ, ਕਾਫੀ ਕੁਝ ਤਾਂ ਮੇਰੇ ਉੱਪਰੋਂ ਲੰਘ ਗਿਆ ਤੇ ਤੁਸੀਂ ਕਹਿ ਲਈ ਟ੍ਰੇਨਿੰਗਸ ਹਾਸਲ ਕੀਤੀਆਂ ਜਾਂ ਫਿਰ ਜਿਹੜੀ ਐਜੂਕੇਸ਼ਨ ਤੁਸੀਂ ਲਈ ਹੈ ਹੈਲਥ ਬਾਰੇ, ਸੋ ਬੜੀ ਵੱਡੀ ਗੱਲ ਹੈ ਕਿ ਤੁਸੀਂ ਇਹਨਾਂ ਕੁਝ ਹਾਸਲ ਕੀਤਾ ਤੇ ਅੱਜ ਤੁਸੀਂ ਮਨੁੱਖਤਾ ਦੀ ਸੇਵਾ ਦੇ ਵਿੱਚ ਦਿਨ ਰਾਤ ਡਟੇ ਹੋਏ ਹੋ। ਸੋ ਬਹੁਤ ਸਾਰੇ ਲੋਕਾਂ ਨੂੰ ਤੁਸੀਂ ਜਿਵੇਂ ਦੱਸਿਆ ਕਿ ਕਰੋਨਾ ਦੇ ਜਿਹੜੇ ਮਰੀਜ਼ ਸੀ ਉਹਨਾਂ ਨੂੰ ਵੀ ਤੁਸੀਂ ਠੀਕ ਕੀਤਾ ਹੈ। ਬਹੁਤ ਸਾਰੇ ਐਸੇ ਲੋਕ ਸੀ ਜਿਨ੍ਹਾਂ ਨੂੰ ਸ਼ੂਗਰ ਹੋ ਚੁੱਕੀ ਸੀ, ਬਲੱਡ ਪ੍ਰੈਸ਼ਰ ਦੀਆਂ ਬਿਮਾਰੀਆਂ ਸੀ, ਸੋ ਉਹਨਾਂ ਨੂੰ ਵੀ ਤੁਹਾਡੀ ਟੀਮ ਵੱਲੋਂ ਤੁਹਾਡੇ ਵੱਲੋਂ ਠੀਕ ਕੀਤਾ ਗਿਆ। ਸੋ ਇਸੇ ਕਰਕੇ ਆਪਾਂ ਦੇਖਦੇ ਹਾਂ ਕਿ ਤੁਹਾਡੀਆਂ ਜਿਹੜੀਆਂ ਬਹੁਤ ਸਾਰੀਆਂ ਐਸੀਆਂ ਸਫਲਤਾਵਾਂ ਰਹੀਆਂ ਇਸ ਫੀਲਡ ਦੇ ਵਿੱਚ ਜਿਹਨੂੰ ਲੈ ਕੇ ਤੁਸੀਂ ਹੁਣ ਚੱਲਦੇ ਆ ਰਹੇ ਹੋ ਤੇ ਅੱਗੇ ਵੀ ਬਹੁਤ ਕੁਝ ਜਿਹੜਾ ਫਿਊਚਰ ਦੇ ਵਿੱਚ ਪਲਾਨ ਜਿਹੜੇ ਨੇ ਉਹ ਤੁਹਾਡੇ ਬਣੇ ਹੋਏ ਨੇ। ਸੋ ਦਰਸ਼ਕੋ, ਇਹ ਤੁਸੀਂ ਸੁਣਿਆ ਕਮਲਪ੍ਰੀਤ ਸਿੰਘ ਹੋਰਾਂ ਬਾਰੇ, ਉਹਨਾਂ ਦੀ ਇੰਟਰੋਡਕਸ਼ਨ ਦੇ ਵਿੱਚ ਉਹਨਾਂ ਨੇ ਕਿਹੜੀ ਐਜੂਕੇਸ਼ਨ ਜਿਹੜੀ ਹੈ ਹੈਲਥ ਬਾਰੇ ਹੁਣ ਤੱਕ ਹਾਸਲ ਕੀਤੀ ਹੈ ਤੇ ਕੀ ਉਹ ਇਸ ਵੇਲੇ ਕਰ ਰਹੇ ਨੇ। ਸੋ ਕਮਲਪ੍ਰੀਤ ਸਿੰਘ ਜੀ, ਇਹ ਤਾਂ ਹੋ ਗਈ ਇੰਟਰੋਡਕਸ਼ਨ। ਹੁਣ ਆਪਾਂ ਅੱਜ ਦੇ ਵਿਸ਼ੇ ਵੱਲ ਵਧੀਏ, ਮੋਟਾਪੇ ਦੀ ਆਪਾਂ ਗੱਲ ਕਰਦੇ ਹਾਂ। ਪਹਿਲਾਂ ਤੇ ਆਪਾਂ ਦੱਸੀਏ ਵੀ ਮੋਟਾਪਾ ਹੈ ਕੀ ਹੈ, ਇਹਦੇ ਨੁਕਸਾਨ ਕੀ ਨੇ, ਫਾਇਦੇ ਕੀ ਨੇ, ਕਿਉਂ, ਇਹ ਸਾਰੀ ਗੱਲਬਾਤ ਜਿਹੜੀ ਆ ਆਪਾਂ ਪਹਿਲਾਂ ਦਰਸ਼ਕਾਂ ਨਾਲ ਸਾਂਝੀ ਕਰੀਏ। ਤੇ ਇੱਕ ਬੜੀ ਵੱਡੀ ਸਮੱਸਿਆ ਹੈ ਦਰਸ਼ਕੋ ਮੋਟਾਪੇ ਦੀ। ਅੱਜ ਦਾ ਇਹ ਪ੍ਰੋਗਰਾਮ ਬਹੁਤ ਸਾਰੇ ਪਾਸੇ ਲਾਹੇਵੰਦ ਹੋਏਗਾ, ਇਸ ਕਰਕੇ ਸਭ ਤੋਂ ਪਹਿਲੀ ਬੇਨਤੀ ਹੈਗੀ ਹੈ ਕਿ ਵੱਧ ਤੋਂ ਵੱਧ ਚੱਲਦੇ ਪ੍ਰੋਗਰਾਮ ਨੂੰ ਸ਼ੇਅਰ ਕਰਨਾ ਨਾ ਭੁੱਲਣਾ। ਜੀ ਕਮਲਪ੍ਰੀਤ ਸਿੰਘ ਜੀ, ਜੇ ਆਪਾਂ ਮੋਟਾਪੇ ਦੀ ਗੱਲ ਕਰੀਏ, ਇਹਨੂੰ ਇੰਗਲਿਸ਼ ਵਿੱਚ ਓਬੇਸਿਟੀ ਕਿਹਾ ਜਾਂਦਾ ਹੈ, ਯਾਨੀ ਕਿ ਓਵਰਵੇਟ ਹੋਣਾ ਤੇ ਹਾਈ ਵੇਟ ਹੋਣਾ ਸਾਡਾ, ਹੈ ਨਾ। ਤੇ ਇੱਥੇ ਸਮਝਣ ਦੀ ਗੱਲ ਹੈ ਕਿ ਪਹਿਲਾਂ weight ਕੀ ਹੁੰਦਾ ਹੈ। ਦੇਖੀਏ ਸਾਡੀ ਜਿਹੜੀ ਬੋਡੀ ਆ, ਇਹ ਰੱਬ ਨੇ ਬਣਾਈ ਆ, ਇਹਦੇ ਵਿੱਚ ਡਿਫਰੈਂਟ ਆਰਗਨਸ ਨੇ, ਟਿਸ਼ੂਜ਼ ਨੇ, ਮਸਲਸ ਨੇ, ਬੋਨਸ ਨੇ, ਹਰ ਚੀਜ਼ ਦਾ ਆਪਣਾ ਆਪਣਾ ਵਜ਼ਨ ਹੈਗਾ। ਹੱਡੀਆਂ ਦਾ ਆਪਣਾ ਵਜ਼ਨ ਹੈਗਾ, ਖੂਨ ਦਾ ਆਪਣਾ ਵਜ਼ਨ ਹੈਗਾ, ਮਸਲਸ ਦਾ ਆਪਣਾ ਵਜ਼ਨ ਹੈਗਾ, ਫੈਟ ਦਾ ਆਪਣਾ ਵਜ਼ਨ ਹੈਗਾ, ਹੈ ਨਾ। ਆਰਗਨਸ ਜਿਹੜੀਆਂ ਸਾਡੇ ਅੰਦਰ, ਦਿਲ ਹੈ ਉਹਦਾ ਆਪਣਾ ਹੈ, ਕਿਡਨੀ ਦਾ ਆਪਣਾ ਵਜ਼ਨ ਹੈਗਾ। ਹਰ ਚੀਜ਼ ਦਾ ਵਜ਼ਨ ਕੰਬਾਈਨ ਹੋ ਕੇ ਬੋਡੀ ਦਾ ਇੱਕ weight ਬਣ ਜਾਂਦਾ ਹੈ। ਹੁਣ ਇਹ ਜਿਹੜਾ weight ਹੈਗਾ, ਜਦ ਇੱਕ ਲਿਮਿਟ ਤੱਕ ਕੀ ਕਹਿ ਸਕਦੇ ਹਾਂ ਕਿ ਇੱਕ ਨਾਰਮਲ ਜਿਹੜਾ ਹੋਣਾ ਚਾਹੀਦਾ ਹੈ, ਆਪਟੀਮਮ ਲੈਵਲ ਜਿਹੜਾ ਹੋਣਾ ਚਾਹੀਦਾ ਹੈ, ਉਸ ਤੋਂ ਜ਼ਿਆਦਾ ਹੋ ਜਾਂਦਾ ਹੈ ਤੇ ਆਪਾਂ ਕਹਿ ਸਕਦੇ ਹਾਂ ਕਿ ਬੰਦਾ ਓਬੀਸ ਹੋ ਜਾਂਦਾ ਹੈ। ਹੁਣ ਆਪਾਂ ਗੱਲ ਕਰੀਏ ਕਿ ਇਹ ਨਾਰਮਲ ਲੈਵਲ ਕਿੰਨਾ ਹੈਗਾ। ਦੇਖੀਏ ਹਰ ਬੰਦੇ ਨੂੰ ਰੱਬ ਨੇ ਡਿਫਰੈਂਟ ਬਣਾਇਆ ਹੈ, ਹਰ ਕਿਸੇ ਦੀ ਹੈਰੀਡੇਟਰੀ ਫੈਕਟਰਸ ਡਿਫਰੈਂਟ ਨੇ, ਡਿਫਰੈਂਟ ਕੰਡੀਸ਼ਨ ਵਿੱਚ ਉਹਦਾ ਜਨਮ ਹੋਇਆ ਹੈ, ਡਿਫਰੈਂਟ ਉਹਦੇ ਜੀਨਸ ਨੇ। ਸੋ ਐਜ਼ ਅ ਰਿਜ਼ਲਟ ਹਰ ਬੰਦੇ ਦਾ ਆਪਟੀਮਮ weight ਜਿਹੜਾ ਹੈਗਾ ਉਹ ਡਿਫਰੈਂਟ ਹੁੰਦਾ ਆ। ਇੱਕ ਬਹੁਤ ਵੱਡਾ ਪੈਰਾਮੀਟਰ ਜਿਹੜਾ ਕਾਮਨਲੀ ਯੂਜ਼ ਕੀਤਾ ਜਾਂਦਾ ਹੈ ਉਹ ਹੈ BMI, ਬੋਡੀ ਮਾਸ ਇੰਡੈਕਸ ਕਰਕੇ। ਬਟ ਉਹਦੇ ਉੱਤੇ ਵੀ ਅਜੇ ਵੀ ਗੱਲਾਂ ਚੱਲਦੀਆਂ ਨੇ ਕਿ ਉਹ 100% ਐਕਿਊਰੇਟ ਤੇ ਹਰ ਕਿਸੇ ਦੇ ਉੱਤੇ ਅਪਲਾਈ ਨਹੀਂ ਕਰਦਾ। ਸੋ ਉਸ ਤੋਂ ਵੀ ਇੰਪੋਰਟੈਂਟ ਪੈਰਾਮੀਟਰਸ ਜਿਹੜੇ ਨੇ ਉਹ ਅੱਜ ਆਪਾਂ ਡਿਸਕਸ ਕਰਾਂਗੇ ਕਿ ਸਿਰਫ ਹਾਈਟ ਦੇ weight ਦੇ ਅਕੋਰਡਿੰਗ BMI ਨਿਕਾਲਣਾ ਤੇ ਉਹਦੇ ਅਕੋਰਡਿੰਗ ਆਪਣੇ ਆਪ ਨੂੰ ਰੱਖਣਾ ਕਿ ਇਹ ਹੀ ਠੀਕ ਆ ਜਾਂ ਇਸ ਤੋਂ ਇਲਾਵਾ ਹੋਰ ਵੀ ਚੀਜ਼ਾਂ ਨੇ। ਸੋ ਇੱਥੇ ਜੇ ਆਪਾਂ weight loss ਦੀ ਗੱਲ ਕਰੀਏ, ਫਿਰ ਉੱਥੇ ਸਾਨੂੰ ਇਹ ਵੀ ਸਮਝਣਾ ਪਊਗਾ ਕਿ ਅਸੀਂ ਆਪਣਾ weight ਜਿਹੜਾ ਬੋਡੀ ਦਾ ਘਟਾਉਣਾ ਚਾਹੁੰਦੇ ਆ, ਉਹ ਆਪਣੀ ਹੱਡੀਆਂ ਦਾ weight ਘਟਾਉਣਾ ਚਾਹੁੰਦੇ ਆ, ਮਸਲ ਦਾ weight ਘਟਾਉਣਾ ਚਾਹੁੰਦੇ ਆ, ਜਾਂ ਜਿਹੜਾ ਐਕਸਟਰਾ ਫੈਟ ਲਟਕ ਰਿਹਾ ਹੈ ਉਹਨੂੰ ਆਪਾਂ ਘਟਾਉਣਾ ਚਾਹੁੰਦੇ ਆ। ਸੋ ਆਈ ਐਮ ਸ਼ੋਰ ਕਿ ਆਪਾਂ ਫੈਟ, ਜਿਹੜਾ ਐਕਸੈਸ ਫੈਟ ਹੈਗਾ, ਉਹਨੂੰ ਘਟਾਉਣਾ ਚਾਹੁੰਦੇ ਆ। ਕਿਉਂਕਿ ਜਿਹੜਾ ਫੈਟ ਆ, ਹੁਣ ਬੋਡੀ ਦਾ ਇੱਕ ਨਿਊਟ੍ਰੀਐਂਟ ਜਿੱਦਾਂ ਕਾਰਬੋਹਾਈਡਰੇਟ, ਫੈਟਸ, ਪ੍ਰੋਟੀਨਸ, ਇਹ ਸਾਰੀ ਚੀਜ਼ਾਂ ਹੁੰਦੀਆਂ ਨੇ, ਇਹ ਸਾਨੂੰ ਚਾਹੀਦੀਆਂ ਨੇ। ਬਟ ਜਿਹੜਾ ਫੈਟ ਹੈਗਾ ਉਹ ਜਦ ਐਕਸਟਰਾ ਹੋ ਜਾਂਦਾ ਹੈ ਜਾਂ ਸਾਡੇ ਬੋਡੀ ਵਿੱਚ ਐਕਸਟਰਾ ਟੌਕਸਿਨਸ ਇਕੱਠੇ ਹੋ ਜਾਂਦੇ ਆ ਤੇ ਸਾਡੀ ਬੋਡੀ ਵਿੱਚ ਉਹ ਸਾਡਾ weight ਓਵਰਆਲ ਵੱਧ ਜਾਂਦਾ ਹੈ। ਤੇ ਉਹ ਜਿਹੜਾ ਓਵਰਆਲ weight ਦਾ ਵਧਣਾ ਹੈਗਾ ਉਹ ਆਪਣੇ ਆਪ ਵਿੱਚ ਹੀ ਕਹਿ ਲਓ ਇੱਕ ਤਰ੍ਹਾਂ ਦਾ ਟਿਊਮਰ ਹੈਗਾ। ਮਤਲਬ ਕਿ ਉੱਥੇ ਇੱਕ ਬਹੁਤ ਸਾਰੇ ਟੌਕਸਿਨਸ ਇਕੱਠੇ ਹੋ ਗਏ ਜਿਹੜਾ weight ਨੂੰ ਵਧਾ ਰਹੇ ਆ ਤੇ ਸਾਡੀ ਓਵਰਆਲ ਪਰਫਾਰਮੈਂਸ ਬੋਡੀ ਦੀ ਜਿਹੜੀ ਹੈ, ਇਮਿਊਨਿਟੀ ਜਿਹੜੀ ਹੈਗੀ, ਉਹਨੂੰ ਘਟਾ ਰਹੇ ਆ। ਸੋ ਅੱਜ ਆਪਾਂ ਗੱਲ ਕਰਾਂਗੇ ਕਿ ਸਿਰਫ ਬੋਡੀ ਦਾ weight ਘਟਾਉਣਾ ਜ਼ਰੂਰੀ ਨਹੀਂ ਹੈਗਾ। ਅਸਲ ਵਿੱਚ ਜਿਹੜਾ ਐਕਸਟਰਾ ਐਕਸੈਸ ਫੈਟ ਹੈਗਾ, ਜਿਹੜਾ ਸਾਡੀ ਬੋਡੀ ਨੂੰ ਨਹੀਂ ਚਾਹੀਦਾ ਹੈ, ਜਿਹੜਾ ਐਕਸਟਰਾ ਆਪਾਂ ਗੱਡੀ ਲੱਦ ਕੇ ਬੈਠੇ ਹੋਏ ਆ, ਉਹਨੂੰ ਘਟਾਉਣਾ ਆ। ਲੇਕਿਨ ਅਗਰ ਆਪਾਂ ਸੋਚੀਏ ਕਿ ਸਿਰਫ ਲੁਕਸ ਵਾਸਤੇ ਕਿ ਮੈਨੂੰ ਮੀਡੀਆ ਵਿੱਚ ਇਸ ਤਰ੍ਹਾਂ ਦਿਖਾਣਾ ਹੈ, ਇਦਾਂ ਦੀ ਮੇਰੀ ਲੁਕਸ ਹੋਣੀ ਚਾਹੀਦੀਆਂ ਨੇ, ਸੋ ਉਹ ਸਾਡਾ ਤਰੀਕਾ ਨਹੀਂ ਹੈਗਾ। ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਹੈਲਦੀ ਰਹੀਏ, ਸਾਡੀ ਜਿਹੜੀ ਆਪਟੀਮਮ ਬੋਡੀ ਦਾ ਫੰਕਸ਼ਨਿੰਗ ਹੈ ਉਸ ਤਰ੍ਹਾਂ ਹੋਵੇ, ਨਾ ਕਿ ਆਪਾਂ ਕਿਸੇ ਇੱਕ ਅੰਕੜੇ ਵਿੱਚ ਆ ਰਹੀਏ ਕਿ ਸਾਡਾ weight ਤਾਂ ਬਈ 52 ਹੀ ਹੋਣਾ ਚਾਹੀਦਾ, 52 ਦੇ ਉੱਤੇ ਨਹੀਂ ਹੋਣਾ ਚਾਹੀਦਾ, ਜਾਂ ਜਿਸ ਤਰ੍ਹਾਂ ਉਹ ਕੁੜੀ ਦਿਖਦੀ ਹੈ ਜਾਂ ਮੁੰਡਾ ਦਿਖਦਾ ਹੈ ਟੀਵੀ ਦੇ ਉੱਤੇ ਉਸ ਤਰ੍ਹਾਂ ਹੋਣਾ ਚਾਹੀਦਾ, ਇਹ ਤਾਂ ਨਹੀਂ। ਇਹ ਆਪਾਂ ਨੂੰ ਚਾਹੀਦਾ ਹੈ ਕਿ ਆਪਾਂ ਇਮਿਊਨਿਟੀ ਪੁਆਇੰਟਸ ਤੇ ਵਰਕ ਕਰੀਏ। ਸੋ ਆਪਾਂ ਹੁਣ ਗੱਲ ਕਰਦੇ ਹਾਂ ਉਹ ਇਮਿਊਨਿਟੀ ਪੁਆਇੰਟਸ ਜਿਹੜੇ ਮੋਸਟ ਇੰਪੋਰਟੈਂਟ ਨੇ। ਫੋਰ ਐਗਜ਼ਾਮਪਲ ਆਪ ਤੁਸੀਂ ਦੇਖੋ ਕਿ ਆਪਾਂ ਮੰਨਦੇ ਹਾਂ ਕਿ ਕਿਸੇ ਦਾ ਅਗਰ weight ਘੱਟ ਹੋਵੇ ਜ਼ਿਆਦਾ ਵਧੀਆ ਹੋ ਸਕਦਾ ਹੈ, ਪਰ ਇਹ ਤਾਂ ਨਹੀਂ ਹੈ। ਕਿਸੇ ਦਾ ਅਗਰ weight ਜ਼ਿਆਦਾ ਵੀ ਹੋਵੇ ਤੇ ਉਹ ਜ਼ਿਆਦਾ ਹੈਲਦੀ ਹੋ ਸਕਦਾ ਹੈ in terms of strength, in terms of endurance, in terms of stamina, ਉਹ ਚੀਜ਼ਾਂ ਉਹਦੇ ਵਿੱਚ ਜ਼ਿਆਦਾ ਹੋ ਸਕਦੀਆਂ ਨੇ। ਸੋ ਹੁਣ ਸਾਨੂੰ ਸਮਝਣਾ ਪਊਗਾ ਕਿ ਇੱਕ ਆਪਟੀਮਮ weight ਹੈ ਕਿੰਨਾ। ਸੋ ਆਪਟੀਮਮ weight ਉਹ ਹੈ ਜਿਹਦੇ ਨਾਲ ਸਾਡੇ 7 points of immunity ਮੇਨਟੇਨ ਰਹਿੰਦੇ ਆ। ਜੀ ਠੀਕ ਹੈ, ਠੀਕ ਹੈ, ਠੀਕ ਹੈ। ਸੋ ਇਹ ਜਿਹੜੇ 7 points of immunity ਨੇ, ਇਹ ਸਾਨੂੰ ਸਮਝਣੇ ਬਹੁਤ ਜ਼ਰੂਰੀ ਹੈ, ਕਿਉਂਕਿ ਇਹੀ ਸਾਡੇ ਬੇਸਿਕ ਪੈਰਾਮੀਟਰਸ ਹੈਗੇ ਨੇ ਜਿਨ੍ਹਾਂ ਨੂੰ ਆਪਾਂ ਜੱਜ ਕਰਕੇ ਸਮਝ ਸਕਦੇ ਹਾਂ ਕਿ ਇੱਕ ਅਸੀਂ ਹੈਲਦੀ ਜੀਵਨ ਜੀ ਰਹੇ ਹਾਂ ਜਾਂ ਸਾਡੀ ਬੋਡੀ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਬਿਮਾਰੀ ਆ ਚੁੱਕੀ ਹੈ ਜਾਂ ਆਉਣ ਦੀ ਸੰਭਾਵਨਾ ਹੈਗੀ।
ਸੋ ਜੇ ਹੁਣ ਆਪਾਂ ਗੱਲ ਕਰੀਏ ਬਹੁਤ ਕੁਝ ਜਿਹੜਾ ਤੁਸੀਂ ਇਸ ਬਾਰੇ ਦੱਸਿਆ ਕਿ ਆਪਾਂ ਉਹ ਵੀ ਜਿਹੜੀ ਚੀਜ਼ ਹੈ ਕਿ ਆਪਾਂ ਦੇਖਦੇ ਹਾਂ, ਜਿਵੇਂ ਸ਼ੁਰੂ ਦੇ ਵਿੱਚ ਮੈਂ ਗੱਲ ਕੀਤੀ ਹੈ ਕਿ ਇੱਕ ਆਪਾਂ ਹਰ ਕੋਈ ਚਾਹੁੰਦਾ ਵੀ ਉਹ ਜਿੰਨਾ ਹਲਕਾ ਫੁਲਕਾ ਹੋਵੇ ਤੇ ਉਹ ਵੀ ਬਹੁਤਾ ਸਹੀ ਨਹੀਂ ਹੈਗਾ। ਮਤਲਬ ਕਿ ਆਪਣੇ ਸਰੀਰ ਦੇ ਮੁਤਾਬਕ ਜਿਹੜਾ ਹੈ ਉਹ ਸਾਨੂੰ ਹੋਣਾ ਢਾਲਣਾ ਪੈਣਾ ਹੈ। ਮਤਲਬ ਕਿ ਉਹ ਚਾਹੇ ਪਤਲਾ ਹੋਣਾ ਚਾਹੇ ਮੋਟਾ ਰਹਿਣਾ ਹੈਗਾ। ਸੋ ਜੋ ਹੈਲਥੀ ਲਾਈਫ ਦੀ ਗੱਲ ਕਰਦੇ ਹਾਂ ਤਾਂ ਹੈਲਥੀ ਸਰੀਰ ਜਦੋਂ ਗੱਲ ਕਰਦੇ ਹਾਂ ਤਾਂ ਆਪਾਂ ਇਹ ਗੱਲ ਜਾਂਦੀ ਹੈ ਜਿਹੜਾ ਬੰਦਾ ਪਤਲਾ ਲੱਗਾ ਜਿਹਦੇ ਉੱਤੇ ਮੋਟਾਪਾ ਨਹੀਂ, ਵਾਧੂ ਫੈਟ ਜਿਹੜੀ ਹੈ ਉਹ ਲਟਕ ਨਹੀਂ ਗਈ, ਤਾਂ ਉਹ ਬੰਦਾ ਤੰਦਰੁਸਤ ਹੈਗਾ। ਹਰ ਕਾਸੇ ਨੂੰ ਕਹਿ ਲਈਏ ਕਿ ਉਹ ਚੁਸਤੀ ਫੁਰਤੀ ਵਾਲਾ, ਚਾਹੇ ਉਹ ਦਿਮਾਗੀ ਪੱਧਰ ਦਾ ਕਹਿ ਲਈਏ ਜਾਂ ਫਿਰ ਆਪਣਾ ਮੈਂਟਲੀ ਜਾਂ ਫਿਰ ਸਰੀਰਕ ਤੌਰ ਤੇ ਕਹਿ ਲਈਏ ਕਿ ਚੁਸਤੀ ਫੁਰਤੀ ਰੱਖਣ ਵਾਲਾ ਉਹ ਬੰਦਾ ਹੈਗਾ। ਸੋ ਹੁਣ ਜੇਕਰ ਆਪਾਂ ਮੋਟਾਪੇ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਕੀ ਸਮਝਦੇ ਹੋ ਕਿ ਮੋਟਾਪਾ ਜਿਹੜਾ ਹੈ ਆਮ ਤੌਰ ਤੇ ਆਪਾਂ ਦੇਖਦੇ ਹਾਂ ਅੱਜ ਬਹੁਤ ਵੱਡੇ ਇੰਗਲੈਂਡ ਦੀ ਗੱਲ ਕਰੀਏ ਤਾਂ ਇੱਥੇ ਤਾਂ ਮੰਨਿਆ ਜਾਂਦਾ, ਅਮਰੀਕਨ ਲੋਕਾਂ ਦੇ ਵਿੱਚ ਵੀ ਮੰਨਿਆ ਜਾਂਦਾ ਵੀ ਬਹੁਤ ਸਾਰਾ ਮੋਟਾਪਾ ਜਿਹੜਾ ਉਹ ਚੱਕੀ ਕਰਦੇ ਨੇ। ਕਿਉਂਕਿ ਫਾਸਟ ਫੂਡ ਦੀ ਆਦਤ ਜਿਹੜੀ ਹੈ ਇਹਨਾਂ ਮੁਲਕਾਂ ਦੇ ਵਿੱਚ ਬਹੁਤ ਜ਼ਿਆਦਾ ਹੋ ਚੁੱਕੀ ਹੈ। ਅੱਜ ਤਾਂ ਹੋਮ ਡਿਲੀਵਰੀ ਦਾ ਵੀ ਨਵਾਂ ਚੱਕਰ ਚੱਲ ਪਿਆ ਕਿ ਸਾਨੂੰ ਜਾਣ ਦੀ ਲੋੜ ਨਹੀਂ ਪੈਂਦੀ। ਕੋਈ ਬੰਦਾ ਇਹ ਹੁੰਦਾ ਸੀ ਪਹਿਲਾਂ ਵੀ ਫਾਸਟ ਫੂਡ ਲੈਣ ਸ਼ਾਪ ਤੱਕ ਜਾਣਾ ਚਲੋ ਪਚ ਜਾਂਦਾ ਹੋਊਗਾ, ਪਰ ਅੱਜ ਤਾਂ ਇਹ ਵੀ ਹੋ ਗਿਆ ਕਿ ਘਰਾਂ ਦੇ ਵਿੱਚ ਹੀ ਬਣ ਜਾਂਦਾ। ਬਿਸਤਰਿਆਂ ਦੇ ਵਿੱਚ ਬੈਠਿਆਂ ਆਪਣੇ ਬੈੱਡ ਦੇ ਉੱਤੇ ਬੈਠਿਆਂ ਤੁਸੀਂ ਉਹ ਜਿਹੜਾ ਹੈ ਪ੍ਰਸ਼ਾਦਾ ਕਹਿ ਲਈਏ ਫਾਸਟ ਫੂਡ ਦੇ ਰੂਪ ਦੇ ਵਿੱਚ ਛਕ ਸਕਦੇ ਹੋ। ਸੋ ਕੀ ਕਾਰਨ ਮੰਨਦੇ ਹੋ ਤੁਸੀਂ ਕਿ ਮੋਟਾਪਾ ਜਿਹੜਾ ਹੈ ਆਮ ਤੌਰ ਦੇ ਉੱਤੇ ਲੋਕਾਂ ਦੇ ਵਿੱਚ ਵੱਧ ਰਿਹਾ ਹੈਗਾ? ਖਾਣ ਪੀਣ ਦੀਆਂ ਸਮੱਸਿਆਵਾਂ ਮੰਨਦੇ ਹੋ ਜਾਂ ਫਿਰ ਹੋਰ ਕੋਈ ਮਾਨਸਿਕ ਤਣਾਅ ਦੀ ਗੱਲਬਾਤ ਹੈ? ਇਹ ਜ਼ਰੂਰ ਦੱਸੋ ਸਰ। ਹਾਂਜੀ, ਇੱਥੇ ਤੁਸੀਂ ਜਿਹੜਾ ਪੁਆਇੰਟ ਰੇਸ ਕੀਤਾ ਫਾਸਟ ਫੂਡ ਵਾਲਾ, ਉਹ ਬਹੁਤ ਵੈਲਿਡ ਪੁਆਇੰਟ ਹੈਗਾ। ਕਿਉਂ ਅੱਜ ਕੱਲ ਕੀ ਹੈ, ਹਰ ਕਿਸੇ ਕੋਲ ਟਾਈਮ ਨਹੀਂ ਹੈਗਾ ਕੁੱਕ ਕਰਨ ਦਾ ਜਾਂ ਆਪਣਾ ਫੂਡ ਪ੍ਰਿਪੇਅਰ ਕਰਨ ਦਾ, ਜਾਂ ਫਿਰ ਕਹਿ ਲੀजिए ਕਿ ਆਪਾਂ ਸਹੀ ਜਿਹੜਾ ਡਾਈਟ ਐਂਡ ਲਾਈਫ ਸਟਾਈਲ ਹੈਗਾ ਉਸ ਤੋਂ ਕਾਫੀ ਕੁ ਦੂਰ ਜਾ ਚੁੱਕੇ ਆ। ਐਂਡ ਐਜ਼ ਅ ਰਿਜ਼ਲਟ ਹੁੰਦਾ ਕੀ ਹੈਗਾ ਕਿ ਅਸੀਂ ਜਿਹੜਾ ਫਾਸਟ ਫੂਡ ਖਾ ਰਹੇ ਹਾਂ, ਜਿਹੜਾ ਫੈਕਟਰੀ ਮੇਡ ਪ੍ਰੋਸੈਸਡ ਰਿਫਾਈਨਡ ਫੂਡ ਖਾ ਰਹੇ ਹਾਂ, ਉਹਦੇ ਵਿੱਚ ਕੀ ਹੁੰਦਾ, ਲਿਵਿੰਗ ਐਂਜ਼ਾਈਮਸ ਨਹੀਂ ਹੁੰਦੇ। ਉਹਦੇ ਵਿੱਚ ਕੀ ਹੈਗਾ ਕਿ ਐਕਸੈਸ ਸੋਡੀਅਮ ਹੁੰਦਾ ਹੈ, ਤੇ ਉਹ ਜਿਹੜੇ ਇਹਦਾ ਆਪਾਂ ਖਾਂਦੇ ਆ ਤੇ ਉਹ ਪੂਰੀ ਤਰ੍ਹਾਂ ਇੱਕ ਤਾਂ ਡਾਈਜੈਸਟ ਨਹੀਂ ਹੁੰਦਾ, ਦੂਜੀ ਗੱਲ ਉਹਦੇ ਵਿੱਚ ਲਿਵਿੰਗ ਐਂਜ਼ਾਈਮਸ ਨਹੀਂ ਹੁੰਦੇ ਤੇ ਉਹ ਸਹੀ ਨਿਊਟ੍ਰੀਸ਼ਨ ਪਹੁੰਚਦਾ ਨਹੀਂ ਹੈਗਾ। ਐਜ਼ ਅ ਰਿਜ਼ਲਟ ਟੌਕਸਿਨ ਸਾਡੀ ਬੋਡੀ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ, ਤੇ ਜਿਵੇਂ ਜਿਵੇਂ ਟੌਕਸਿਨ ਇਕੱਠੇ ਹੁੰਦੇ ਜਾਂਦੇ ਆ ਤੇ ਉਹ weight ਜਿਹੜਾ ਹੈਗਾ ਉਹ ਐਕਸੈਸ ਟੌਕਸਿਨਸ ਦਾ weight ਬਣਦਾ ਜਾਂਦਾ ਹੈ। ਉਹ ਨਾ weight ਸਾਡੀ ਮਸਲਸ ਦਾ ਨਹੀਂ ਹੁੰਦਾ, ਉਹ ਸਾਡੇ ਬੋਨਸ ਦਾ ਨਹੀਂ ਹੁੰਦਾ ਜਾਂ ਬਲੱਡ ਦਾ ਨਹੀਂ ਹੁੰਦਾ, ਉਹ ਐਕਸੈਸ weight ਹੁੰਦਾ ਜਿਹੜਾ ਸਾਨੂੰ ਨਹੀਂ ਚਾਹੀਦਾ, ਜਿਹੜਾ ਸਾਨੂੰ ਬਿਮਾਰ ਕਰਨ ਵਿੱਚ ਲੱਗਿਆ ਹੋਇਆ ਹੈ। ਤੇ ਉਸ ਤੋਂ ਇਲਾਵਾ ਜਿਹੜਾ ਸਭ ਤੋਂ ਵੱਡਾ ਕਾਰਨ ਹੈਗਾ ਉਹ ਸੈਡੈਂਟਰੀ ਲਾਈਫ ਸਟਾਈਲ, ਕਿ ਆਪਾਂ ਆਪਣੀ ਬੋਡੀ ਨੂੰ ਬਿਲਕੁਲ ਮੂਵ ਕਰਨਾ ਭੁੱਲ ਚੁੱਕੇ ਹਾਂ। ਪਹਿਲੇ ਜ਼ਮਾਨੇ ਵਿੱਚ ਕੀ ਸੀਗਾ, ਇੰਨੀ ਗੱਡੀਆਂ ਜਾਂ ਇੰਨਾ ਹੋਮ ਡਿਲੀਵਰੀ ਨਹੀਂ ਹੁੰਦਾ ਸੀਗਾ, ਲੋਕਾਂ ਨੂੰ ਕਿਲੋਮੀਟਰ ਚੱਲਣਾ ਪੈਂਦਾ ਸੀਗਾ ਜਾਂ ਫਿਰ ਸਾਈਕਲਾਂ ਚਲਾ ਕੇ ਜਾਣਾ ਪੈਂਦਾ ਸੀਗਾ, ਤੇ ਆਟੋਮੈਟਿਕ ਐਕਸਰਸਾਈਜ਼ ਹੋ ਜਾਂਦੀ ਸੀ ਜਾਂ ਫਿਜ਼ੀਕਲ ਲੇਬਰ ਹੁੰਦਾ ਸੀਗਾ, ਹਲਾਂ ਵਿੱਚ ਕੰਮ ਖੇਤਾਂ ਵਿੱਚ ਹਲ ਵਾਉਣੇ ਪੈਂਦੇ ਸੀਗੇ, ਜਿਸ ਕਰਕੇ ਆਪਣੇ ਆਪ ਬੋਡੀ ਨਹੀਂ ਕੰਮ ਕਰਦੀ ਸੀ, ਪਸੀਨਾ ਨਿਕਲਦਾ ਸੀਗਾ, ਟੌਕਸਿਨਸ ਨਿਕਲ ਜਾਂਦੇ ਸੀਗੇ ਤੇ ਵਜ਼ਨ ਆਪਣਾ ਨਾਰਮਲ ਰਹਿੰਦਾ ਸੀਗਾ। ਹੁਣ ਕੀ ਹੈ, ਸਿਟਿੰਗ ਜੌਬ ਹੈ ਸਾਡੀ, ਆਫਿਸ ਵਿੱਚ ਬਹਿਣਾ 8 ਘੰਟੇ ਲਗਾਤਾਰ, ਫਿਰ ਉੱਥੇ ਹੀ 버ਗਰ ਵੀ ਨਾਲ ਖਾਈ ਜਾਣਾ ਹੈ, ਤੇ ਉਹ ਫਿਰ ਕੀ ਹੁੰਦਾ ਹੈ ਕਿ ਅਲਟੀਮੇਟਲੀ ਬੰਦੇ ਦਾ ਬੋਡੀ ਦਾ ਜਿਹੜਾ ਫੈਟ ਐਕਸੈਸ ਹੈਗਾ ਉਹ weight ਬਾਹਰ ਆ ਜਾਂਦਾ ਹੈ, ਤੋਨ ਬਾਹਰ ਨਿਕਲ ਜਾਂਦੀ ਹੈ। ਜੀ ਜੀ, ਬਿਲਕੁਲ। ਸੋ ਆ ਜਾ ਕੇ ਆਪਾਂ ਕਹੀਏ ਵੀ ਜਿਹੜਾ ਲਾਈਫ ਸਟਾਈਲ ਸਾਡਾ ਹੈਗਾ ਉਹ ਚੇਂਜ ਹੋ ਚੁੱਕਿਆ, ਪਹਿਲਾਂ ਵਰਗਾ ਨਹੀਂ ਰਿਹਾ। ਬਾਕੀ ਇਹ ਗੱਲਾਂ ਬੜੀਆਂ ਕੰਮ ਦੀਆਂ ਨੇ, ਆਮ ਜਦੋਂ ਆਪਾਂ ਬੈਠ ਕੇ ਗੱਲਬਾਤ ਕਰਦੇ ਆ ਤਾਂ ਇਹ ਗੱਲਾਂ ਆਮ ਚੱਲਦੀਆਂ ਵੀ ਪਹਿਲੇ ਬਜ਼ੁਰਗ ਯਾਰ ਬੜੇ ਹੈਲਦੀ ਹੁੰਦੇ ਸੀ, ਹੱਟੇ ਕੱਟੇ ਹੁੰਦੇ ਸੀ, ਉਹਨਾਂ ਨੂੰ ਕੋਈ ਨਾ ਸ਼ੂਗਰ, ਨਾ ਕੋਈ ਬਲੱਡ ਪ੍ਰੈਸ਼ਰ, ਨਾ ਕੋਈ ਹਾਰਟ ਦੀ ਬਿਮਾਰੀ ਹੁੰਦੀ ਸੀ ਤੇ ਨਾ ਹੀ ਕੋਈ ਹੋਰ ਗੱਲਬਾਤ ਹੁੰਦੀ ਸੀ। ਜਿਵੇਂ ਤੁਸੀਂ ਦੱਸਿਆ ਕਿ ਖੇਤਾਂ ਦੇ ਵਿੱਚ ਕੰਮ ਕਰਨਾ, ਜਾਂ ਫਿਰ ਆਪਾਂ ਪਿਛਲੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ, ਘਰ ਦੇ ਵਿੱਚ ਬੀਬੀਆਂ ਵੀ ਬਹੁਤ ਕੰਮ ਕਰਦੀਆਂ ਹੁੰਦੀਆਂ ਸੀ ਕਿ ਜਿਹੜਾ ਅਸੀਂ ਪ੍ਰਸ਼ਾਦਾ ਪਕਾਉਣਾ ਉਹ ਆਟਾ ਵੀ ਤਾਜ਼ਾ ਜਿਹੜਾ ਹੈ ਕਣਕ ਪੀਂਦੇ ਹੁੰਦੇ ਸੀ, ਚੱਕੀਆਂ ਘਰਾਂ ਦੇ ਵਿੱਚ ਹੁੰਦੀਆਂ ਸੀ। ਸੋ ਪੀ ਕੇ ਉਸ ਤੋਂ ਬਾਅਦ ਆਟਾ ਬਣਾਉਣਾ, ਫਿਰ ਜਾ ਕੇ ਪ੍ਰਸ਼ਾਦਾ ਜਿਹੜਾ ਹੈ ਉਹ ਪੱਕਦਾ ਹੁੰਦਾ ਸੀ। ਤੇ ਆਪਣੀਆਂ ਸਬਜ਼ੀਆਂ ਜਿਹੜੀਆਂ ਆਪਣੇ ਖੇਤਾਂ ਦੇ ਵਿੱਚ ਲਾਈਆਂ ਉਹਨਾਂ ਨੂੰ ਤੋੜ ਕੇ ਫਰੈਸ਼ ਆਪਾਂ ਬਣਾਉਂਦੇ ਸੀ। ਸਾਰੇ ਮਸਾਲੇ ਜਿਨ੍ਹਾਂ ਤੱਕ ਜੋ ਵੀ ਕਹਿ ਲਈਏ ਲਟਰਮ ਪਟਰਮ ਹੁੰਦਾ ਸੀ ਉਹ ਆਪਾਂ ਆਪ ਬਣਾਉਂਦੇ ਹੁੰਦੇ ਸੀ। तो ਉਹਦੇ ਨਾਲ ਕੀ ਹੈ ਕਿ ਜਿੱਥੇ ਉਸ ਤੋਂ ਬਾਅਦ ਪਸ਼ੂਆਂ ਦੀ ਗੱਲ ਕਰ ਲਈਏ, ਘਰ ਦੇ ਵਿੱਚ ਮੱਝਾਂ ਗਾਵਾਂ ਹੋਰ ਵੀ ਜਿਹੜੇ ਜਾਨਵਰ ਹੈ ਉਹ ਰੱਖੇ ਹੁੰਦੇ ਸੀ। ਇਹ ਸਾਰਾ ਜਿਹੜਾ ਕੰਮਕਾਰ ਕਰਦਿਆਂ ਹੋਇਆ ਸੋ ਜਿਹੜਾ ਬਾਡੀ ਹੈ, ਇੱਕ ਹਿਊਮਨ ਬਾਡੀ ਹੈਗੀ, ਉਹ ਆਪਣੇ ਆਪ ਹੀ ਹੈਲਦੀ ਰਹਿੰਦੀ ਹੈ। ਤੇ ਅੱਜ ਸਾਨੂੰ ਸਾਰਾ ਕੁਝ ਬੈਠਿਆਂ ਬਿਠਾਇਆ ਮਿਲਣ ਲੱਗ ਪਿਆ ਤੇ ਇਹ ਸਾਰਾ ਜਿਹੜਾ ਉਸ ਕਾਸੇ ਨੇ ਬਹੁਤ ਪ੍ਰਭਾਵ ਪਾਇਆ। ਸੋ ਜੇ ਇਹ ਤੁਸੀਂ ਗੱਲ ਕੀਤੀ ਹੈ ਫਾਸਟ ਫੂਡ ਦੀ ਹੋ ਗਈ ਜਾਂ ਫਿਰ ਲਾਈਫ ਸਟਾਈਲ ਦੀ ਹੋ ਗਈ, ਹੋਰ ਵੀ ਇਹਦੇ ਕਾਰਨ ਹੈ ਨੇ ਮੋਟਾਪੇ ਦੇ ਕਿ ਜਿਹੜਾ ਜੇ ਮੰਨ ਲਓ ਵੀ ਜਿਹੜਾ ਡਾਈਟ ਵਾਈਜ਼ ਅਸੀਂ ਸਹੀ ਚੱਲ ਰਹੇ ਹਾਂ ਤਾਂ ਹੋਰ ਵੀ ਕੋਈ ਕਾਰਨ ਹੈਗੇ ਨੇ ਇਹਦੇ ਕਿ ਜਿਹਦੇ ਨਾਲ ਮੋਟਾਪਾ ਵੱਧ ਜਾਂਦਾ? ਜਿਹੜਾ ਮੇਨ ਕਾਰਨ ਹੈਗਾ ਉਹ ਹੈਗਾ ਬੋਡੀ ਵਿੱਚ ਐਕਸੈਸ ਟੌਕਸਿਨਸ ਹੋ ਜਾਣਾ। ਕਿ ਬੋਡੀ ਦੇ ਜਿਵੇਂ ਮੈਂ ਦੱਸਿਆ ਸੀਗਾ ਕਿ 4 ਡੀਟੌਕਸ ਚੈਨਲ ਹੁੰਦੇ ਆ, ਸਵੈਟ, ਯੂਰਿਨ, ਸਟੂਲ ਐਂਡ ਬ੍ਰੈਥ। ਯਾਰ ਇੱਕ ਤਾਂ ਮਲ ਦੁਆਰ ਵਿੱਚੋਂ ਜਿਹੜਾ ਗੰਦ ਨਿਕਲਦਾ ਹੈ ਉਹ ਹੋ ਗਿਆ। ਸਾਡੀ ਜਿਹੜੀ ਲੰਗਸ ਨੇ ਇਹ ਰੈਸਪੀਰੇਸ਼ਨ ਦੇ ਥਰੂ ਆਪਣੀ ਕਾਰਬਨ ਡਾਈਆਕਸਾਈਡ ਨੂੰ ਬਾਹਰ ਛੱਡ ਦਿੰਦੀ ਹੈ। ਉਸ ਤੋਂ ਇਲਾਵਾ ਸਾਡੀ ਸਕਿਨ ਜਿਹੜੀ ਹੈਗੀ ਉਹ ਪਸੀਨੇ ਦੇ ਰਾਹੀਂ ਟੌਕਸਿਨਸ ਨੂੰ ਬਾਹਰ ਕੱਢ ਦਿੰਦੀ ਹੈ। ਇਸ ਤੋਂ ਇਲਾਵਾ ਯੂਰਿਨ ਦੇ ਰਾਹੀਂ ਵੀ ਸਾਡੀ ਬੋਡੀ ਦੇ ਟੌਕਸਿਨਸ ਨਿਕਲ ਜਾਂਦੇ ਆ। ਪਰ ਜਦ ਸਾਡਾ ਲਾਈਫ ਸਟਾਈਲ ਐਂਡ ਡਾਈਟ ਤੇ ਆਪਣਾ ਐਕਸਰਸਾਈਜ਼ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਆਪਾਂ
ਬਿਲਕੁਲ ਮੂਵਮੈਂਟ ਨਹੀਂ ਕਰਦੇ, ਜੰਕ ਫੂਡ ਖਾਂਦੇ ਆ, ਤੇ ਉਹ ਟੌਕਸਿਨਸ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ। ਜਿੰਨੇ ਟੌਕਸਿਨਸ ਅੰਦਰ ਜਾ ਰਹੇ ਆ ਉਨੀ ਬੋਡੀ ਬਾਹਰ ਕੱਢ ਨਹੀਂ ਪਾ ਰਹੀ ਹੁੰਦੀ। ਸੋ ਇਹ ਟੌਕਸਿਨਸ ਦੇ ਇਕੱਠੇ ਹੋਣ ਕਰਕੇ ਮੇਨ ਜਿਹੜਾ ਕਾਰਨ ਹੈਗਾ ਉਹ ਸਾਡੀ ਬੋਡੀ ਦਾ ਐਕਸੈਸ weight ਹੋ ਜਾਂਦਾ ਹੈ। ਠੀਕ ਹੈ। ਆਮ ਤੌਰ ਤੇ ਆਪਾਂ ਇਹ ਵੀ ਸੁਣਦੇ ਆਏ ਆ, ਹੁਣ ਪਤਾ ਨਹੀਂ ਕਿੰਨੀ ਸੱਚਾਈ ਹੈ, ਕਿ ਜਿਹੜਾ ਬੰਦਾ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਹੈਗਾ, ਜਿਹਦੇ ਉੱਤੇ ਬਹੁਤ ਜ਼ਿਆਦਾ ਬਰਡਨ ਪਿਆ ਹੁੰਦਾ ਕੰਮ ਕਰਦਾ, ਤੇ ਉਹ ਵੀ ਬੰਦਾ ਜਿਹੜਾ ਹੈ ਮੋਟਾਪੇ ਦਾ ਸ਼ਿਕਾਰ ਹੋ ਜਾਂਦਾ। ਤੁਹਾਨੂੰ ਲੱਗਦਾ ਕਿ ਇਹ ਵੀ ਇੱਕ ਸਮੱਸਿਆ ਹੈ ਕਿ ਮੋਟੇ ਹੋ ਜਾਣ ਦੀ? ਇਹ ਇੱਕ ਟ੍ਰਿਗਰ ਫੈਕਟਰ ਹੋ ਸਕਦਾ ਹੈ, ਕਿਉਂਕਿ ਅਗਰ ਸਟ੍ਰੈਸ ਬੋਡੀ ਵਿੱਚ ਬਣਿਆ ਰਹੇਗਾ ਤੇ ਉਹਦੇ ਨਾਲ ਹੋਏਗਾ ਕਿ ਜਿਹੜੇ ਸਟ੍ਰੈਸ ਦੇ ਵੇਲੇ ਬੋਡੀ ਨੂੰ ਹਾਰਮੋਨ ਸਿਕ੍ਰੀਟ ਕਰਨੇ ਨੇ, ਜਿਸ ਤਰ੍ਹਾਂ ਬੋਡੀ ਨੂੰ ਪ੍ਰਿਪੇਅਰ ਕਰਨਾ ਹੈ, ਉਹ ਜਿਹੜੀ ਕੰਡੀਸ਼ਨ ਹੈ ਉਹ ਹਰ ਟਾਈਮ ਬਣੀ ਰਹੇਗੀ। ਲਾਈਕ ਕਦੀ ਬੋਡੀ ਨੂੰ ਸਟ੍ਰੈਸ ਹੁੰਦਾ ਹੈ ਤੇ ਬੋਡੀ ਉਸ ਨੂੰ ਰਿਐਕਟ ਕਰਦੀ ਹੈ, ਹਾਰਮੋਨ ਉਸ ਤਰ੍ਹਾਂ ਸਿਕ੍ਰੀਟ ਕਰਦੀ ਹੈ। ਜੇ ਬੰਦਾ ਲੰਬੇ ਟਾਈਮ ਤੱਕ ਅੰਦਰ ਸਟ੍ਰੈਸ ਕੰਮ ਕਰਦਾ ਰਹੇ ਤੇ ਉਹਦੇ ਨਾਲ ਹਾਰਮੋਨਲ ਇੰਬੈਲੈਂਸ ਤੇ ਥੋੜਾ ਕੈਮੀਕਲ ਸਟਰਕਚਰ ਜਿਹੜਾ ਹੈਗਾ ਬੋਡੀ ਦਾ ਉਹ ਵਿਗੜ ਸਕਦਾ ਅੰਦਰੋਂ, ਤੇ ਉਹਦੇ ਨਾਲ ਫਿਰ ਫਿਜ਼ੀਓਲੋਜੀਕਲ ਤੇ ਸਾਈਕੋਲੋਜੀਕਲ ਪ੍ਰੋਬਲਮਸ ਆਉਂਦੀਆਂ ਨੇ ਐਜ਼ ਅ ਰਿਜ਼ਲਟ। ਜੇ ਆਪਾਂ ਹਾਰਮੋਨਸ ਦੀ ਗੱਲ ਕਰੀਏ ਤੇ ਅਗਰ ਥਾਈਰੋਇਡ ਦਾ ਹਾਰਮੋਨ ਇੰਬੈਲੈਂਸ ਥੋੜਾ ਜਿਹਾ ਹੋ ਜਾਏ ਤੇ ਉਸ ਦੇ ਨਾਲ ਕੀ ਹੋ ਸਕਦਾ ਹੈ ਕਿ ਕਿਸੇ ਦਾ weight ਅਚਾਨਕ ਹੀ ਕਾਫੀ ਜ਼ਿਆਦਾ ਵੱਧ ਸਕਦਾ ਹੈ ਜਾਂ ਕਾਫੀ ਜ਼ਿਆਦਾ ਘਟ ਸਕਦਾ ਹੈ। ਤੇ ਤੁਸੀਂ ਦੇਖਿਆ ਹੋਣਾ ਕਿ ਥਾਈਰੋਇਡ ਦੇ ਜਿਹੜੇ ਪੇਸ਼ੈਂਟਸ ਹੁੰਦੇ ਨੇ ਮੋਸਟਲੀ ਉਹਨਾਂ ਦਾ weight ਕਾਫੀ ਜ਼ਿਆਦਾ ਹੁੰਦਾ ਹੈ। ਤੇ ਜੇ ਆਪਾਂ ਆਪਣਾ ਹਾਰਮੋਨਲ ਇੰਬੈਲੈਂਸ ਨੂੰ ਠੀਕ ਕਰ ਲਈਏ ਤੇ ਉੱਥੇ ਵੀ ਗੱਲ ਉਹੀ ਆ ਜਾਂਦੀ ਹੈ ਕਿ ਟ੍ਰਿਗਰ ਫੈਕਟਰਸ ਨੇ। ਸਟ੍ਰੈਸ ਆਪਣੇ ਆਪ ਵਿੱਚ ਕੋਈ ਜਿੱਦਾਂ ਇੰਡੀਪੈਂਡੈਂਟ ਫੈਕਟਰ ਨਹੀਂ ਹੈਗਾ, ਬਟ ਜਿਹੜੇ ਟੌਕਸਿਨਸ ਨੇ, ਡਾਈਟ ਐਂਡ ਲਾਈਫਸਟਾਈਲ ਹੈ, ਇਹ ਬਹੁਤ ਵੱਡਾ ਫੈਕਟਰ ਹੈਗਾ। ਸੋ ਜੇ ਆਪਾਂ ਇਸ ਨੂੰ ਠੀਕ ਕਰ ਲਈਏ, ਹਾਰਮੋਨਲ ਇੰਬੈਲੈਂਸ ਠੀਕ ਹੋ ਜਾਏਗਾ, ਐਕਸੈਸ weight ਜਿਹੜਾ ਉਸ ਕਰਕੇ ਹੋ ਰਿਹਾ ਸੀ ਉਹ ਵੀ ਠੀਕ ਹੋ ਜਾਏਗਾ। ਤੇ ਬਾਕੀ ਜੇ ਹੁਣ ਆਪਾਂ ਆਪਣੀ ਕਮਿਊਨਿਟੀ ਦੀ ਗੱਲ ਕਰੀਏ ਤਾਂ ਸਾਡੀ ਕਮਿਊਨਿਟੀ ਦੇ ਵਿੱਚ ਵੀ ਅੱਜ ਇਹ ਚੀਜ਼ ਜਿਹੜੀ ਹੈ ਬੜੇ ਵੱਡੇ ਪੱਧਰ ਦੇ ਉੱਤੇ ਹਾਵੀ ਹੋ ਚੁੱਕੀ ਆ। ਕਈ ਤਾਂ ਛੋਟੀ ਉਮਰ ਦੇ ਵਿੱਚ ਹੀ ਜਿਹੜੇ ਬੱਚੇ ਨੇ ਉਹ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਆ। ਆਮ ਤੌਰ ਤੇ ਆਪਾਂ ਦੇਖਦੇ ਆ ਵੀ ਕੋਈ ਬੱਚਾ ਘਰ ਦੇ ਵਿੱਚ ਕੋਈ ਮੋਟਾ ਹੋਵੇ, ਜਿਹਦਾ ਵਿਆਹ ਹੋਣ ਵਾਲਾ ਹੋਵੇ, ਵਿਆਹ ਦੀ ਉਮਰ ਹੋ ਜਾਏ, ਤੇ ਉਹਦਾ ਫਿਰ ਉਹ ਵਿਆਹ ਨਹੀਂ ਹੁੰਦਾ। ਮਤਲਬ ਕਿ ਦੂਸਰਾ ਪਰਿਵਾਰ ਜਿਹੜਾ ਉਹ ਪਸੰਦ ਨਹੀਂ ਕਰਦਾ ਵੀ ਭਾਈ ਇਹ ਮੁੰਡਾ ਜਿਹੜਾ ਹੈ ਇਹ ਤੁਹਾਡਾ ਬਹੁਤ ਮੋਟਾ ਹੈ, ਤੇ ਜਾਂ ਫਿਰ ਕੁੜੀ ਕਹਿ ਰਹੀ ਹੈ ਵੀ ਇਹ ਬਹੁਤ ਮੋਟੀ ਹੈਗੀ, ਇਹਦਾ ਵਿਆਹ ਨਹੀਂ ਹੋ ਸਕਦਾ। ਸੋ ਆਪਾਂ ਇਹ ਦੇਖਦੇ ਹਾਂ ਵੀ ਜਵਾਨ ਬੱਚਿਆਂ ਦੇ ਵਿੱਚ ਵੀ ਇਹ ਚੀਜ਼ ਜਿਹੜੀ ਹੈ ਉਹ ਆ ਰਹੀ ਹੈ। ਇਹਦਾ ਤੁਸੀਂ ਕੀ ਕਾਰਨ ਮੰਨਦੇ ਹੋ ਕਿ ਸੇਮ ਪ੍ਰੋਬਲਮ ਤੁਸੀਂ ਕਹਿੰਦੇ ਹੋ ਕਿ ਬਾਕੀ ਟੌਕਸਿਨਸ ਜਿਹੜੇ ਬਾਹਰ ਨਹੀਂ ਨਿਕਲਦੇ, ਯਾਨੀ ਕਿ ਫਾਸਟ ਫੂਡ ਵਗੈਰਾ ਜੋ ਵੀ ਹੈ, ਇਹ ਵੀ ਜਵਾਨ ਲੋਕਾਂ ਦੇ ਵਿੱਚ ਵੀ ਇਹੀ ਸਾਰੀ ਜਿਹੜੀ ਸੇਮ ਪ੍ਰੋਬਲਮ ਹੈਗੀ ਹੈ? ਜੀ ਬਿਲਕੁਲ, ਕਾਜ਼ ਸੇਮ ਰਹੇਗਾ ਕਿਉਂਕਿ ਟੌਕਸਿਨਸ ਹੀ ਹੈਗੇ ਤੇ ਬੱਚਿਆਂ ਦਾ ਲਾਈਫਸਟਾਈਲ ਵੀ ਉਸੇ ਤਰ੍ਹਾਂ ਬਣ ਚੁੱਕਿਆ ਜਿੱਦਾਂ ਕਿਉਂਕਿ ਬੱਚੇ ਉਹ ਖਾਣਗੇ ਨਾ ਜਿਹੜਾ ਉਹਦੇ ਪੇਰੈਂਟਸ ਖਾਂਦੇ ਆ, ਕਿਉਂਕਿ ਸਾਨੂੰ ਵੀ ਚਸਕੇ ਲੱਗੇ ਹੋਏ ਆ ਮੈਗੀ ਖਾਣ ਦੇ, 버ਗਰ ਖਾਣ ਦੇ, ਤੇ ਬੱਚੇ ਵੀ ਫਿਰ ਉਹੀ ਚੀਜ਼ਾਂ ਲਾਈਕ ਕਰਨਾ ਸ਼ੁਰੂ ਕਰ ਦਿੰਦੇ ਆ। ਪਲੱਸ ਜੇ ਆਪਾਂ ਆਪਣੇ ਆਪ ਨੂੰ ਵੱਡੇ ਹੋ ਕੇ ਆਪਣੇ ਆਪ ਨੂੰ ਕੰਟਰੋਲ ਕਰ ਵੀ ਲਈਏ, ਪਰ ਬੱਚੇ ਆਪਣੇ ਸਰਕਲ ਵਿੱਚ ਦੇਖਦੇ ਆ ਕਿ ਜਦ ਪਾਰਟੀ ਹੁੰਦੀ ਹੈ, ਸੈਲੀਬ੍ਰੇਸ਼ਨ ਹੁੰਦੀ ਹੈ, ਉਹਦੇ ਫਰੈਂਡ ਸਕੂਲ ਵਿੱਚ ਕੀ ਲੈ ਕੇ ਆਉਂਦੇ ਆ ਤੇ ਸਾਰੇ ਫਾਸਟ ਫੂਡ ਰੈਸਟੋਰੈਂਟਸ ਦੀ ਤਰਫ ਭੱਜਦੇ ਆ। ਫਿਰ ਇਹਨੂੰ ਦੇਖਾ ਦੇਖੀ ਵਿੱਚ ਬੰਦਾ ਉਸੇ ਤਰ੍ਹਾਂ ਦਾ ਆਪਣਾ ਟੇਸਟ ਵਿੱਚ ਆਪਣੇ ਲਾਈਫ ਨੂੰ ਰੱਖ ਲੈਂਦਾ ਹੈ ਤੇ ਐਜ਼ ਅ ਰਿਜ਼ਲਟ ਉਹ ਟੇਸਟ ਦੇ ਚੱਕਰ ਵਿੱਚ ਸਾਡੀ ਬੋਡੀ ਵਿੱਚ ਕੈਮੀਕਲ ਇਕੱਠੇ ਹੁੰਦੇ ਆ ਤੇ ਅਸੀਂ ਬਿਮਾਰ ਹੋਣੇ ਸ਼ੁਰੂ ਹੋ ਜਾਂਦੇ ਆ। ਠੀਕ ਹੈ, ਠੀਕ ਹੈ। ਹੁਣ ਆਪਾਂ ਗੱਲ ਕਰੀਏ ਇਹਦੇ ਨੁਕਸਾਨ ਬਾਰੇ। ਕਿੰਨੇ ਕੁ ਪ੍ਰਭਾਵ, ਸਾਈਡ ਇਫੈਕਟ ਜਿਹੜੇ ਹੈਗੇ ਮੋਟਾਪੇ ਦੇ, ਫੈਟ ਤੁਹਾਡੇ ਸਰੀਰ 'ਚ ਜਿਹੜੀ ਐਕਸਟਰਾ ਇਕੱਠੀ ਹੋ ਜਾਂਦੀ ਹੈ, ਕੀ ਇਹਦੇ ਨੁਕਸਾਨ ਹੁੰਦੇ ਨੇ? ਕਿਹੜੀਆਂ ਬਿਮਾਰੀਆਂ ਨੂੰ ਮੋਟਾਪਾ ਅੱਗਿਓਂ ਜਨਮ ਦਿੰਦਾ ਤੇ ਸਾਰਾ ਕੁਝ ਜੋ ਵੀ ਹੈ ਇਸ ਮੋਟਾਪੇ ਦੇ ਜਿੰਨੇ ਨੁਕਸਾਨ ਨੇ, ਕੀ ਤੁਹਾਨੂੰ ਲੱਗਦਾ ਕਿ ਇਹਦੇ ਫਾਇਦਾ ਵੀ ਹੁੰਦਾ ਇਹਦਾ? ਇਹ ਵੀ ਆਪਾਂ ਜ਼ਰੂਰ ਦੱਸੀਏ ਜੀ। ਫਾਇਦਾ ਇਹ ਹੋ ਸਕਦਾ ਹੈ ਕਿ ਲਾਈਕ ਕਿਸੇ ਨੂੰ ਡਰਾਉਣਾ ਹੋਵੇ ਜਾਂ ਥੋੜਾ ਭਾਰੀ ਭਰਕਮ ਲੱਗਣਾ ਹੋਵੇ ਤੇ ਫਾਇਦਾ ਤਾਂ ਇਹ ਹੋ ਸਕਦਾ ਆ। ਪਰ ਜੇ ਆਪਾਂ ਹੈਲਥ ਦੇ ਪੁਆਇੰਟ ਤੋਂ ਗੱਲ ਕਰੀਏ ਤੇ ਐਕਸੈਸ ਬੋਡੀ weight ਹੋਣਾ ਇਹ ਇੱਕ ਸਾਦਾ ਇਮਿਊਨਿਟੀ ਲੋ ਹੋਣ ਦਾ ਪੁਆਇੰਟ ਹੈਗਾ, ਕਿਉਂਕਿ ਜਿਵੇਂ ਮੈਂ ਗੱਲ ਕੀਤੀ ਸੀ 7 ਪੁਆਇੰਟਸ ਆਫ ਇਮਿਊਨਿਟੀ, ਤੇ ਉਹਦੇ ਵਿੱਚ ਐਕਸੈਸ weight ਹੋਣਾ, ਇੱਕ ਨਾਰਮਲ weight ਹੋਣਾ ਇੱਕ ਬਹੁਤ ਜ਼ਰੂਰੀ ਹੈ। ਸੋ ਮੈਂ ਪਹਿਲੇ ਉਹ 7 ਪੁਆਇੰਟਸ ਆਫ ਇਮਿਊਨਿਟੀ ਐਕਸਪਲੇਨ ਕਰ ਦਿੰਦਾ ਆਪ ਜੀ ਨੂੰ। ਸੋ ਇਹ ਜਿਹੜੇ ਪੁਆਇੰਟਸ ਹੁੰਦੇ ਨੇ ਇਹ ਡਿਸਾਈਡ ਕਰਦੇ ਆ ਆਪਾਂ ਕਿੰਨੇ ਕੁ ਹੈਲਦੀ ਹੈਗੇ ਆ ਤੇ ਕਿੰਨੇ ਕੁ ਆਪਾਂ ਡਿਜ਼ੀਜ਼ ਫ੍ਰੀ ਅੱਗੇ ਫਿਊਚਰ ਵਿੱਚ ਰਵਾਂਗੇ। ਸੋ ਪਹਿਲਾ ਜਿਹੜਾ ਪੁਆਇੰਟ ਹੁੰਦਾ ਹੈ ਉਹ ਹੁੰਦਾ ਹੈਗਾ ਕਿ ਬੋਵਲ ਮੂਵਮੈਂਟ, ਕਿ ਹਰ ਰੋਜ਼ ਸਵੇਰੇ ਸਾਡਾ ਪੇਟ ਜਿਹੜਾ ਹੈ ਉਹ ਸਾਫ਼ ਹੁੰਦਾ ਹੋਵੇ, ਚੰਗੀ ਤਰ੍ਹਾਂ ਕਬਜ਼ ਨਾ ਹੁੰਦੀ ਹੋਵੇ। ਤੇ ਦੇਖਣ ਨੂੰ ਆਉਂਦਾ ਹੈ ਕਿ ਜਿਨ੍ਹਾਂ ਨੂੰ ਕਬਜ਼ ਹੁੰਦਾ ਹੈ ਉਹਨਾਂ ਨੂੰ ਥੋੜੇ ਟਾਈਮ ਬਾਅਦ ਗੈਸ ਵੀ ਬਣਦੀ ਹੈ, ਫਿਰ ਥੋੜੇ ਟਾਈਮ ਬਾਅਦ ਐਸਿਡ ਰਿਫਲਕਸ ਹੁੰਦਾ ਹੈ ਤੇ ਛਾਤੀ ਵਿੱਚ ਦਰਦ ਹੋਣਾ ਸ਼ੁਰੂ ਹੁੰਦਾ ਹੈ। तो जिथे बॉडी में जिस एरिया में गैस जाती है उत्थे पेन होना शुरू हो जाता है, बैक में जाएगा तो बैक में पेन, सिर में जाएगा तो सिर में पेन, हेडेक होना शुरू हो जाएगा। सो ये जो बोवल मूवमेंट है, पेट का सवेरे साफ हो जाना, ये बहुत जरूरी है। ਤੇ ਇਹਦੇ ਵਾਸਤੇ ਸਾਨੂੰ ਆਪਣਾ ਡਾਈਟ ਐਂਡ ਲਾਈਫਸਟਾਈਲ ਦੇ ਆਪਾਂ ਅੱਗੇ ਗੱਲ ਕਰਾਂਗੇ, ਬਟ ਇੱਕ ਪੁਆਇੰਟ ਜਿਹੜਾ ਪੇਟ ਤੇ ਸਾਫ਼ ਹੋਣ ਵਾਸਤੇ ਮੈਂ ਸਪੈਸ਼ਲ ਕਹਿਣਾ ਚਾਹੁੰਦਾ ਸੀਗਾ ਕਿ ਜਿਹੜੀ ਸਾਡੀ ਇੰਗਲਿਸ਼ ਸੀਟਾਂ ਬਣ ਚੁੱਕੀਆਂ ਨੇ ਅੱਜਕੱਲ, ਮਾਡਰਨ ਸੀਟਸ ਜਿਹੜੀਆਂ ਹੈਗੀਆਂ ਨੇ, ਉਸ ਵਿੱਚ ਜਦੋਂ ਆਪਾਂ ਬੈਠ ਕੇ ਵਾਸ਼ਰੂਮ ਕਰਦੇ ਆ ਤੇ ਹੁੰਦਾ ਕੀ ਹੈ, ਉਹ ਜਿਹੜੀ ਸੀਟ ਦਾ ਪੋਸਚਰ ਹੈਗਾ ਉਹ ਨੈਚੁਰਲ ਡਿਫੈਕੇਸ਼ਨ ਪੋਸਚਰ ਨਹੀਂ ਹੈਗਾ ਕਿ ਜਿਸ ਤਰ੍ਹਾਂ ਸਾਨੂੰ ਬੋਡੀ ਨੂੰ ਅਲਾਈਨਮੈਂਟ ਚਾਹੀਦੀ ਹੁੰਦੀ ਹੈ 45 ਡਿਗਰੀ ਦੀ ਐਂਗਲ ਦੀ ਆਪਣੇ ਪ੍ਰੋਪਰਲੀ ਬੋਵਲ ਮੂਵਮੈਂਟ ਵਾਸਤੇ, ਉਹ ਜਿਹੜਾ ਇੰਡੀਅਨ ਸਟਾਈਲ ਦੇਸੀ ਸਟਾਈਲ ਸਾਡਾ ਹੁੰਦਾ ਹੈ, ਦੇਸੀ ਟਾਇਲਟ ਜਿਹੜੀ ਹੁੰਦੀ ਹੈ ਉਹਦੇ ਵਿੱਚ ਜਾਂ ਉਸ ਸਟਾਈਲ ਵਿੱਚ ਆਪਾਂ ਬੈਠ ਕੇ ਜਦ ਕਰਦੇ ਹਾਂ ਤੇ ਬੋਡੀ ਉਸ ਤਰ੍ਹਾਂ ਪ੍ਰੋਪਰ ਸ਼ੇਪ ਵਿੱਚ ਆ ਜਾਂਦੀ ਹੈ ਜਿਸ ਤਰ੍ਹਾਂ ਉਹ ਪ੍ਰੋਪਰਲੀ ਡਿਫਿਕੇਟ ਕਰ ਪਾਵੇ। ਜਦ ਆਪਾਂ ਇੰਗਲਿਸ਼ ਟਾਇਲਟਸ ਨੂੰ ਲਗਾਤਾਰ ਬਹੁਤ ਟਾਈਮ ਤੱਕ ਯੂਜ਼ ਕਰਦੇ ਹਾਂ ਤੇ ਕਦੀ ਵੀ ਸਾਡਾ ਪੇਟ ਪ੍ਰੋਪਰਲੀ ਸਾਫ਼ ਨਹੀਂ ਹੋ ਪਾਉਂਦਾ, ਕਬਜ਼ ਬਣਦੀਆਂ ਨੇ ਤੇ ਜਿਹਦੇ ਕਰਕੇ ਅੱਗੇ ਪ੍ਰੋਬਲਮ ਸ਼ੁਰੂ ਹੋ ਸਕਦੀ ਹੈ। ਸੋ ਮੈਂ ਸਾਰਿਆਂ ਨੂੰ ਇਹੀ ਕਹਿੰਦਾ ਕਿ ਸਵੇਰੇ ਉੱਠ ਕੇ ਮੱਲ ਆਸਨ ਵਿੱਚ ਬੈਠਣਾ ਚਾਹੀਦਾ, ਉਸ ਪੋਸਚਰ ਵਿੱਚ
ਜਿਹੜਾ ਇੰਗਲਿਸ਼ ਸੌਰੀ ਆਪਣਾ ਦੇਸੀ ਸਟਾਈਲ ਹੈਗਾ ਵਾਸ਼ਰੂਮ ਕਰਨ ਦਾ, ਤੇ ਉਹਦੇ ਵਿੱਚ ਹੀ ਆਪਾਂ ਨੂੰ ਡਿਫਿਕੇਸ਼ਨ ਕਰਨੀ ਚਾਹੀਦੀ ਹੈ। ਇੱਥੇ ਮੈਂ ਇਹ ਸਵਾਲ ਮੇਰੇ ਮਨ ਚ ਆਈ ਦਾ ਕਿ ਜਿਹੜੇ ਹੁਣ ਕੈਨੇਡਾ, ਅਮਰੀਕਾ, ਇੰਗਲੈਂਡ ਦੇ ਵਿੱਚ ਰਹਿੰਦੇ ਨੇ ਤੇ ਉਹ ਪੁਰਾਣੇ ਦੇਸੀ ਸਟਾਈਲ ਦੇ ਵਿੱਚ ਕਿਵੇਂ ਇਹ ਜਿਹੜਾ ਸਵੇਰ ਵਾਲਾ ਕੰਮ ਜਿਹੜਾ ਹੈਗਾ ਉਹ ਕਰਨਗੇ, ਉਹਦੇ ਬਾਰੇ ਵੀ ਦੱਸੋ ਸਾਨੂੰ, ਕਿਉਂਕਿ ਸਾਰਿਆਂ ਦੇ ਘਰਾਂ ਵਿੱਚ ਇੰਗਲਿਸ਼ ਸੀਟ ਲੱਗ ਚੁੱਕੀ ਹੈ, ਉਹ ਚੀਜ਼ ਬਣ ਗਈ ਹੈ ਜਿਹੜੀ ਤੁਸੀਂ ਕਹਿ ਰਹੇ ਹੋ। ਸੋ ਉਸ ਕੇਸ ਵਿੱਚ ਥੋੜੀ ਜਿਹੀ ਐਡਜਸਟਮੈਂਟ ਕਰਨੀ ਪੈਂਦੀ, ਆਪਣੇ ਪੈਰਾਂ ਦੇ ਥੱਲੇ ਆਪਾਂ ਨੂੰ ਸਟੂਲ ਰੱਖਣਾ ਪੈਣਾ ਜਿਹਦੇ ਨਾਲ ਸਾਡਾ ਪੈਰ ਉੱਤੇ ਹੋ ਜਾਣ ਤੇ ਆਪਣਾ ਪੋਸਚਰ ਉਸ ਤਰ੍ਹਾਂ ਬਣ ਜਾਵੇ। ਤੇ ਜੇ ਤੁਸੀਂ ਪ੍ਰੋਪਰ ਦੇਸੀ ਬਣਨਾ ਤਾਂ ਤੁਸੀਂ ਸੀਟ ਦੇ ਉੱਤੇ ਬਹਿ ਵੀ ਸਕਦੇ ਹੋ। ਬਾਅਦ ਵਿੱਚ ਕੋਈ ਹੋਰ ਨਵਾਂ ਹੀ ਕੋਈ ਉੱਥੇ ਪੰਗਾ ਜਿਹੜਾ ਸਹੇੜਿਆ ਜਾਵੇ, ਉਹਦੇ ਨਾਲ ਦੂਰ ਵਾਲਾ ਜਿਹੜਾ ਤਰੀਕਾ ਸਹੀ ਹੈ। ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਆਪਾਂ ਮਤਲਬ ਕਿ ਉਹ ਚੀਜ਼ ਜਿਹੜੀ ਪੁਰਾਣੀ ਆਪਾਂ ਹੈ ਉਹਨੂੰ ਦੁਬਾਰਾ ਲਿਆ ਸਕਦੇ ਆ, ਮਤਲਬ ਕਿ ਪੈਰਾਂ ਥੱਲੇ ਸਟੂਲ ਰੱਖ ਲਓ ਜਿਹਨਾਂ ਨਾਲ ਤੁਹਾਡੇ ਪੈਰ ਉੱਚੇ ਹੋ ਜਾਣ, ਯਾਨੀ ਕਿ ਲੱਤਾਂ ਉੱਚੀਆਂ ਹੋ ਜਾਣ, ਤਾਂ ਤੁਹਾਡੀ ਉਹ ਪੋਜੀਸ਼ਨ ਬਣ ਜਾਂਦੀ ਹੈ। ਹਾਂਜੀ, ਤੇ ਦੂਜਾ ਪੁਆਇੰਟ ਜਿਹੜਾ ਹੈਗਾ ਕਿ ਸਾਡੀ ਸਕਿਨ ਜਿਹੜੀ ਆ ਉਹ ਕਲੀਅਰ ਰਹਿਣੀ ਚਾਹੀਦੀ ਹੈ, ਮਤਲਬ ਸਾਡੇ ਸਕਿਨ ਤੇ ਕਦੀ ਕਿਤੇ ਰੈਸ਼ ਹੋ ਗਿਆ, ਕਦੀ ਕਿਤੇ ਪਿੰਪਲਸ ਆ ਗਏ, ਕਿਤੇ ਐਗਜ਼ੀਮਾ ਹੋ ਗਿਆ, ਕਿਤੇ ਸੋਰਾਇਸਿਸ ਹੋ ਗਿਆ। ਅਗਰ ਇਸ ਤਰ੍ਹਾਂ ਦੀ ਚੀਜ਼ਾਂ ਹੋ ਰਹੀਆਂ ਨੇ ਦੈਟ ਮੀਨਸ ਕਿ ਕਿਤੇ ਨਾ ਕਿਤੇ ਸਾਡੇ ਬੋਡੀ ਵਿੱਚ ਟੌਕਸਿਨਸ ਬਹੁਤ ਜ਼ਿਆਦਾ ਇਕੱਠੇ ਹੈਗੇ ਤੇ ਐਜ਼ ਅ ਰਿਜ਼ਲਟ ਉਹ ਸਕਿਨ ਦੇ ਉੱਤੇ ਰਿਫਲੈਕਟ ਕਰ ਰਿਹਾ ਹੈ। ਐਗਜ਼ੀਮਾ ਹੋ ਜਾਣਾ, ਸੋਰਾਇਸਿਸ ਹੋ ਜਾਣਾ, ਬਹੁਤ ਸਾਰੇ ਪਿੰਪਲਸ ਹੋ ਜਾਣਾ ਜਾਂ ਸਕਿਨ ਤੇ ਰੈਸ਼ਸ ਹੋ ਜਾਣਾ, ਇਹ ਆਪਣੇ ਆਪ ਵਿੱਚ ਬਿਮਾਰੀ ਨਹੀਂ ਹੈਗੀ, ਇਹ ਤਾਂ ਸਿੰਪਟਮਸ ਨੇ, ਇੰਡੀਕੇਸ਼ਨ ਨੇ ਕਿ ਤੁਹਾਡੀ ਬੋਡੀ ਦੇ ਅੰਦਰ ਬਿਮਾਰੀ ਹੈ, ਖੂਨ ਵਿੱਚ ਗੰਦਗੀ ਭਰੀ ਹੋਈ ਹੈ। ਖੂਨ ਨੂੰ ਸਾਫ਼ ਕਰ ਲਓ, ਅੰਦਰੋਂ ਸਾਫ਼ ਕਰ ਲੋਗੇ ਤੇ ਬਾਹਰੋਂ ਵੀ ਆਪਣੇ ਆਪ ਸਰੀਰ ਸਾਫ਼ ਦਿਖਣਾ ਸ਼ੁਰੂ ਹੋ ਜਾਏਗਾ। ਤੇ ਫਿਰ ਅਗਲਾ ਪੁਆਇੰਟ ਜਿਹੜਾ ਆਉਂਦਾ ਹੈ ਉਹ ਹੈ ਹੈਲਦੀ ਵੇਟ, ਕਿ ਸਾਡੀ ਬੋਡੀ ਦਾ ਜਿਹੜਾ ਵੇਟ ਹੈ ਉਹ ਆਪਟੀਮਮ ਹੋਣਾ ਚਾਹੀਦਾ, ਜਿੰਨੀ ਸਾਨੂੰ ਲੋੜ ਹੈਗੀ ਉਨਾ ਹੀ ਵੇਟ ਹੋਵੇ, ਜ਼ਿਆਦਾ ਨਾ ਹੋਵੇ। ਤੇ ਮੈਂ ਜਿਵੇਂ ਦੱਸਿਆ ਸੀ ਜ਼ਿਆਦਾ ਵੇਟ ਦਾ ਪਤਾ ਕਿਵੇਂ ਚੱਲੂਗਾ ਕਿ ਵੇਟ ਜ਼ਿਆਦਾ ਹੈਗਾ ਕਿ ਘੱਟ ਹੈਗਾ, ਬਿਲਕੁਲ ਉਹ ਪਤਾ ਏਦਾਂ ਚੱਲੂਗਾ ਕਿ ਸਾਡੀ ਬੋਡੀ ਵਿੱਚ એનર્ਜੀ ਹਾਈ ਰਹੇਗੀ, ਹਰ ਵੇਲੇ ਸਾਨੂੰ એનર્ਜੀ ਹਾਈ ਰਹੇਗੀ, ਕਦੀ ਵੀ ਥੱਕਾ ਨਹੀਂ ਲੱਗੇਗਾ, ਕਦੀ ਵੀ ਸਾਡਾ ਮੂਡ ਜਿਹੜਾ ਹੋਏਗਾ ਇਸ ਤਰ੍ਹਾਂ ਨਹੀਂ ਹੋਏਗਾ ਕਿ ਲੇਜ਼ੀ ਹੋ ਜਾਈਏ, ਆਪਾਂ ਕੰਮ ਕਰਨਾ ਛੱਡ ਦਈਏ, ਤੇ ਹਰ ਵੇਲੇ ਹਰ ਕੰਮ ਵਿੱਚ ਕਰਨ ਦਾ ਮਨ ਲੱਗਦਾ ਰਹੇਗਾ ਤੇ એનર્ਜੀ ਜਿਹੜੀ ਹੋਵੇਗੀ ਉਹ ਸੁਫੁਰਤੀ ਸਾਡੇ ਅੰਦਰ ਬਣੀ ਰਹੇਗੀ। ਸੋ ਜੇ ਇਸ ਤਰ੍ਹਾਂ ਦੀ ਕੰਡੀਸ਼ਨ ਹੈ ਦੈਟ ਮੀਨਸ ਕਿ ਸਾਡਾ weight ਕਿੰਨਾ ਵੀ ਹੋਵੇ, ਚਾਹੇ 80 ਹੋਵੇ ਜਾਂ 100 ਹੋਵੇ ਜਾਂ 60 ਹੋਵੇ, ਅਸੀਂ ਚੰਗੇ ਭਲੇ ਹੈਗੇ ਆ ਜੇ ਇਹ ਇਮਿਊਨਿਟੀ ਦੇ ਪੁਆਇੰਟਸ ਮੈਚ ਕਰਦੇ ਪਏ ਆ। ਹਾਈ એનર્ਜੀ ਸਾਡੇ ਵਿੱਚ ਹੋਵੇ, ਸਾਡੇ ਬੋਵਲ ਮੂਵਮੈਂਟ ਹੁੰਦੀ ਹੋਵੇ, ਸਕਿਨ ਸਾਡੀ ਕਲੀਅਰ ਹੋਵੇ, ਉਸ ਤੋਂ ਇਲਾਵਾ ਸਾਨੂੰ ਭੁੱਖ ਲੱਗਣੀ ਚਾਹੀਦੀ ਹੈ। ਭੁੱਖ ਯਾਨੀ ਕਿ ਫੋਰ ਐਗਜ਼ਾਮਪਲ ਆਪਾਂ ਉੱਠੇ ਤੇ ਉੱਠਣ ਤੋਂ ਬਾਅਦ ਸਵੇਰੇ ਜਾਂ ਦੁਪਹਿਰੀ ਕਿਸੇ ਨਾ ਵੇਲੇ ਤੁਹਾਨੂੰ ਜ਼ੋਰ ਦੀ ਭੁੱਖ ਲੱਗਣੀ ਚਾਹੀਦੀ ਹੈ ਕਿ ਹੁਣ ਆਪਾਂ ਨੂੰ ਪ੍ਰਸ਼ਾਦਾ ਛਕਣਾ ਹੀ ਛਕਣਾ ਹੈ। ਇਸ ਤਰ੍ਹਾਂ ਇੱਕ ਵਾਰੀ ਸ਼ਾਮ ਨੂੰ ਲੱਗਣੀ ਚਾਹੀਦੀ ਹੈ, ਦਿਨ ਵਿੱਚ 2 ਵਾਰੀ ਭੁੱਖ ਤਾਂ ਘੱਟੋ ਘੱਟ ਤੁਹਾਨੂੰ ਲੱਗਣੀ ਚਾਹੀਦੀ ਹੈ ਵਧੀਆ ਤਰੀਕੇ ਨਾਲ। ਅਕਸਰ ਦੇਖਣ ਨੂੰ ਕੀ ਆ ਰਿਹਾ, ਅੱਜ ਕੱਲ੍ਹ ਲੋਕਾਂ ਨੂੰ ਭੁੱਖ ਨਹੀਂ ਲੱਗਦੀ, ਉਹ ਜਿਵੇਂ ਕੁਝ ਅੱਗੇ ਪਿਆ ਹੋਇਆ ਦੇਖਿਆ ਉਹ ਖਾ ਲੈਂਦੇ ਆ, ਬਿਨਾਂ ਭੁੱਖ ਤੋਂ ਹੀ ਖਾਈ ਜਾਂਦੇ ਆ। ਅਸਲ ਵਿੱਚ ਉਹਨਾਂ ਨੂੰ ਭੁੱਖ ਜਿਹੜੀ ਸੀ ਅਸਲੀ ਵਾਲੀ ਉਹ ਮਹਿਸੂਸ ਨਹੀਂ ਹੋਈ ਸੀਗੀ। ਸੋ ਭੁੱਖ ਲੱਗਣਾ, ਐਪੇਟਾਈਟ ਹੋਣਾ, ਇਹ ਵੀ ਇੱਕ ਇਮਿਊਨਿਟੀ ਦਾ ਪੁਆਇੰਟ ਹੈ। ਫਿਰ ਇੱਕ ਪੁਆਇੰਟ ਸਾਡਾ ਹੈਗਾ ਪੇਨ ਫ੍ਰੀ ਹੋਣਾ, ਯਾਨੀ ਬੋਡੀ ਵਿੱਚ ਕੋਈ ਪੇਨ ਨਾ ਹੋਵੇ, ਕਦੀ ਗੋਡਿਆਂ ਵਿੱਚ ਦਰਦ ਹੋ ਰਿਹਾ, ਕਦੀ ਸਿਰ ਵਿੱਚ ਦਰਦ ਹੋ ਰਿਹਾ, ਕਦੀ ਕਮਰ ਵਿੱਚ ਦਰਦ ਹੋ ਰਿਹਾ, ਇਸ ਤਰ੍ਹਾਂ ਦੇ ਦਰਦ ਨਹੀਂ ਹੋਣੇ ਚਾਹੀਦੇ ਹੈ। ਜਿਸ ਤਰ੍ਹਾਂ ਦੇ ਦਰਦ ਹੈ ਦੈਟ ਮੀਨਸ ਕਿ ਕਿਤੇ ਨਾ ਕਿਤੇ ਟੌਕਸਿਨਸ ਹੈਗੇ, ਬੋਡੀ ਵਿੱਚ ਇਨਫਲੇਮੇਸ਼ਨ ਹੈਗੀ, ਅੰਦਰੂਨੀ ਘਾਵ ਨੇ ਜਿਨ੍ਹਾਂ ਨੂੰ ਆਪਾਂ ਨੂੰ ਠੀਕ ਕਰਨ ਦੀ ਲੋੜ ਹੈ। ਫਿਰ ਆਪਾਂ ਗੱਲ ਕਰੀਏ ਸਲੀਪ ਬਾਰੇ, ਨੀਂਦ ਚੰਗੀ ਆਉਣਾ, ਰਾਤ ਨੂੰ ਚੰਗੀ ਤਰ੍ਹਾਂ ਆਪਾਂ ਸੋ ਸਕੀਏ, 5 ਮਿੰਟ ਬਾਅਦ ਜਿੱਦਾਂ ਆਪਾਂ ਲੇਟਣ ਲੱਗੇ ਲੇਟਦੇ ਸਾਰ ਸਾਨੂੰ 5-10 ਮਿੰਟ ਵਿੱਚ ਨੀਂਦ ਆ ਜਾਵੇ, ਇਹ ਵਧੀਆ ਨਿਸ਼ਾਨੀ ਹੈ। ਤੇ 5-6 ਘੰਟੇ ਬਿਨਾਂ ਇੰਟਰਪਟਡ ਆਪਾਂ ਸੋ ਸਕੀਏ, ਬਿਨਾਂ ਵਾਸ਼ਰੂਮ ਵਾਸਤੇ ਉੱਠੇ ਤੇ ਚੰਗੀ ਤਰ੍ਹਾਂ, ਇਹ ਇੱਕ ਨਿਸ਼ਾਨੀ ਹੈਗੀ। ਲੇਕਿਨ ਅੱਜ ਕੱਲ ਕੀ ਹੈ ਦੇਖਣ ਨੂੰ ਆ ਰਿਹਾ, ਕਈ ਲੋਕੀ ਰਾਤ ਨੂੰ ਸੌਣ ਜਾਂਦੇ ਆ ਤੇ ਨੀਂਦ ਆਉਂਦੀ ਹੀ ਨਹੀਂ, ਬਹੁਤ ਦੇਰ ਤੱਕ ਸੋਚਦੇ ਰਹਿੰਦੇ ਆ ਕੁਛ ਨਾ ਕੁਛ, ਤਾਂ ਇਹ ਚੰਗੀ ਨਿਸ਼ਾਨੀ ਨਹੀਂ ਹੈਗੀ ਆ। ਤੇ ਇਹ 7 ਪੁਆਇੰਟ ਜਿਹੜੇ ਮੈਂ ਦੱਸੇ, ਇਸ ਤੋਂ ਇਲਾਵਾ ਇੱਕ ਐਡੀਸ਼ਨਲ ਪੁਆਇੰਟ ਹੈਗਾ 8 ਪੁਆਇੰਟ, ਉਹ ਹੈ ਪੋਜ਼ਿਟਿਵ ਥਿੰਕਿੰਗ। ਇਹ ਸਾਰਾ ਕੁਝ ਹੋਣ ਤੋਂ ਬਾਅਦ ਵੀ ਅਗਰ ਆਪਾਂ ਨੈਗੇਟਿਵ ਥਿੰਕਿੰਗ ਵਾਲੇ ਹੋਏ, ਹਰ ਵੇਲੇ ਨੈਗੇਟਿਵ ਥਾਟਸ ਚੱਲਦੇ ਰਹਿਣ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਨਾਲ, ਜੈਲਸੀ, ਦੂਜੇ ਨਾਲ ਜਲਨ ਹੋਣੀ, ਸਾਡੇ ਅੰਦਰ ਨਫ਼ਰਤ ਭਰੀ ਹੋਣੀ, ਇਹ ਸਾਰੀ ਚੀਜ਼ਾਂ ਹੋਣੀਆਂ, ਦੈਟ ਮੀਨਸ ਕਿ ਆਪਾਂ ਕਿਤੇ ਨਾ ਕਿਤੇ ਸਰੀਰ ਕਰਕੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੈਗੇ ਆ, ਕਿਉਂਕਿ ਜੇ ਸਾਡੇ ਅੰਦਰ ਟੌਕਸਿਨਸ ਨੇ, ਮਾਈਂਡ ਵਿੱਚ ਟੌਕਸਿਨਸ ਨੇ, ਤੇ ਕਿਤੇ ਨਾ ਕਿਤੇ ਬਿਮਾਰੀਆਂ ਦਾ ਰੂਪ ਅੱਗੇ ਧਾਰਨ ਕਰਨਗੇ ਹੀ ਕਰਨਗੇ। ਕਿਉਂਕਿ ਗੁਰਬਾਣੀ ਵਿੱਚ ਵੀ ਗੁਰੂ ਸਾਹਿਬ ਨੇ ਕਿਹਾ ਨਾ, ਕਾਮ, ਕ੍ਰੋਧ, ਕਾਇਆ ਕੋ ਗਾਲਿਆ, ਕਿ ਸਾਡੇ ਅੰਦਰ ਜੇ ਸੈਕਸੁਅਲ ਥਾਟਸ ਬਹੁਤ ਜ਼ਿਆਦਾ ਹੈਗੇ ਆ, ਸਾਡੇ ਅੰਦਰ ਗੁੱਸਾ ਬਹੁਤ ਜ਼ਿਆਦਾ ਹੈਗਾ, ਤੇ ਕਿਤੇ ਨਾ ਕਿਤੇ ਉਹ ਸਾਡੀ ਬੋਡੀ ਨੂੰ ਅੰਦਰੂਨੀ ਤਰੀਕੇ ਨਾਲ ਅੰਦਰੋਂ ਗਾਲ ਰਿਹਾ ਹੈ, ਕਮਜ਼ੋਰ ਕਰਦਾ ਪਿਆ ਹੈ, ਤੇ ਅਸੀਂ ਬਿਮਾਰੀ ਦੇ ਵੱਲ ਵੱਧ ਰਹੇ ਹਾਂ। ਸੋ ਇਹ 8 ਪੁਆਇੰਟਸ ਹੈਗੇ ਇਮਿਊਨਿਟੀ ਦੇ, ਜਿਹਦੇ ਵਿੱਚ ਆਪਾਂ ਇੱਕ ਗੱਲ ਕੀਤੀ ਵੇਟ ਦੀ, ਉਹ ਵੇਟ ਸਾਡਾ ਜਿਹੜਾ ਹੈਗਾ ਉਹ ਐਕਸੈਸ ਨਹੀਂ ਹੋਣਾ ਚਾਹੀਦਾ, ਤੇ ਵੇਟ ਵਿੱਚ ਵੀ ਸਪੈਸੀਫਿਕਲੀ ਫੈਟ ਜਿਹੜਾ ਐਕਸੈਸ ਬੋਡੀ ਵਿੱਚ ਲਟਕ ਹੈ, ਟੌਕਸਿਨਸ ਹੈ, ਉਹ ਨਹੀਂ ਹੋਣੇ ਚਾਹੀਦੇ। ਬੋਨਸ ਦਾ ਵੇਟ ਜ਼ਿਆਦਾ ਹੋਏਗਾ ਚੰਗੀ ਗੱਲ ਹੈ, ਮਸਲਸ ਦਾ ਵੇਟ ਜ਼ਿਆਦਾ ਹੋਏਗਾ ਚੰਗੀ ਗੱਲ ਹੈ, ਕਿਉਂਕਿ ਉਹੀ ਸਾਡੀ ਸਟਰੈਂਥ ਹੈ। ਸੋ ਲੇਕਿਨ ਜੇਕਰ ਫੈਟ ਹੀ, ਜਿਵੇਂ ਤੁਸੀਂ ਦੇਖੋ ਕਈ ਲੋਕੀ ਹੁੰਦੇ 80-100 ਕਿਲੋ ਦੇ ਹੁੰਦੇ ਆ, ਪਰ ਥੁਲਥੁਲੀ ਬੋਡੀ ਹੁੰਦੀ ਹੈ ਉਹਨਾਂ ਦੀ, ਬਹੁਤ ਚਰਬੀ ਚੁਰਬੀ ਲਟਕ ਰਹੀ ਹੁੰਦੀ ਹੈ, ਦੇਖਣ ਨੂੰ ਤਾਂ ਲੱਗਦੇ ਹੱਟੇ ਕੱਟੇ, ਪਰ ਅਸਲ ਵਿੱਚ ਜਾਨ ਨਹੀਂ ਹੁੰਦੀ। ਪਰ ਅਸਲ ਵਿੱਚ ਜਿੱਦਾਂ ਤੁਸੀਂ ਦੇਖੋ ਬਰੂਸਲੀ ਸੀਗਾ, ਹੈ ਨਾ, ਉਹ ਬਰੂਸਲੀ ਕਿੰਨਾ ਪਤਲਾ ਸੀਗਾ, ਲੇਕਿਨ ਉਹਦੇ ਅੰਦਰ ਜਾਨ ਇੰਨੀ ਸੀਗੀ ਕਿ ਖੜੇ ਖੜੇ ਮੁੱਕਾ ਮਾਰਦਾ ਬੰਦਾ ਦੂਰ ਦੂਰ ਤੱਕ ਚਲੇ ਜਾਂਦਾ ਸੀਗਾ। ਸੋ ਇਸ ਤਰ੍ਹਾਂ ਦੀ ਸਟਰੈਂਥ ਹੋਣੀ ਚਾਹੀਦੀ ਹੈ, ਬੋਡੀ weight ਨਾਰਮਲ ਹੋਣਾ ਚਾਹੀਦਾ ਹੈ। ਸੋ ਇਹ ਪੁਆਇੰਟਸ ਆਫ ਇਮਿਊਨਿਟੀ ਨੇ, ਜੇ ਇਸ ਤਰ੍ਹਾਂ ਦੇ ਆਪਣੇ ਸਾਰੇ ਪੁਆਇੰਟਸ ਮੈਚ ਕਰਦੇ ਆ ਦੈਟ ਮੀਨਸ ਆਪਾਂ ਹੈਲਦੀ ਹੈਗੇ, ਸਾਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਹੈਗੀ ਆ। ਤੇ ਜੇ ਇਹਨਾਂ ਵਿੱਚੋਂ ਇੱਕ ਵੀ ਪੁਆਇੰਟ ਜਾਂ 2 ਪੁਆਇੰਟ 3 ਪੁਆਇੰਟ ਕਮ ਘੱਟ ਹੈਗੇ ਦੈਟ ਮੀਨਸ ਕਿਤੇ ਨਾ ਕਿਤੇ ਸਾਡੀ ਬੋਡੀ ਵਿੱਚ ਟੌਕਸਿਨਸ ਹੈਗੇ, ਤੇ ਸਾਨੂੰ ਹੁਣੇ ਹੀ ਇਹਦਾ ਇਲਾਜ ਕਰ ਲੈਣਾ ਚਾਹੀਦਾ ਹੈ, ਤਾਂ ਕਿ ਅੱਗੇ ਜਾ ਕੇ ਵੱਡੀ ਬਿਮਾਰੀਆਂ ਦਾ ਰੂਪ ਨਾ ਧਾਰਨ ਕਰ ਲਵੇ। ਮੈਂ ਇੱਕ ਐਗਜ਼ਾਮਪਲ ਦਿੰਦਾ,
ਸਾਡੇ ਇੱਥੇ ਇੱਕ ਅੰਕਲ ਰਹਿੰਦੇ, ਉਹਨਾਂ ਦਾ weight ਲਗਭਗ 120 ਕਿਲੋ ਹੈਗਾ, ਤੇ ਉਹ ਉਹਨਾਂ ਦੀ ਪੂਰੀ ਤੋਂਦ ਪੂਰਾ ਉਹਨਾਂ ਦਾ ਪੂਰੀ ਬਾਹਰ ਆਉਂਦੀ ਹੈ, ਹਨਾ। ਸੋ ਹੁਣ ਚੱਕਰ ਕੀ ਹੈ ਕਿ ਉਹ ਐਕਸਰਸਾਈਜ਼ ਨਹੀਂ ਕਰਦੇ, ਇਹਨਾਂ ਦੀ ਡਾਈਟ ਵੀ ਉਹਨਾਂ ਦੀ ਚਟਪਟ, ਮਤਲਬ ਉਹ ਸਾਰੀ ਚਟੋਰਾਂ ਵਾਲੀ ਡਾਈਟ ਹੈਗੀ ਉਹਨਾਂ ਦੀ। ਸੋ ਐਜ਼ ਅ ਰਿਜ਼ਲਟ ਕੀ ਹੈ, ਉਹਨਾਂ ਨੂੰ ਤੋਂਦ ਆ ਗਈ ਹੈ। ਹੁਣ ਗੱਲ ਕਰੀਏ ਆਪਾਂ, ਮੈਂ ਪੁੱਛਿਆ ਕਿ ਅੰਕਲ ਤੁਹਾਨੂੰ ਸ਼ੂਗਰ ਤਾਂ ਨਹੀਂ, ਜਾਂ ਕੋਈ ਥਾਈਰੋਇਡ ਜਾਂ ਕੋਈ ਬੀਪੀ? ਕਹਿੰਦੇ ਨਹੀਂ, ਮੇਰਾ ਸਭ ਕੁਝ ਨਾਰਮਲ ਹੈ, ਕੋਈ ਵੀ ਤਕਲੀਫ ਨਹੀਂ ਹੈਗੀ। ਮੈਂ ਕਿਹਾ ਅੰਕਲ ਸਭ ਕੁਝ ਤਾਂ ਨਾਰਮਲ ਹੈ, ਪਰ ਜਿਹੜਾ ਤੁਹਾਡਾ ਢਿੱਡ ਲਟਕ ਰਿਹਾ ਹੈ, ਇਹ ਆਪਣੇ ਆਪ ਵਿੱਚ ਹੀ ਇੱਕ ਵੱਡਾ ਟਿਊਮਰ ਹੈਗਾ, ਤੇ ਇਹਨੂੰ ਅਗਰ ਠੀਕ ਨਹੀਂ ਕਰੋਗੇ ਤੇ ਅੱਗੇ ਜਾ ਕੇ ਇਹ ਟਿਊਮਰ ਜਿਹੜਾ ਹੈ, ਸਟ੍ਰੋਕ, ਜਿਹੜੇ ਟੌਕਸਿਨ ਅੰਦਰ ਹੈਗੇ ਉਹ ਬੋਡੀ ਦੇ ਕਿਸੇ ਹੋਰ ਆਰਗਨ ਵਿੱਚ ਜਾਣਗੇ ਤੇ ਉੱਥੇ ਜਾ ਕੇ ਵੱਡੀ ਬਿਮਾਰੀ ਆ ਸਕਦੀ ਹੈ। ਫਿਰ ਉਹ ਸਿੱਧਾ ਲਾਸਟ ਸਟੇਜ ਦੀ ਬਿਮਾਰੀ ਆਏਗੀ। ਫਿਰ ਉਹ ਇਦਾਂ ਫਿਰ ਤੁਸੀਂ ਕਹੋਗੇ ਕਿ ਮੈਨੂੰ ਤਾਂ ਸ਼ੂਗਰ ਵੀ ਨਹੀਂ ਸੀਗਾ, ਬੀਪੀ ਵੀ ਨਹੀਂ ਸੀਗਾ, ਕੋਈ ਬਿਮਾਰੀ ਨਹੀਂ ਸੀਗੀ, ਤੇ ਮੈਨੂੰ ਇਸ ਤਰ੍ਹਾਂ ਕਿਵੇਂ ਹੋ ਗਿਆ, ਹਨਾ। ਪਰ ਹੁਣੇ ਜਿਹੜਾ ਤੁਹਾਡਾ ਪੇਟ ਲਟਕ ਰਿਹਾ ਇੰਨਾ ਵੱਡਾ, ਜਿਹੜਾ 40 ਕਿਲੋ ਐਕਸਟਰਾ ਤੁਸੀਂ ਕੈਰੀ ਕਰਦੇ ਪਏ ਹੋ, ਇਹ ਵੀ ਤਾਂ ਇੱਕ ਆਪਣੇ ਆਪ ਵਿੱਚ ਬਿਮਾਰੀ ਹੈਗੀ ਨਾ। ਬਿਲਕੁਲ ਜੀ 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 ਜੀ, ਵਾਕਈ ਬਹੁਤ ਤੁਸੀਂ ਜਿਹੜੀ ਆ ਵੱਡੀ ਗੱਲ ਕਹੀ ਹੈ ਭਈ ਇੱਕ ਬਿਗ ਟਿਊਮਰ ਦੇ ਰੂਪ ਦੇ ਵਿੱਚ ਇਹ ਮੋਟਾਪਾ ਜਿਹੜਾ ਹੈ, ਤੁਹਾਡਾ ਪੇਟ ਜਿਹੜਾ ਉਹ ਲਟਕ ਰਿਹਾ ਹੁੰਦਾ। ਸੋ ਆਮ ਆਪਾਂ ਦੇਖਦੇ ਕਿ ਅੱਜ ਸਾਡੇ ਪੰਜਾਬ ਦੇ ਵਿੱਚ ਤਾਂ ਇੱਕ ਸਾਡੇ ਕਮਲਪ੍ਰੀਤ ਸਿੰਘ ਜੀ ਇਹ ਗੱਲ ਬਣੀ ਹੋਈ ਹੈ ਕਿ ਜਿਹੜੇ ਬੰਦੇ ਦਾ ਥੋੜਾ ਹੱਟਾ ਕੱਟਾ ਨਾ ਹੋਵੇ, ਪੇਟ ਥੋੜਾ ਬਾਹਰ ਨਾ ਆਇਆ ਹੋਵੇ, ਉਹ ਕਹਿੰਦੇ ਖਾਣੇ ਦੇ ਮੇਰੇ ਘਰ ਦਾ ਨਹੀਂ ਹੈ। ਤੇ ਆਮ ਜਦੋਂ ਘਰਾਂ ਦੇ ਵਿੱਚ ਦੇਖਦੇ ਆ, ਬਜ਼ੁਰਗਾਂ ਦੇ ਨਾਲ ਗੱਲਬਾਤ ਕਰਦੇ ਆ, ਮੁੰਡੇ ਨੇ ਭਾਵੇਂ ਜਿਮ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਪਤਲਾ ਕੀਤਾ ਹੋਵੇ, ਐਕਸਰਸਾਈਜ਼ ਦਿਨ ਰਾਤ ਲਾ ਕੇ, ਮਤਲਬ ਖੂਨ ਪਸੀਨਾ ਬਹਾਇਆ ਹੋਵੇ, ਤੇ ਘਰਦਿਆਂ ਦੇ ਸਾਹਮਣੇ ਜਦੋਂ ਜਾਣਾ ਤਾਂ ਉਹਨੇ ਕਹਿੰਦਾ ਮੁੰਡਾ ਮਾੜਾ ਹੋ ਗਿਆ। ਸੋ ਆ ਤੁਸੀਂ ਦੂਸਰੀ ਜਿਹੜੀ ਗੱਲ ਕਹੀ ਹੈ ਤੇ ਉਹ ਸੇਮ ਇਹਦੇ ਨਾਲ ਢੁੱਕ ਰਹੀ ਹੈ। ਹੁਣ ਪੰਜਾਬ 'ਚ ਇਹ ਚੀਜ਼ ਬਣ ਚੁੱਕੀ ਹੈ ਕਿ ਸਾਡੇ ਆਮ ਮਨਾਂ ਦੇ ਵਿੱਚ ਗੱਲ ਹੈਗੀ ਹੈ, ਸਾਰਿਆਂ ਦੇ, ਬਜ਼ੁਰਗਾਂ ਦੇ ਖਾਸ ਕਰਕੇ, ਵੀ ਮੁੰਡਾ ਜਾਂ ਕੁੜੀ ਜਿਹੜੇ ਹੱਟੇ ਕੱਟੇ ਤਾਂ ਹੀ ਨੇ ਜੇ ਥੋੜਾ ਮੋਟਾਪਾ ਜਿਹੜਾ ਹੈ ਸਰੀਰ ਨੂੰ ਦੇਖਣ ਨੂੰ ਲੱਗਦਾ। ਸੋ ਇਹ ਕਿੱਥੋਂ ਤੱਕ ਉਹਨਾਂ ਦੀ ਜਾਇਜ਼ ਹੈਗੀ ਹੈ ਗੱਲਬਾਤ? ਹਾਂਜੀ, ਇੱਥੇ ਵੈਸੇ ਤਾਂ ਮੋਸਟਲੀ ਤਾਂ ਇਹ ਕਲਚਰ ਦੀ ਗੱਲ ਹੈਗੀ ਕਿ ਜਦੋਂ ਤੱਕ ਬੰਦਾ ਜਿਹੜਾ ਫੁੱਲਿਆ ਹੋਵੇ ਨਾ ਹੋਵੇ ਜਾਂ ਢਿੱਡ ਬਾਹਰ ਨਾ ਹੋਵੇ ਤੇ ਉਹ ਖਾਂਦੇ ਪੀਂਦੇ ਕਰਦਾ ਨਹੀਂ ਕਹਿਲਾਂਦਾ। ਜਾਂ ਆਪਾਂ ਕੋਈ ਬੰਦਾ ਮੋਟਾ ਹੋਵੇ ਤੇ ਉਹਨੂੰ ਆਪਾਂ ਨਾਮ ਦਿੱਤਾ ਕਿ ਇਹ ਹੈਲਦੀ ਆ, ਹੈਨਾ, ਕਿ ਇਹ ਥੋੜਾ ਹੈਲਦੀ ਫੈਮਿਲੀ ਤੋਂ ਖਾਣ ਪੀਣ, ਮਤਲਬ ਵਧੀਆ ਫੈਮਿਲੀ ਤੋਂ ਹੈਗਾ। ਸੋ ਏਦਾਂ ਨਹੀਂ ਹੁੰਦਾ, ਅਸਲ ਵਿੱਚ ਤਾਂ ਹੈਲਦੀ ਉਹ ਹੈ ਜਿਹੜਾ ਇਹ ਸਾਰੇ ਇਮਿਊਨਿਟੀ ਦੇ ਪੁਆਇੰਟਸ ਮੈਚ ਕਰਦਾ ਹੈਗਾ। ਤੇ ਇੱਥੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਆ ਕਿ weight ਜ਼ਿਆਦਾ ਹੋਣਾ ਮਾੜੀ ਗੱਲ ਨਹੀਂ ਹੈਗਾ। ਆਪਣਾ weight 90 ਹੋਵੇ, 100 ਹੋਵੇ, ਆਪਾਂ ਬਹੁਤ ਹੈਲਦੀ ਹੋ ਸਕਦੇ ਹਾਂ, ਪਰ ਉਹ ਐਕਸੈਸ ਫੈਟ ਨਹੀਂ ਹੋਣਾ ਚਾਹੀਦਾ ਜਿਹੜਾ ਸਾਡੀ ਬੋਡੀ ਦੇ ਬੋਵਲ ਮੂਵਮੈਂਟ ਨੂੰ ਖਰਾਬ ਕਰਦਾ ਹੋਵੇ, ਸਕਿਨ ਨੂੰ ਖਰਾਬ ਕਰਦਾ ਹੋਵੇ, એનર્ਜੀ ਨੂੰ ਖਰਾਬ ਕਰਦਾ ਹੋਵੇ, ਫਿਰ ਉਹ weight ਠੀਕ ਨਹੀਂ ਹੈਗਾ। ਫਿਰ ਉਹ ਠੀਕ ਨਹੀਂ, ਬਿਲਕੁਲ। ਬਾਕੀ ਜੇ ਇਹ ਐਕਸਟਰਾ ਜਿਹੜੀ ਫੈਟ ਹੈ ਉਹ ਲਟਕ ਰਹੀ ਹੈ ਸਰੀਰ ਦੇ ਵਿੱਚ ਕਿਸੇ ਵੀ ਪਾਰਟ ਦੇ ਵਿੱਚ, ਤਾਂ ਉਹ ਮਾੜੀ ਹੁੰਦੀ ਹੈ। ਸੋ ਬਿਲਕੁਲ ਜੀ, ਹੈਲਦੀ ਹੋਣਾ ਬੜੀ ਵੱਡੀ ਗੱਲ ਹੈ, ਤੇ ਅੱਜ ਦੇ ਜ਼ਮਾਨੇ ਦੇ ਵਿੱਚ ਇਹ ਚੀਜ਼ ਜਿਹੜੀ ਹੈ ਬਹੁਤ ਜ਼ਰੂਰੀ ਹੈ। ਜਿਵੇਂ ਜਿਵੇਂ ਸਟ੍ਰੈਸ ਵੱਧਦੀ ਜਾ ਰਹੀ ਹੈ, ਟੈਕਨੋਲੋਜੀ ਜ਼ਿਆਦਾ ਹੁੰਦੀ ਜਾ ਰਹੀ ਹੈ, ਉਹਦੇ ਨਾਲ ਫਿਰ ਮਨੁੱਖ ਜਿਹੜਾ ਆਲਸੀ ਹੁੰਦਾ ਜਾ ਰਿਹਾ। ਸਾਰਾ ਕੁਝ ਘਰ ਤੱਕ ਡਿਲੀਵਰ ਹੋ ਰਿਹਾ ਹੈ, ਹਰ ਇੱਕ ਤਰ੍ਹਾਂ ਦੀ ਸੁਵਿਧਾ ਜਿਹੜੀ ਆਵਾਜ਼ ਕੀ ਤੱਕ ਆਪਾਂ ਟਾਇਲਟ ਸੀਟ ਦੀ ਗੱਲ ਕਰਦੇ ਆ, ਉਹ ਵੀ ਇੱਕ ਆਰਾਮਦਾਇਕ ਜਿਹੜੀ ਬਣਾਉਂਦੀ ਹੈ ਵੀ ਇਹਦੇ ਉੱਤੇ ਤੁਹਾਨੂੰ ਪੈਰਾਂ ਭਾਰ ਨਾ ਬੈਠਣਾ ਹੋਵੇ। ਸੋ ਆ ਤੁਸੀਂ ਬੜੀ ਵਧੀਆ ਗੱਲ ਕੀਤੀ ਸੀਗੇ, ਪੁਰਾਣੇ ਟਾਈਮ ਦੇ ਉੱਤੇ ਨਾ ਪੈਰਾਂ ਭਾਰ ਬੈਠ ਕੇ ਆਪਾਂ ਸਵੇਰ ਦਾ ਜਿਹੜਾ ਹੈ ਕੰਮ ਉਹ ਕਰਦੇ ਸੀ, ਤੇ ਉਹਦੇ ਨਾਲ ਕਾਫੀ ਜਿਹੜਾ ਬਲੱਡ ਸਰਕੂਲੇਸ਼ਨ ਵੀ ਦੱਸਦੇ ਸੀ ਬਜ਼ੁਰਗ ਕਿ ਬੜਾ ਵਧੀਆ ਰਹਿੰਦਾ, ਚੱਲਦਾ ਰਹਿੰਦਾ ਸਾਰੀ ਬਾਡੀ ਦੇ ਵਿੱਚ। ਤੇ ਅੱਜ ਤਾਂ ਕਈ ਬੱਚੇ ਇਹੋ ਜਿਹੇ ਵੀ ਹੈਗੇ ਜਿਹੜੇ ਪੈਰਾਂ ਭਾਰ ਬੈਠ ਹੀ ਨਹੀਂ ਸਕਦੇ। ਤਾਂ ਪੁਰਾਣੇ ਬਜ਼ੁਰਗਾਂ ਨੇ ਤਾਂ ਐਸੇ ਰਿਕਾਰਡ ਬਣਾਏ ਹੋਏ ਨੇ, 6-6 ਘੰਟੇ ਜਾਂ 8-8 ਘੰਟੇ ਉਹ ਕਹਿੰਦੇ ਬੈਠ ਕੇ ਅਸੀਂ ਪੈਰਾਂ ਭਾਰ ਕੰਮ ਕਰ ਸਕਦੇ ਸੀ। ਅੱਜ ਤਾਂ ਸਾਡੀਆਂ ਲੱਤਾਂ ਸੋ ਜਾਂਦੀਆਂ ਝੱਟ। ਸੋ ਇਹ ਵੀ ਸਾਰਾ ਕੁਝ ਕਿਤੇ ਨਾ ਕਿਤੇ ਆਪਣੇ ਵਿੱਚ ਬੜੇ ਵੱਡੇ ਪੱਧਰ ਦੇ ਉੱਤੇ ਘਰ ਕਰ ਚੁੱਕਿਆ, ਇਹਨੂੰ ਦੇਖਣ ਦੀ ਲੋੜ ਹੈਗੀ ਹੈ। ਸੋ ਮੋਟਾਪੇ ਦੀ ਹੁਣ ਗੱਲ ਕਰੀਏ, ਤੇ ਦਰਸ਼ਕੋ ਤੁਸੀਂ ਸਾਡੇ ਨਾਲ ਜੁੜੇ ਹੋਏ ਇਸ ਪ੍ਰੋਗਰਾਮ 'ਚ, ਤੁਹਾਡੇ ਸਵਾਲ ਵੀ ਆਪਾਂ ਲੈਣੇ ਨੇ, ਤੇ ਕਮੈਂਟ ਦੇ ਵਿੱਚ ਤੁਸੀਂ ਜਰੂਰ ਛੱਡ ਦਿਓ। ਪਿਛਲੀ ਵਾਰ ਥੋੜੇ ਲੇਟ ਸਾਨੂੰ ਕਮੈਂਟ ਥੋੜੇ ਮਿਲੇ ਸੀ, ਇਸ ਕਰਕੇ ਨਹੀਂ ਪੜ੍ਹ ਸਕੇ। ਖੈਰ ਉਸ ਤੋਂ ਬਾਅਦ ਪ੍ਰੋਗਰਾਮ ਤੋਂ ਬਾਅਦ ਕਮਲਪ੍ਰੀਤ ਸਿੰਘ ਹੋਰਾਂ ਨੇ ਜਵਾਬ ਵੀ ਦਿੱਤੇ ਸੀ ਕਮੈਂਟਸ ਦੇ ਵਿੱਚ, ਤੇ ਅੱਜ ਤੁਸੀਂ ਲਾਈਵ ਕਰ ਸਕਦੇ ਹੋ। ਕੋਈ ਵੀ ਤੁਹਾਡਾ ਸਵਾਲ ਹੋਵੇ, ਪ੍ਰੋਗਰਾਮ ਦੇ ਅਖੀਰ ਦੇ ਵਿੱਚ ਅਸੀਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਆ ਕਮਲਪ੍ਰੀਤ ਸਿੰਘ ਹੋਰਾਂ ਦੇ ਕੋਲੋਂ ਜ਼ਰੂਰ ਲਵਾਂਗੇ। ਵੱਧ ਤੋਂ ਵੱਧ ਪ੍ਰੋਗਰਾਮ ਨੂੰ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਦੋਸਤਾਂ ਮਿੱਤਰਾਂ ਤੱਕ ਇਹ ਪ੍ਰੋਗਰਾਮ ਜਿਹੜਾ ਹੈ ਪਹੁੰਚ ਸਕੇ। ਸੋ ਹੁਣ ਮੋਟਾਪੇ ਦੀ ਗੱਲ ਤਾਂ ਹੋਈ ਹੈ ਕਿ ਕਿਹੜੀਆਂ ਮਾੜੀਆਂ ਗੱਲਾਂ ਬਾਤਾਂ ਨੇ, ਸਾਡੀਆਂ ਕਿਹੜੀਆਂ ਬੈਡ ਹੈਬਿਟਸ ਨੇ ਜਿਹਦੇ ਕਰਕੇ ਸਾਨੂੰ ਮੋਟਾਪਾ ਜਿਹੜਾ ਉਹ ਆ ਜਾਂਦਾ, ਤੇ ਆਖਰ ਮੋਟਾਪਾ ਮਾੜਾ ਕਿਹੜਾ ਹੈ, ਚੰਗਾ ਕਿਹੜਾ, ਉਹ ਵੀ ਆਪਾਂ ਦੱਸ ਚੁੱਕੇ ਹਾਂ। ਸੋ ਹੁਣ ਆਪਾਂ ਜੇਕਰ ਡਾਈਟ ਤੇ ਜਾਂ ਫਿਰ ਕਹੀਏ ਵੀ ਇਸ ਦਾ ਇਲਾਜ ਕਰਨਾ ਹੈ, ਤੇ ਉਹਦੇ ਤੇ ਜਾਣ ਤੋਂ ਪਹਿਲਾਂ ਜੇਕਰ ਕੁਝ ਤੁਸੀਂ ਸਾਂਝਾ ਕਰਨਾ ਚਾਹੋ ਕਮਲਪ੍ਰੀਤ ਸਿੰਘ ਜੀ ਤਾਂ ਕਰ ਲਓ, ਅਦਰਵਾਈਜ਼ ਅਸੀਂ ਜਾਣਦੇ ਹਾਂ ਮੇਨ ਪੁਆਇੰਟ ਦੇ ਉੱਤੇ ਕਿ ਇਹ ਮੋਟਾਪਾ ਘਟਾਇਆ ਕਿਵੇਂ ਜਾ ਸਕਦਾ ਹੈ, ਕਿੰਨੀ ਦੇਰ ਦੇ ਵਿੱਚ ਮੋਟਾਪਾ ਘਟਦਾ ਹੈ। ਜੇਕਰ ਉਸ ਤੋਂ ਪਹਿਲਾਂ ਕੁਝ ਹੈ ਤਾਂ ਜ਼ਰੂਰ ਸਾਂਝਾ ਕਰ ਲਓ ਤੁਸੀਂ। ਹਾਂਜੀ, ਪਹਿਲਾਂ ਆਪਾਂ ਇਲਾਜ ਜਿਹੜੀ ਡਾਈਟ ਨਾਲ ਦੱਸੂਗਾ ਅੱਜ, ਉਸ ਤੋਂ ਪਹਿਲਾਂ ਆਪਾਂ ਕੁਝ ਰੂਲਸ ਡਿਸਕਸ ਕਰ ਸਕਦੇ ਹਾਂ ਕਿ ਕਿਹੜੇ ਸਾਡੇ ਇੱਕ ਲਾਈਫ ਦੇ ਜਾਂ ਡਾਈਟ ਦੇ ਰੂਲਸ ਹੋਣੇ ਚਾਹੀਦੇ ਆ ਜਿਹਦੇ ਅਕੋਰਡਿੰਗ ਸਾਨੂੰ ਆਪਣੀ ਡਾਈਟ ਨੂੰ ਬਣਾਉਣਾ ਚਾਹੀਦਾ ਹੈ। ਫਾਸਟ ਫੂਡ ਛੱਡਣ ਨੂੰ ਨਾ ਕਿਉਂ, ਬਸ ਬਾਕੀ ਸਾਰੇ ਰੂਲਸ ਮੰਨ ਲੈਣੇ। ਆ ਤਾਂ ਪਹਿਲਾ ਰੂਲ ਆ। ਠੀਕ ਹੈ ਜੀ। ਪਹਿਲਾ ਰੂਲ ਇਹੀ ਆ ਕਿ ਜਿਹੜਾ ਪੈਕੇਜ ਰਿਫਾਈਨਡ ਤੇ ਪ੍ਰੋਸੈਸਡ ਫੂਡ ਹੈਗਾ ਇਹ ਸਾਨੂੰ ਛੱਡਣਾ ਪੈਣਾ ਆ। ਜਿੱਦਾਂ ਕਿ ਪੀਜ਼ਾ ਹੋ ਗਿਆ, ਪੈਟੀਜ਼, ਪੇਸਟਰੀਜ਼,
ਤੇ ਇਸੇ ਤਰ੍ਹਾਂ 버ਗਰਸ ਹੋ ਗਏ, ਨੂਡਲਸ ਹੋ ਗਈਆਂ, ਇਹ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਪੈਕੇਜ ਹੋ ਕੇ ਜਿਹੜੀ ਉੱਥੋਂ ਆਉਂਦੀਆਂ ਨੇ ਫੈਕਟਰੀਜ਼ ਤੋਂ, ਇਹਦੇ ਵਿੱਚ ਪ੍ਰੋਸੈਸਿੰਗ ਦੇ ਟਾਈਮ ਵਿੱਚ, ਮੈਨੂਫੈਕਚਰਿੰਗ ਦੇ ਟਾਈਮ ਵਿੱਚ ਕਿਤੇ ਨਾ ਕਿਤੇ ਡਾਇਆਕਸਿਨ ਲਾਈਕ ਸਬਸਟੈਂਸਸ DLS ਐਡ ਹੋ ਜਾਂਦੇ ਆ। ਇਹ ਸਾਡੀ ਬੋਡੀ ਵਾਸਤੇ ਫੋਰਨ ਮੈਟਰ ਹੁੰਦਾ ਹੈ, ਕੈਮੀਕਲ ਹੁੰਦਾ ਹੈ ਜਿਹੜਾ ਅੰਦਰ ਜਾ ਕੇ ਬੋਡੀ ਨੂੰ ਇੰਡੀਕੇਟ ਕਰ ਦਿੰਦਾ ਹੈ ਕਿ ਇਹ ਨੈਚੁਰਲ ਨਹੀਂ ਹੈਗਾ, ਇਹ ਸਾਨੂੰ ਨਹੀਂ ਚਾਹੀਦਾ, ਤੇ ਬੋਡੀ ਉਸਨੂੰ ਟੌਕਸਿਨ ਦੇ ਰੂਪ ਵਿੱਚ ਰੱਖਦੀ ਹੈ ਆਪਣੇ ਅੰਦਰ। ਜੇ ਤੁਹਾਡੇ ਸਾਰੇ ਲਾਈਫ ਸਟਾਈਲ ਵਧੀਆ ਹੋਵੇ, ਐਕਸਰਸਾਈਜ਼ ਵਧੀਆ ਹੋਵੇ, ਤੁਸੀਂ ਫਾਈਬਰ ਰਿਚ ਫੂਡ ਖਾਂਦੇ ਹੋ ਤੇ ਇਹ ਟੌਕਸਿਨ ਬਾਹਰ ਨਿਕਲ ਜਾਂਦੇ ਆ। ਪਰ ਕਿਉਂਕਿ ਜਿਸ ਤਰ੍ਹਾਂ ਸਾਡਾ ਲਾਈਫ ਸਟਾਈਲ ਹੈਗਾ ਉਸ ਕਰਕੇ ਇਹ ਟੌਕਸਿਨ ਸਾਡੀ ਬੋਡੀ ਵਿੱਚ ਇਕੱਠੇ ਹੁੰਦੇ ਜਾਂਦੇ ਆ ਤੇ ਅੱਗੇ ਜਾ ਕੇ ਬਿਮਾਰੀ ਦਾ ਰੂਪ ਧਾਰਨ ਕਰ ਲੈਂਦੇ ਆ। ਜੇ ਇਹ ਹਾਰਟ ਵਿੱਚ ਜਾਣਗੇ ਤੇ ਹਾਰਟ ਦੀ ਬਲੋਕੇਜ ਕਰੂਗੇ, ਪੈਨਕ੍ਰੀਆਸ ਵਿੱਚ ਜਾਓਗੇ ਤੇ ਉੱਥੇ ਡਾਇਬੀਟੀਜ਼ ਕਰੋਗੇ, ਜੇ ਸਾਡੇ ਜੋੜਿਆਂ ਵਿੱਚ ਜਾਊਗਾ ਆਰਥਰਾਈਟਿਸ ਹੋ ਜਾਏਗਾ, ਜੇ ਸਾਡੇ ਪ੍ਰੋਸਟੇਟ ਨੂੰ ਹਿੱਟ ਕਰਨਗੇ ਇਨਫਲੇਮੇਸ਼ਨ ਕਰਨਗੇ ਪ੍ਰੋਸਟੇਟਾਈਟਿਸ ਹੋ ਜਾਏਗਾ, ਜੇ ਸਿਰ ਵਿੱਚ ਜਾ ਕੇ ਬੈਠਣਗੇ ਉੱਥੇ ਘਾਵ ਕਰਨਗੇ ਇਨਫਲੇਮੇਸ਼ਨ ਕਰਨਗੇ ਤੇ ਉਹ ਮਾਈਗ੍ਰੇਨ ਹੋ ਜਾਊਗਾ। तो यही जो डायोक्सिन लाइक सब्सटेंस है, टॉक्सिन्स है, यही सानू बीमार करते हैं। सानू इस तो बिल्कुल बच के रहना चाहिए, बिल्कुल नहीं लेना चाहिए। या तो माड़ा मोटा बिल्कुल ही कोई जीभ से कंट्रोल नहीं हो रहा तो फिर कभी हफ्ते 2 हफ्ते एक बार ले लिया तो ले लिया, नहीं तो डेली की लाइफ स्टाइल बनाने तो बहुत ही रिस्की कम है, अपनी हेल्थ खराब कर रहे हैं। दूजा पॉइंट जो है वाइट शुगर, ਜਿਹੜੀ ਸਫੇਦ ਚੀਨੀ ਆਪਾਂ ਖਾਂਦੇ ਆ ਇਹ ਸਾਨੂੰ ਬਿਲਕੁਲ ਵੀ ਨਹੀਂ ਲੈਣੀ ਚਾਹੀਦੀ ਆ, ਕਿਉਂਕਿ ਇਹ ਇੰਨੀ ਪ੍ਰੋਸੈਸਿੰਗ ਹੋ ਕੇ ਨਿਕਲਦੀ ਆ, ਇਹਦੇ ਵਿੱਚ ਸਲਫਰ ਹੁੰਦਾ ਹੈ ਤੇ ਇਹ ਅੰਦਰ ਜਾ ਕੇ ਸਭ ਤੋਂ ਜ਼ਿਆਦਾ ਡਾਈਜੈਸਟਿਵ ਸਿਸਟਮ ਨੂੰ ਖਰਾਬ ਕਰਦੀ ਹੈ। ਮੈਨੂੰ ਪਤਾ ਬਚਪਨ ਵਿੱਚ ਜਦ ਦੁੱਧ ਪੀਂਦਾ ਸੀਗਾ ਤੇ ਉਹਦੇ ਵਿੱਚ ਇੰਨੀ ਚੀਨੀ ਪਾ ਕੇ ਪੀਂਦਾ ਸੀਗਾ ਕਿ ਮੈਨੂੰ ਹਰ ਵੇਲੇ ਹੀ ਗੈਸ ਬਣੀ ਰਹਿੰਦੀ ਸੀ ਉਸ ਕਰਕੇ। ਬਾਅਦ ਚ ਮੈਨੂੰ ਸਮਝ ਆਇਆ ਕਿ ਇੱਕ ਤਾਂ ਦੁੱਧ ਹੈ ਵੀ, ਉਹਦੇ ਉੱਤੇ ਚੀਨੀ ਜਿਹੜੀ ਪਾਈ ਆ ਉਹ ਤਾਂ ਹੋਰ ਵੀ ਖਤਰਨਾਕ, ਤੇ ਉਹ ਚੀਨੀ ਜਿਹੜੀ ਹੈਗੀ ਉਹ ਆਪਾਂ ਨੂੰ ਅਵੋਇਡ ਕਰਨੀ ਚਾਹੀਦੀ ਹੈ, ਕਿਉਂਕਿ ਇਸ ਚੀਨੀ ਦੇ डाइजेशन विच बॉडी नूं बहुत ज्यादा मेहनत करनी पैंदी है, इत्थे तक कि अपने अंदर दे मिनरल्स नूं डिप्लीट करके बॉडी नूं इनू बाहर कढना पैंदा है। मतलब बॉडी दा कैल्शियम जिहड़ा हैगा, बॉडी दी मैग्नीशियम ते होर जिहड़े कैमिकल्स ने इस नूं पचाउण विच खर्च हो जांदे है, इस करके बॉडी अंदरों वीक पैनी शुरू हो जाती है। आयोडाइज सॉल्ट जिहड़ा हैगा ओहदी सानू यूज करन दी लोड़ नहीं हैगी। ये मार्केटिंग कंपनियां ने सानू बनाया कि आयोडीन दी लोड़ हैगी ते ओहदे वास्ते आयोडाइज नमक लेना चाहिए सानू, पर असल विच आयोडाइज नमक सानू नहीं चाहिए, क्योंकि असी हर फूड जिहड़ा खांदे आ ओहदे विच किते ना किते आयोडीन होंदा ही हैगा किसी ना किसी क्वांटिटी विच, ते ओह जिन्नी सानू लोड़ है वो पूरी हो ही जाती है। जे सानू नमक खाना है ते ओह सेंधा नमक होना चाहिए, रॉक सॉल्ट जिन्हों कहते हैं, या ब्लैक सॉल्ट कह लीजिए, एक तरह नाल रॉक सॉल्ट कहा जाता है उन्होंने, तो सेंधा नमक जिहड़ा हैगा वो सानू यूज करना चाहिए। ठीक है। फिर अगला पॉइंट जिहड़ा हैगा वो है कि सानू होल एक सेकंड मैं ਤੁਹਾਨੂੰ ਮਾਫ ਕਰਨਾ, ਮੈਂ ਰੋਕ ਕੇ ਆਪਣੇ ਦਰਸ਼ਕਾਂ ਦੇ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ, ਇੱਕ ਪ੍ਰੋਪਰ ਆਪਾਂ ਕਹਿ ਲਈਏ ਕਿ ਇੱਕ ਵਾਰੀ ਦੁਬਾਰਾ ਰਿਪੀਟ ਕਰਕੇ। ਵੈਸੇ ਤਾਂ ਤੁਸੀਂ ਦੱਸ ਦਿੱਤਾ ਦਰਸ਼ਕੋ, ਬੜੀ ਕੰਮ ਦੀ ਗੱਲ ਜਿਹੜੀ ਇਹਨੂੰ ਨੋਟ ਕਰ ਲਿਓ ਤੁਸੀਂ, ਜਿਹੜੀ ਚਿੱਟੀ ਖੰਡ ਹੁੰਦੀ ਹੈ ਪੰਜਾਬੀ ਠੇਠ ਭਾਸ਼ਾ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਸੋ ਇਹ ਬਹੁਤ ਮਾੜੀ ਹੈ, ਜਿਹਦੇ ਨੁਕਸਾਨ ਜਿਹੜੇ ਨੇ ਕੰਪਨੀ ਸਿੰਘ ਹੋਰਾਂ ਨੇ ਦੱਸਿਆ, ਇਹਨੂੰ ਸਭ ਤੋਂ ਪਹਿਲਾਂ ਆਪਣੇ ਘਰਾਂ ਦੇ ਵਿੱਚੋਂ ਕੱਢਣਾ ਜਿਹੜਾ ਹੈ ਬੜਾ ਲਾਜ਼ਮੀ ਹੈਗਾ। ਬ੍ਰਾਊਨ ਸ਼ੂਗਰ ਦੇ ਬਾਰੇ ਵੀ ਮੈਂ ਚਾਹੁੰਦਾ ਵੀ ਤੁਸੀਂ ਨਾਲੋਂ ਨਾਲ ਦੱਸ ਦਿਓ ਸਿੰਘ ਜੀ ਕਿ ਉਹ ਠੀਕ ਹੈਗੀ ਹੈ ਜਾਂ ਨਹੀਂ, ਉਹ ਵੀ ਮਾੜੀ ਹੈ ਜਾਂ ਕਿਦਾਂ ਉਹ ਹੈਗੀ, ਉਹਦੇ ਬਾਰੇ ਦੱਸੋ ਜੀ। ब्राउन शुगर भी लगभग उदा ही प्रोसैस होकर आती है, ਉਹਦਾ भी कोई इन्ना फायदा नहीं है जिन्ना शो किया जाता। असल में वो भी ओसी प्रोसैसिंग ਦਾ ਹੀ ਪਾਰਟ ਹੈਗਾ, ਬਸ ਕਲਰ ਦਾ ਫਰਕ ਹੈਗਾ। ਸੋ ਇੰਨਾ ਬੈਨੀਫੀਸ਼ੀਅਲ ਨਹੀਂ ਹੈ। ਜੇ ਅਸਲ ਵਿੱਚ ਆਪਾਂ ਨੂੰ ਜੇ ਵਧੀਆ ਚੀਜ਼ ਲੈਣੀ ਹੈ ਤੇ ਸਭ ਤੋਂ ਵਧੀਆ ਹੈਗਾ ਗੁੜ ਹੈਗਾ, ਤੇ ਉਸ ਤੋਂ ਇਲਾਵਾ ਜਿਹੜੀ ਆਪਣੀ ਦੇਸੀ ਖੰਡ ਹੁੰਦੀ ਹੈ ਜਿਹੜੀ ਆਪ ਬਣਾਈ ਜਾਂਦੀ ਹੈ ਉੱਥੇ ਬਜ਼ੁਰਗਾਂ ਦੁਆਰਾ, ਉਹ ਠੀਕ ਹੁੰਦੀ ਹੈ। ਅੱਜ ਕੱਲ ਕੀ ਹੈ, ਹੁਣ ਸਾਡੇ ਜਿਹੜਾ ਪੁਰਾਣਾ ਤਰੀਕਾ ਸੀਗਾ ਸ਼ੂਗਰ ਬਣਾਉਣ ਦਾ ਉਹ ਖਤਮ, ਡਿਸਟਰੋਏ ਕਰ ਦਿੱਤਾ ਗਿਆ। ਹੁਣ ਸ਼ੂਗਰ ਮਿਲਸ ਨੇ ਟੇਕ ਓਵਰ ਕਰ ਲਿਆ ਤੇ ਹਰ ਤਰਫ ਕੈਮੀਕਲ ਬਾਜ਼ੀ ਚੱਲਦੀ ਪਈ ਹੈ। ਐਜ਼ ਅ ਰਿਜ਼ਲਟ ਸਾਨੂੰ ਲੋੜ ਹੈਗੀ ਆਪਣੇ ਆਪ ਨੂੰ ਐਡੂਕੇਟ ਕਰਨ ਦੀ, ਉਸ ਗੁੜ ਦੀ, ਉਸ ਅਸਲੀ ਖੰਡ ਦੀ ਡਿਮਾਂਡ ਨੂੰ ਵਧਾਉਣ ਦੀ, ਤਾਂ ਕਿ ਉਹ ਲੋਕੀ ਉਹਨਾਂ ਨੂੰ ਬਣਾਉਣ, ਤੇ ਕਿਉਂਕਿ ਥੋੜੀ ਕਾਸਟਲੀ ਵੀ ਹੁੰਦੀ ਹੈ ਤੇ ਆਪਾਂ ਨੂੰ ਉਸ ਕਾਸਟ ਨੂੰ ਪੇ ਕਰਕੇ ਉਹ ਵਧੀਆ ਚੀਜ਼ ਲੈਣੀ ਚਾਹੀਦੀ ਹੈ, ਕਿਉਂਕਿ ਅਲਟੀਮੇਟਲੀ ਸਾਡੀ ਹੈਲਥ ਦੀ ਗੱਲ ਹੈਗੀ ਆ। ਫਿਰ ਆਪਾਂ ਗੱਲ ਕਰੀਏ ਕਿ ਹੋਲ ਫੂਡ ਜ਼ਿਆਦਾ ਵਧੀਆ ਹੁੰਦਾ, ਹੋਲ ਗ੍ਰੇਨਸ, ਜਿਵੇਂ ਕਿ ਰਾਈਸ ਹੁੰਦੀ ਹੈ। ਹੁਣ ਰਾਈਸ ਅਸਲ ਵਿੱਚ ਬਰਾਊਨ ਰਾਈਸ ਹੁੰਦੀ ਹੈ, ਉਹਦੇ ਉੱਤੇ ਜਿਹੜਾ ਪਾਰਟ ਹੁੰਦਾ ਉਹਨੂੰ ਕੱਢ ਕੇ ਉਹਨੂੰ ਰਿਫਾਈਨ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਉਹਦੀ ਬ੍ਰੈਨ ਉਤਾਰ ਦਿੱਤੀ ਜਾਂਦੀ ਹੈ। ਐਜ਼ ਅ ਰਿਜ਼ਲਟ ਉਹ ਵਾਈਟ ਰਾਈਸ ਹੋ ਜਾਂਦੀ ਹੈ, ਉਹਨੂੰ ਪੋਲਿਸ਼ ਕਰਕੇ ਗੋਰਾ ਚਿੱਟਾ ਕਰ ਦਿੱਤਾ ਜਾਂਦਾ ਹੈ। ਤੇ ਆਪਾਂ ਸੋਚ ਜਿੰਨੀ ਬਾਸਮਤੀ ਰਾਈਸ ਜਿੰਨੀ ਗੋਰੀ ਚਿੱਟੀ ਹੋਵੇ, ਜਿੰਨੇ ਵੱਡੇ ਦਾਣੇ ਹੋਣ, ਉਨੀ ਹੈਲਦੀ ਹੋਏਗੀ। ਅਸਲ ਵਿੱਚ ਏਦਾਂ ਨਹੀਂ ਹੁੰਦਾ। ਜਿਹੜੀ ਨੈਚੁਰਲੀ ਬਰਾਊਨ ਰਾਈਸ ਆਉਂਦੀ ਆ ਉਹ ਹੈਲਦੀ ਹੁੰਦੀ ਹੈ, ਕਿਉਂਕਿ ਉਹਦੇ ਵਿੱਚ ਪ੍ਰੋਪਰ ਹੋਲਸਮਨੈਸ ਹੈਗੀ, ਉਹਦੇ ਵਿੱਚ ਫਾਈਬਰ ਵੀ ਹੈਗਾ ਜਿਹੜਾ ਉਸ ਰਾਈਸ ਨੂੰ ਡਾਈਜੈਸਟ ਕਰੇਗਾ। ਜਦ ਅਸੀਂ ਉਹਨੂੰ ਪੋਲਿਸ਼ ਕਰ ਦਿੰਦੇ ਆ, ਉਹਨੂੰ ਉਹਦੇ ਉੱਤੇ ਉਹ ਫਾਈਬਰ ਦੀ ਲੇਅਰ ਨਿਕਾਲ ਦਿੰਦੇ ਆ, ਤੇ ਉਹ ਦੇਖਣ ਨੂੰ ਤਾਂ ਸਵਾਦ ਮਤਲਬ ਸੁੰਦਰ ਲੱਗਦੀ ਹੈ, ਖਾਣ ਨੂੰ ਵੀ ਥੋੜੀ ਸਵਾਦ ਲੱਗਦੀ ਹੈ, ਪਰ ਅੰਦਰ ਜਾ ਕੇ ਉਹ ਹੈਲਥ ਤੁਹਾਨੂੰ ਨਹੀਂ ਦੇ ਸਕਦੀ ਹੈ। ਫਿਰ ਆਪਾਂ ਗੱਲ ਕਰੀਏ ਵੀਟ ਦੀ, ਗੇਹੂੰ ਦੀ, ਉਹਦੇ ਵਿੱਚ ਵੀ ਇਹੀ ਹੈਗਾ। ਉਹਦੇ ਉੱਤੇ ਬ੍ਰੈਨ ਲੱਗਿਆ ਹੁੰਦਾ ਹੈ, ਜਿਹੜਾ ਸ਼ੋਕਰ ਹੁੰਦਾ ਹੈ, ਇਹ ਸ਼ੋਕਰ ਨਿਕਾਲ ਦਿੱਤਾ ਜਾਵੇ, ਉਹਦਾ ਫਾਈਬਰ ਮੈਕੈਨਿਜ਼ਮ ਨਿਕਾਲ ਦਿੱਤਾ ਜਾਵੇ, ਅੰਦਰ ਜਾ ਕੇ ਡਾਈਜੈਸ਼ਨ ਇਸ਼ੂਜ਼ ਹੁੰਦੇ ਆ। तो जे आप लंबे टाइम तो वीट खा रहे हो, ये लंबे टाइम तो ही ब्राउन राइस लंबे टाइम तो व्हाइट राइस खा रहे हो, ते किते ना किते अज आपां लोकी सारे बीमार हैगे आ किते ना किते।
ਤਾਂ ਉਹਦਾ ਕਾਰਨ ਇਹ ਹੈ ਕਿ ਉਹਦੇ ਵਿੱਚ ਵੀ ਫਾਈਬਰ ਨਹੀਂ ਹੈਗਾ, ਪਲੱਸ ਅਸੀਂ ਫਾਈਬਰ ਰਿਚ ਡਾਈਟ ਵੀ ਨਹੀਂ ਲੈ ਰਹੇ ਹਾਂ। ਫਿਰ ਆਪਾਂ ਗੱਲ ਕਰੀਏ ਕਿ ਮੈਦਾ ਜਿਹੜਾ ਹੈਗਾ ਇਹ ਉਸ ਤੋਂ ਵੀ ਜ਼ਿਆਦਾ ਰਿਫਾਈਨਡ ਹੈਗਾ, ਮਤਲਬ ਹੋਰ ਵੀ ਜ਼ਿਆਦਾ ਰਿਫਾਈਨ ਕਰਕੇ ਬਣਾਇਆ ਜਾਂਦਾ ਹੈ। ਤੇ ਜੋ ਮੈਦਾ ਖਾ ਰਿਹਾ ਹੈ, ਹਰ ਹਫ਼ਤੇ 1-2 ਵਾਰੀ ਮੈਦੇ ਦੀ ਬਣੀ ਚੀਜ਼ਾਂ ਖਾ ਰਿਹਾ ਹੈ, ਉਹਨੂੰ ਤਾਂ ਬਿਮਾਰੀ ਅੱਜ ਦੀ ਲਾਈਫ ਵਿੱਚ ਆ ਹੀ ਸਕਦੀ ਹੈ, ਕਿਉਂਕਿ ਅੱਜ ਐਕਸਰਸਾਈਜ਼ ਕਰਕੇ ਆਪਾਂ ਉਹਨੂੰ ਪਚਾ ਵੀ ਨਹੀਂ ਪਾ ਰਹੇ, ਔਰ ਮੈਦੇ ਨੂੰ ਡਾਈਜੈਸਟ ਹੋਣ ਵਿੱਚ ਘੱਟੋ ਘੱਟ 2 ਦਿਨ ਲੱਗ ਜਾਂਦੇ ਆ, ਤੇ ਉਹ ਆਂਤੜਿਆਂ ਵਿੱਚ ਸਾਡੇ ਇੰਟੈਸਟਾਈਨ ਵਿੱਚ ਚਿਪਕ ਜਾਂਦਾ ਹੈ, ਜਿਸ ਕਰਕੇ ਉਹ ਟੌਕਸਿਨਸ ਨੂੰ ਇਕੱਠਾ ਕਰਦਾ ਰਹਿੰਦਾ ਹੈ। तो अपन मैदे तो जिन्ना हो सके बच के रहना चाहिए है। फिर आप यूटेंसिल की गल करिए किस भांडे विच बनाना है, कभी भी नॉन स्टिक या एल्यूमीनियम में नहीं बनाना चाहिए। अच्छा हाँ जी, नॉन स्टिक ਜਿਹੜੇ ਹੁੰਦੇ ਆ ਉਹਦੇ ਕੋਟਿੰਗ ਹੁੰਦੀ ਹੈ ਟੈਫਲੌਨ ਦੀ, ਹੋਰ ਕੈਮੀਕਲ ਹੁੰਦੇ ਉਹਦੇ ਤੇ, ਤੇ ਜਦੋਂ ਉਹਦੇ ਵਿੱਚ ਖਾਣਾ ਬਣਾਉਂਦੇ ਆ ਤੇ ਲਗਭਗ 6 ਮਹੀਨੇ ਸਾਲ ਬਾਅਦ ਕੀ ਹੁੰਦਾ ਉਹਦੀ ਨॉन ਸਟਿਕੀਨੈਸ ਘਟਣੀ ਸ਼ੁਰੂ ਹੋ ਜਾਂਦੀ ਹੈ, ਉਹ ਥੋੜਾ ਸਟਿਕੀਨੈਸ ਹੋਣਾ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਜਿਹੜੀ ਨॉन ਸਟਿਕ ਪਰਤ ਸੀਗੀ ਉਹ ਤੁਹਾਡੇ ਖਾਣੇ ਵਿੱਚ ਆ ਗਈ ਹੈ, ਉਹ ਕੈਮੀਕਲ ਤੁਹਾਡੇ ਖਾਣੇ ਵਿੱਚ ਮਿਲ ਚੁੱਕਿਆ ਹੈ, ਉਹ ਤੁਹਾਡੇ ਅੰਦਰ ਜਾ ਰਿਹਾ ਤੇ ਉਹ ਵੀ ਟੌਕਸਿਨ ਦਾ ਹੀ ਰੂਪ ਹੈਗਾ। ਇਸ ਤੋਂ ਇਲਾਵਾ ਜਿਹੜੀ ਭਾਂਡੇ ਨਵੇਂ ਜਿਹੜੇ ਟੈਕਨੀਕ ਦੇ ਆ ਗਏ ਨੇ, ਇਹਨਾਂ ਨੂੰ ਵਰਤਿਆ ਜਾਵੇ। ਹਰ ਘਰ ਦੇ ਵਿੱਚ ਉਹ ਭਾਂਡੇ ਆ ਚੁੱਕੇ, ਪਿਛਲੇ ਆਪਾਂ ਕੱਢ ਦਿੱਤੇ ਆ ਤੇ ਨਵੇਂ ਇਹ ਲੈਂਦੇ ਨॉन स्टिक ਵਾਲੇ। ਹਾਂ, ਇਹ ਇਹਨਾਂ ਨੇ ਮਾਰਕੀਟਿੰਗ ਕਰਕੇ ਲਿਖਿਆ ਕਿ ਬਈ ਹੁਣ ਤੁਹਾਨੂੰ ਬਰਤਨ ਮਾਂਜਣ ਵਿੱਚ ਦਿੱਕਤ ਨਹੀਂ ਆਊਗੀ, ਤੁਸੀਂ ਨॉन स्टिक ਭਾਂਡੇ ਲੈ ਲਓ, ਚਿਪਕੇਗਾ ਨਹੀਂ ਖਾਣਾ। ਸੋ ਇਸ ਨੂੰ ਆਪਾਂ ਸ਼ਾਰਟਕਟ ਦੇ ਚੱਕਰ ਵਿੱਚ ਆਪਾਂ ਲੈ ਤਾਂ ਲਏ, ਪਰ ਉਹਦੇ ਲੌਂਗ ਟਰਮ ਇੰਪੈਕਟਸ ਬਾਰੇ ਅਸੀਂ ਸੋਚਿਆ ਨਹੀਂ। ਉਹਦੇ ਨਾਲ ਸਾਡੀ ਹੈਲਥ ਖਰਾਬ ਹੁੰਦੀ ਹੈ। ਤੇ ਐਲੂਮੀਨੀਅਮ ਦੇ ਭਾਂਡੇ ਜਿਹੜੇ ਹੋ ਗਏ, ਬ੍ਰਿਟਿਸ਼ ਦੇ ਟਾਈਮ ਵਿੱਚ ਕੀ ਹੁੰਦਾ ਸੀ, ਭਾਰਤੀ ਕੈਦੀਆਂ ਨੂੰ ਐਲੂਮੀਨੀਅਮ ਦੇ ਭਾਂਡੇ ਬਣਾ ਕੇ ਦਿੱਤੇ ਗਏ ਸੀ ਤਾਂ ਕਿ ਉਹ ਉੱਥੇ ਐਲੂਮੀਨੀਅਮ ਦੇ ਭੋਜਨ ਖਾਣ। ਜਿਸ ਕਰਕੇ 2 ਮੇਨ ਚੀਜ਼ਾਂ ਹੁੰਦੀਆਂ ਨੇ। ਪਹਿਲੀ ਚੀਜ਼ ਤਾਂ ਇਹ ਸੀਗੀ ਕਿ ਜਿਹੜਾ ਬੰਦਾ ਐਲੂਮੀਨੀਅਮ ਦੇ ਭੋਜਨ ਵਿੱਚ ਖਾਵੇਗਾ ਲੰਬੇ ਟਾਈਮ ਤੱਕ, ਤੇ ਉਹਦੇ ਅੰਦਰ ਜਿਹੜਾ ਬਰੇਵਰੀ ਹੈ, ਕਰੇਜ ਹੈਗਾ, ਜਿਹੜਾ ਉਹਦੇ ਅੰਦਰ ਫਰੀडम फाइटर ਵਾਲੀ ਜਿਹੜੀ ਸਪਿਰਿਟ ਹੈਗੀ ਉਹ ਘਟਣੀ ਸ਼ੁਰੂ ਹੋ ਜਾਏਗੀ। ਕਿਉਂਕਿ ਐਲੂਮੀਨੀਅਮ ਜਿਹੜਾ ਹੈਗਾ ਸਾਡੇ ਨਰਵਸ ਸਿਸਟਮ ਨੂੰ ਇੰਪੈਕਟ ਕਰਦਾ ਹੈ। ਤੁਸੀਂ ਦੇਖੋ ਜਿਹੜੇ ਅੱਜ ਟੀਕੇ ਲੱਗ ਰਹੇ ਨੇ, ਵੈਕਸੀਨਾਂ ਲੱਗ ਰਹੀਆਂ ਨੇ, ਇਹਦੇ ਵਿੱਚ ਵੀ ਭਾਰੀ ਮਾਤਰਾ ਵਿੱਚ ਐਲੂਮੀਨੀਅਮ ਹੁੰਦੀ ਹੈ। ਕਿੰਨੇ ਬੱਚਿਆਂ ਨੂੰ ਵੈਕਸੀਨਾਂ ਕਰਕੇ ਨਰਵਸ ਸਿਸਟਮ ਡਿਸਆਰਡਰਸ ਹੋ ਜਾਂਦੇ ਨੇ, ਨਵੀਂ ਬਿਮਾਰੀਆਂ ਜਿਹੜੀ ਕਦੀ ਪਹਿਲਾਂ ਸੁਣੀਆਂ ਵੀ ਨਹੀਂ ਸੀਗੀਆਂ, ਉਸ ਤਰ੍ਹਾਂ ਦੀ ਬਿਮਾਰੀਆਂ ਆਉਣ ਲੱਗ ਪਈਆਂ ਨੇ, ਕਿਉਂਕਿ ਸਾਡੀ ਬਾਡੀ ਵਿੱਚ ਕਿਤੇ ਨਾ ਕਿਤੇ ਕੈਮੀਕਲ ਵੜਦੇ ਜਾ ਰਹੇ ਆ, ਜਿਵੇਂ ਕਿ ਐਲੂਮੀਨੀਅਮ ਹੋ ਗਿਆ ਜਾਂ ਮਰਕਰੀ ਹੋ ਗਿਆ। ਸੋ ਇਹ ਐਲੂਮੀਨੀਅਮ ਦੇ ਭਾਂਡੇ ਵਿੱਚ ਖਾਣਾ ਸਾਨੂੰ ਕਦੀ ਵੀ ਨਹੀਂ ਬਣਾਉਣਾ ਚਾਹੀਦਾ ਆ। ਤੇ ਜਿਹੜੇ ਬ੍ਰਿਟਿਸ਼ ਲੋਕਾਂ ਨੇ ਸਾਡੇ ਫਰੀडम फाइटर ਨੂੰ ਕੈਦ ਕਰਕੇ ਉਹਨਾਂ ਨੇ ਐਲੂਮੀਨੀਅਮ ਦੇ ਭਾਂਡੇ ਲਗਾਏ ਤਾਂ ਕਿ ਇਹ ਲੋਕੀ ਕਮਜ਼ੋਰ ਹੋ ਜਾਣ, ਅੰਦਰੋਂ ਬਿਮਾਰ ਹੋ ਜਾਣ, ਥੋੜੇ ਵੀਕ ਪੈ ਜਾਣ, ਇਹਨਾਂ ਦੇ ਅੰਦਰ ਜਿਹੜਾ ਕਰੇਜ ਹੈ ਉਹ ਖਤਮ ਹੋ ਜਾਵੇ। ਤੇ ਜਦ ਅਸੀਂ ਇਹਨਾਂ ਤੋਂ ਗਲਵਾਉਣ ਦੀ ਕੋਸ਼ਿਸ਼ ਕਰੀਏ ਤਾਂ ਸਾਰਾ ਕੁਝ ਬੋਲ ਦੇਣ, ਕਿਉਂਕਿ ਇਹਦੇ ਅੰਦਰ ਜਿਹੜਾ ਸਪਿਰਿਟ ਸੀਗਾ ਉਹ ਘਟ ਚੁੱਕਿਆ ਹੈ, ਤੇ ਜਿਹੜੀ ਨਸਾਂ ਨਾੜੀਆਂ ਵਿੱਚ ਸ਼ਕਤੀ ਸੀ ਉਹ ਘਟ ਚੁੱਕੀ ਹੈ। ਇਸੇ ਕਰਕੇ ਜੇ ਆਪਾਂ ਦੇਖੀਏ, ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਜੀ ਨੇ ਤੁਹਾਨੂੰ ਕਿਹਾ ਸੀਗਾ ਕਿ ਖਾਲਸੇ ਨੂੰ ਕਿ ਸਰਬਲੋ ਦੇ ਭਾਂਡੇ ਯੂਜ਼ ਕਰੋ, ਆਇਰਨ ਦੇ ਭਾਂਡੇ ਯੂਜ਼ ਕਰੋ। ਕੀ ਹੈ ਕਿ ਆਇਰਨ ਵਿੱਚ ਤਾਂ ਆਪਾਂ ਭੋਜਨ ਬਣਾਵਾਂਗੇ, ਉਹਦੇ ਨਾਲ ਇੱਕ ਆਇਰਨ ਦੀ ਪ੍ਰੋਪਰਟੀ ਹੈ, ਇਹ ਉਹਦੀ ਆਪਣੀ ਪ੍ਰੋਪਰਟੀ ਹੈ ਕਿ ਉਹਦੇ ਅੰਦਰ ਇੱਕ ਕਰੇਜ ਹੁੰਦਾ ਹੈ, ਬਰੇਵਰੀ ਹੁੰਦੀ ਹੈ, ਉਹਦੇ ਅੰਦਰ ਇੱਕ ਫਰੀडम फाइटर ਸਪਿਰਿਟ ਹੁੰਦਾ ਹੈ। ਜੋ ਆਇਰਨ ਦੇ ਭਾਂਡਿਆਂ ਵਿੱਚ ਖਾਣਾ ਖਾਂਦਾ ਹੈ, ਉਹਦਾ ਨਰਵਸ ਸਿਸਟਮ ਠੀਕ ਰਹਿੰਦਾ ਹੈ, ਆਇਰਨ ਦੀ ਮਾਤਰਾ ਠੀਕ ਰਹਿੰਦੀ ਹੈ, ਕਦੀ ਵੀ ਉਹਨੂੰ ਬਲੱਡ ਡਿਸਆਰਡਰ ਜਾਂ ਅਨੀਮੀਆ ਨਹੀਂ ਹੁੰਦਾ, ਥੈਲੇਸੀਮੀਆ ਦੀ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀਆਂ, ਤੇ ਐਜ਼ ਅ ਰਿਜ਼ਲਟ ਉਹ ਬੀਰਸੀ ਵੀ ਹੁੰਦਾ ਹੈ। ਸੋ ਜੇ ਆਪਾਂ ਗੱਲ ਕਰੀਏ ਆਪਣੇ ਪੁਰਾਣੇ ਬਜ਼ੁਰਗਾਂ ਦੀ, ਭਾਈ ਸਾਹਿਬ ਰਣਧੀਰ ਸਿੰਘ ਜੀ ਜਿਹੜੇ ਸੰਤ ਹੋਏ ਆ, ਗੁਰਸੱਜਣ ਹੋਏ ਆ, ਉਹ ਦੇਸ਼ ਦੀ ਆਜ਼ਾਦੀ ਦੇ ਵਾਸਤੇ ਵੀ 16 ਸਾਲ ਜੇਲ੍ਹ ਵਿੱਚ ਰਹੇ। 16 ਸਾਲ ਜੇਲ੍ਹ ਵਿੱਚ ਰਹੇ। ਉਹਨਾਂ ਨੂੰ ਸਾਡੇ ਭਾਂਡਿਆਂ ਵਿੱਚ ਤੇ ਭੋਜਨ ਛਕੋ। ਉਹਨਾਂ ਨੇ ਕਿਹਾ ਮੈਂ ਆਪਣੇ ਆਪ ਤਿਆਰ ਕਰਕੇ ਸਰਬਲੋ ਦੇ ਭਾਂਡਿਆਂ ਵਿੱਚ ਹੀ ਛਕਾਂਗਾ, ਅਦਰਵਾਈਜ਼ ਮੈਨੂੰ ਭੋਜਨ ਦੀ ਲੋੜ ਨਹੀਂ ਹੈਗੀ। 40-50 ਦਿਨ ਉਹਨਾਂ ਨੇ ਭੋਜਨ ਨਹੀਂ ਖਾਧਾ। ਉਹਨਾਂ ਨੇ ਕਿਹਾ ਜੇ ਮੇਰੇ ਸਰਬਲੋ ਦਾ ਇੰਤਜ਼ਾਮ ਨਹੀਂ ਹੋਵੇਗਾ ਮੈਂ ਭੋਜਨ ਨਹੀਂ ਛਕਾਂਗਾ, ਤੁਹਾਡੇ ਭਾਂਡਿਆਂ ਵਿੱਚ ਵੀ ਨਹੀਂ, ਤੁਹਾਡੇ ਹੱਥਾਂ ਤੋਂ ਵੀ ਨਹੀਂ ਛਕਾਂਗਾ। ਸੋ ਇਸ ਤਰ੍ਹਾਂ ਦੀ ਸਪਿਰਿਟ ਉਹਨਾਂ ਦੇ ਅੰਦਰ ਹੁੰਦੀ ਸੀ, ਤਾਂ ਹੀ ਉਹ ਇਸ ਤਰ੍ਹਾਂ ਦੇ ਵੱਡੇ ਜਿਹੜੇ ਉਹਨਾਂ ਨੇ ਆਪਣੇ ਕਾਰਨਾਮੇ ਕੀਤੇ, ਜਿਹੜੇ ਫਰਜ਼ ਨਿਭਾਏ ਤੇ ਦੇਸ਼ ਦੀ ਆਜ਼ਾਦੀ ਵਾਸਤੇ ਲੜੇ, ਤੇ ਇੰਨਾ ਨਾਮ ਸਿਮਰਨ ਜਪ ਤਪ ਉਹਨਾਂ ਨੇ ਕੀਤਾ, ਇੰਨੇ ਔਜ ਵਾਲੇ ਸੀਗੇ। ਤਾਂ ਹੀ ਇਹ ਸਾਰੀ ਚੀਜ਼ਾਂ ਕੰਬਾਈਨ ਹੋ ਕੇ ਉਹ ਬਣਦੀ ਹੈ। ਸਾਡਾ ਖਾਣ ਪੀਣਾ ਠੀਕ ਹੋਵੇ, ਸਾਡੀ ਸੋਚ ਠੀਕ ਹੋਵੇ, ਭਜਨ ਬੰਦਗੀ ਦਾ ਪ੍ਰਤਾਪ ਹੋਵੇ, ਸਾਨੂੰ ਸਾਰੀ ਚੀਜ਼ਾਂ ਕੰਬਾਈਨ ਕਰਕੇ ਇੱਕ ਪੋਟੈਂਸ਼ੀਅਲ ਆਈਡੀਅਲ ਹਿਊਮਨ ਬਣਦਾ ਹੈ, ਜਿਹੜਾ ਗੁਰੂ ਸਾਹਿਬ ਸਾਨੂੰ ਬਣਾਉਣਾ ਚਾਹੁੰਦੇ ਸੀਗੇ ਖਾਲਸੇ ਨੂੰ, ਕਿ ਸੰਤ ਵੀ ਹੋਵੇ, ਸਿਪਾਹੀ ਵੀ ਹੋਵੇ, ਸੰਸਾਰ ਵਿੱਚ ਜ਼ੁਲਮ ਦੇ ਖਿਲਾਫ ਲੜੇ ਵੀ, ਆਪਣੇ ਅੰਦਰ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚ ਕੇ ਰਵੇ। तो ये सारा कुछ कोऑर्डिनेट ਹੁੰਦਾ ਹੈ ਇਕੱਠੇ। ਬਿਲਕੁਲ ਬਿਲਕੁਲ। ਜਦੋਂ ਅਸੀਂ ਗੱਲ ਕਰਦੇ ਹਾਂ ਪ੍ਰਾਈਮਰੀ, ਜਦੋਂ ਤੁਸੀਂ ਕਹਿ ਰਹੇ ਹੋ ਕਿ ਅੰਗਰੇਜ਼ਾਂ ਵੱਲੋਂ ਇਹ ਐਲੂਮੀਨੀਅਮ ਦੇ ਭਾਂਡੇ ਜਿਹੜੇ ਨੇ ਉਹਦੇ ਵਿੱਚ ਕੈਦੀਆਂ ਨੂੰ ਖਾਣਾ ਖਵਾਇਆ ਜਾਂਦਾ ਸੀ, ਤਾਂ ਇੱਕ ਹੋਰ ਬੜੀ ਗੱਲ ਪ੍ਰਚਲਿਤ ਨਾਲ ਹੈ ਕਿ ਚਾਹ ਜਿਹੜੀ ਹੈ ਉਹ ਇੱਥੋਂ ਗਈ ਹੋਈ ਹੈ, ਇੰਗਲੈਂਡ ਤੋਂ, ਜਾਂ ਕਹਿ ਲਈਏ ਬ੍ਰਿਟਿਸ਼ ਲੋਕਾਂ ਦੀ ਗਈ ਹੋਈ, ਜਿਹੜੇ ਸਾਡੇ ਪਿੰਡ ਦੇ ਵਿੱਚ ਘਰ ਦੇ ਵਿੱਚ ਅੱਜ ਘਰ ਕਰ ਚੁੱਕੀ ਹੈ। ਸਾਡਾ ਦਿਨ ਨਹੀਂ ਚੜਦਾ ਸੀ ਚਾਹ ਜੇਕਰ ਨਾਮ ਕੀ ਇਹਦਾ। ਇਹ ਤੁਹਾਨੂੰ ਲੱਗਦਾ ਵੀ ਇਹ ਵੀ ਕਿਤੇ ਨਾ ਕਿਤੇ ਉਸ ਵੇਲੇ ਆਹ ਚੀਜ਼ਾਂ ਦਾ ਹਿੱਸਾ ਹੈਗਾ, ਜਿਵੇਂ ਤੁਸੀਂ ਦੱਸਦੇ ਹੋ ਕਿ ਸਰਬਲੋ ਦੀ ਜਗ੍ਹਾ ਐਲੂਮੀਨੀਅਮ ਦੇ ਭਾਂਡੇ ਵਾੜ ਦਿੱਤੇ ਗਏ, ਜਾਂ ਫਿਰ ਚਾਹ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਦੇ ਦਿੱਤੀ ਗਈ ਸੌਗਾਤ ਇੱਕ, ਤੇ ਜਾਂ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਐਸੀਆਂ ਸੀ ਕਿ ਜਿਹਦੇ ਨਾਲ ਪੰਜਾਬੀਆਂ ਦਾ ਹੌਸਲਾ, ਪੰਜਾਬੀਆਂ ਦੇ ਵਿੱਚ ਅਣਖ ਜਿਹੜੀ ਹੈ, ਗੈਰਤ ਜਿਹੜੀ ਹੈ ਉਹਨੂੰ ਘਟਾਇਆ ਜਾ ਸਕੇ। ਮਤਲਬ ਕਿ ਉਹ ਜੀਨਸ ਹੀ ਚੇਂਜ ਕਰ ਦੇਣੇ ਸਾਰਾ ਕੁਝ, ਆਪਾਂ ਕਹਿ ਲਈਏ ਵੀ ਇਹ ਤਾਂ ਬੜੀ ਵੱਡੀ ਸਾਜ਼ਿਸ਼ ਹੈ। ਬਿਲਕੁਲ, ਜਿੱਦਾਂ ਹੁਣ ਮੈਂ ਭਾਈ ਸਾਹਿਬ ਰਣਧੀਰ ਸਿੰਘ ਜੀ ਦੀ ਗੱਲ ਕੀਤੀ, ਭਾਈ ਸਾਹਿਬ ਰਣਧੀਰ ਸਿੰਘ ਜੀ ਨੇ ਜਦ ਸਰਬਲੋ ਬਾਰੇ ਕਿਹਾ ਸੀਗਾ ਉਹਨਾਂ ਨੂੰ, ਬ੍ਰਿਟਿਸ਼ਰਸ ਨੂੰ, ਤੇ ਉੱਥੇ ਹੀ ਭਾਈ ਸਾਹਿਬ ਨੇ ਇੱਕ ਲੇਖ ਲਿਖਿਆ ਸੀ ਉਹਦੇ ਉੱਤੇ ਚਾਹ ਦੀ ਲਾਨਤ ਉੱਤੇ,
ਉਹਨਾਂ ਨੇ ਇੱਕ ਲੇਖ ਛਾਪਿਆ ਸੀਗਾ ਕਿ ਚਾਹ ਦੀ ਲਾਨਤ ਜਿਹੜੀ ਲਾਈ ਆ ਇਹ ਤੁਹਾਡੀ ਸੰਸਕ੍ਰਿਤੀ ਨਹੀਂ ਹੈਗੀ, ਭਾਰਤੀਆਂ ਨੂੰ ਇਦਾਂ ਲਿਖਿਆ ਸੀ, ਤੁਹਾਡੀ ਸੰਸਕ੍ਰਿਤੀ ਨਹੀਂ ਹੈਗੀ ਇਹ ਜਿਹੜੀ ਚਾਹ ਦੀ ਲਾਨਤ ਲੱਗੀ ਆ ਇਹ ਇਹਨਾਂ ਵੱਲੋਂ ਲੈ ਕੇ ਆਈ ਗਈ ਆ। ਇਹਦੇ ਵਿੱਚ ਉਸ ਤਰ੍ਹਾਂ ਦੇ ਕੈਮੀਕਲਸ ਹੁੰਦੇ ਆ ਜਿਹੜੇ ਸਾਨੂੰ ਗੁਰੂ ਸਾਹਿਬ ਨੇ ਕਰਾਉਣ ਮਨਾ ਹੀ ਕੀਤੇ ਆ, ਉਹਨਾਂ ਨੇ ਨਸ਼ੇ ਵਾਸਤੇ ਮਨਾ ਕੀਤਾ ਹੈ। ਤੇ ਚਾਹ ਵਿੱਚ ਜਿਹੜਾ ਹੈਗਾ ਉਹਨਾਂ ਨੇ ਉਸ ਟਾਈਮ ਲਿਖਿਆ ਸੀਗਾ ਕਿ ਇਹਦੇ ਵਿੱਚ ਨਿਕੋਟੀਨ ਜਾਂ ਇਸ ਤਰ੍ਹਾਂ ਦੇ ਤੰਬਾਕੂ ਵਾਲੇ ਪਦਾਰਥ ਹੈਗੇ ਆ। ਐਂਡ ਅੱਜ ਸਾਨੂੰ ਪਤਾ ਵੀ ਲੱਗ ਰਿਹਾ ਕਿ ਇਹਦੇ ਅੰਦਰ ਐਕਚੁਅਲੀ ਵਿੱਚ ਇਸ ਤਰ੍ਹਾਂ ਦੀ ਚੀਜ਼ਾਂ ਹੈਗੀਆਂ ਨੇ ਜਿਹੜੀ ਸਾਨੂੰ ਨਸ਼ਾ ਕਰ ਰਹੀ ਹੈ। ਜੇ ਆਪਾਂ ਚਾਹ ਨੂੰ 3 ਦਿਨ ਬਾਅਦ 3 ਦਿਨ ਛੱਡ ਦਿੰਦੇ ਆ ਤੇ ਸਾਡੇ ਸਿਰ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ, ਬੋਡੀ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ, ਆਲਸ ਕਰਨਾ ਸ਼ੁਰੂ ਹੋ ਜਾਂਦਾ ਹੈ, ਬੋਡੀ ਥੱਕੀ ਹੋ ਜਾਂਦੀ ਹੈ। ਸੋ ਇੱਕ ਤਰ੍ਹਾਂ ਦਾ ਨਸ਼ਾ ਹੈਗਾ। ਸੋ ਜੇ ਆਪਾਂ ਇਸ ਚਾਹ ਦੇ ਨਸ਼ੇ ਵਿੱਚ ਫਸ ਗਏ ਤੇ ਅਸੀਂ ਇੱਕ ਤਾਂ ਆਪਣੀ ਹੈਲਥ ਨੂੰ ਡਿਸਟਰੋਏ ਕੀਤਾ, ਚਾਹ ਦੇ ਗੁਲਾਮ ਤਾਂ ਬਣ ਹੀ ਗਏ। ਦੂਜੀ ਗੱਲ ਕੀ ਹੈ, ਇਹ ਜਿਹੜੀ ਪੈਸਾ ਹੈਗਾ ਇਹ ਵਿਦੇਸ਼ੀ ਕੰਪਨੀਆਂ ਨੂੰ ਜਾ ਰਿਹਾ ਹੈ। ਜਿਹੜੀ ਚਾਹ ਇੰਡੀਆ ਵਿੱਚ ਲਿਆਂਦੀ ਸੀਗੀ ਉਹ ਉਹਨਾਂ ਨੇ ਕੀ ਕੀਤਾ ਕਿ ਸਾਡੇ ਜਿਹੜੇ ਫਾਰਮ ਸੀਗੇ ਉੱਥੇ ਇਹਨਾਂ ਨੇ ਲਗਾ ਲਈ। ਹੁਣ ਉੱਥੇ ਕੀ ਕੀਤਾ, ਜਿਹੜੀ ਬੈਸਟ ਟੀ ਲੀਵਸ ਹੁੰਦੀ ਸੀ, ਜਿਹੜੀ ਸਭ ਤੋਂ ਵਧੀਆ ਫਾਈਨ ਟੀ ਲੀਵਸ ਹੁੰਦੇ ਸੀਗੇ ਉਹਨੂੰ ਐਕਸਪੋਰਟ ਕਰ ਲੈਂਦੇ ਸੀਗੇ। ਤੇ ਜਿਹੜੇ ਸਭ ਤੋਂ ਮਾੜਾ ਜਿਹੜਾ ਬਿਲਕੁਲ ਹੀ ਛਾਨ ਛੂਨ ਕੇ ਜਿਹੜਾ ਬਿਲਕੁਲ ਗੰਦ ਬਚਦਾ ਸੀਗਾ ਉਹਦੀ ਟੀ ਬਣਾ ਕੇ ਸਾਨੂੰ ਇੰਡੀਆ ਵਿੱਚ ਦਿੱਤੀ ਜਾਂਦੀ ਹੈ। ਜੀ ਤੇ ਉਸ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਲੋਕਾਂ ਨੂੰ ਇੰਨੀ ਚਾਹ ਦੀ ਲਾਨਤ ਲੱਗੀ ਹੋਈ ਹੈ ਕਿ ਸਵੇਰੇ ਹੀ ਆਪਾਂ ਉੱਠ ਕੇ ਸਾਰ ਹੀ ਪਹਿਲਾਂ ਚਾਹ ਪੀਂਦੇ ਆ, ਫਿਰ ਦਿਨ ਸ਼ੁਰੂ ਕਰਦੇ ਆ। ਐਜ਼ ਅ ਰਿਜ਼ਲਟ ਕੀ ਹੁੰਦਾ ਹੈ, ਚਾਹ ਦੇ ਆਪਣੇ ਜਿਹੜੇ ਨੁਕਸਾਨ ਨੇ ਉਹ ਤਾਂ ਹੁੰਦੇ ਹੀ ਹੁੰਦੇ ਨੇ, ਪਰ ਸਵੇਰੇ ਸਾਡੀ ਬੋਡੀ ਜਿਹੜੀ ਹੈਗੀ ਉਹਦੀ ਇੰਟਰਨਲ ਲਾਈਨਿੰਗ ਤਿਆਰ ਹੈਗੀ ਨਿਊਟ੍ਰੀਸ਼ਨ ਨੂੰ ਅਬਜ਼ੌਰਬ ਕਰਨ ਵਾਸਤੇ, ਜਿਹਨੂੰ ਫੁੱਲੀ ਡਾਈਜੈਸਟ ਕਰੇਗੀ। ਤੇ ਜੇ ਅਸੀਂ ਉਸ ਟਾਈਮ ਵਿੱਚ ਕੋਈ ਵਧੀਆ ਚੀਜ਼ ਖਾਵਾਂਗੇ ਤੇ ਉਹਨੂੰ ਪੂਰੀ ਤਰ੍ਹਾਂ ਅਬਜ਼ੌਰਬ ਕਰਕੇ ਪੂਰਾ ਨਿਊਟ੍ਰੀਸ਼ਨ ਦੇਵੇਗੀ। ਪਰ ਆਪਾਂ ਉਸ ਟਾਈਮ ਪਾਈ ਹੀ ਬਿਲਕੁਲ ਮਾੜੀ ਚੀਜ਼ ਤੇ ਉਹ ਪੂਰੀ ਮਾੜੀ ਚੀਜ਼ ਨੂੰ ਹੀ ਪੂਰੀ ਤਰ੍ਹਾਂ ਅਬਜ਼ੌਰਬ ਕਰਕੇ ਹੋਰ ਜ਼ਿਆਦਾ ਐਸਿਡਿਟੀ ਕ੍ਰੀਏਟ ਕਰੇਗੀ। ਤੇ ਹੁੰਦਾ ਕੀ ਹੈ, ਮੋਸਟ ਆਫ ਦਾ ਕੇਸਿਸ ਵਿੱਚ ਜਿਹੜੇ ਲੋਕੀ ਸਵੇਰੇ ਉੱਠਦੇ ਸਾਰ ਚਾਹ ਪੀਂਦੇ ਆ ਉਹਨਾਂ ਨੂੰ ਫਿਰ ਗੈਸ ਬਣਦੀ ਹੈ, ਕਬਜ਼ ਦੀ ਪ੍ਰੋਬਲਮ ਹੁੰਦੀ ਹੈ, ਇੱਥੇ ਛਾਤੀ ਵਿੱਚ ਦਰਦ ਹੁੰਦਾ ਹੈ, ਐਸਿਡ ਉੱਤੇ ਆਉਂਦਾ ਆ। ਸੋ ਇਹ ਸਾਰੀ ਉਹਦੀ ਦੇਣ ਹੈਗੀ ਆ। ਸੋ ਜੇ ਆਪਾਂ ਚਾਹੁੰਦੇ ਆ ਕਿ ਇਸ ਚੀਜ਼ ਤੋਂ ਰਿਹਾ ਹੋਈਏ, ਸਾਨੂੰ ਇਹ ਚਾਹ ਕਾਫੀ ਦੀ ਲਤ ਨੂੰ ਛੱਡਣਾ ਪੈਣਾ ਆ। ਤੇ ਸਵੇਰ ਦੀ ਚਾਹ ਤਾਂ ਬਿਲਕੁਲ ਹੀ ਬੰਦ ਕਰ ਦੇਣੀ ਚਾਹੀਦੀ ਹੈ ਆਪਾਂ ਨੂੰ। ਟਾਈਮ ਲੱਗੂਗਾ ਪਰ ਹੌਲੀ ਹੌਲੀ ਹੋ ਜਾਊਗਾ, ਕਿਉਂਕਿ ਪਹਿਲੇ ਦਿਨ ਸਾਨੂੰ ਚਾਹ ਦੀ ਲਾਨਤ ਨਹੀਂ ਲੱਗੀ ਸੀਗੀ, ਇਹਨੂੰ ਬੁਲਾਉਣ ਵਾਸਤੇ ਹੀ ਸਾਨੂੰ ਬਹੁਤ ਟਾਈਮ ਲੱਗਿਆ ਸੀਗਾ। ਜੇ ਆਪਾਂ ਪਹਿਲੇ ਦਿਨ ਚਾਹ ਪੀਤੀ ਸਾਨੂੰ ਕੜਵੀ ਲੱਗੀ ਸੀ, ਬਹੁਤ ਸਵਾਦ ਨਹੀਂ ਲੱਗੀ ਸੀਗੀ, ਪਰ ਪੀਂਦੇ 21 ਦਿਨ ਆਪਾਂ ਪੀਤੀ, ਫਿਰ 2 ਮਹੀਨਾ ਪੀਤੀ ਤੇ ਸਾਨੂੰ ਲੱਤ ਲੱਗੀ। ਪਰ ਹੁਣ ਆਪਾਂ ਕੀ ਕਰਨਾ ਹੈ ਕਿ ਜਿੰਨੀ ਮਿਹਨਤ ਸਾਨੂੰ ਚਾਹ ਨੂੰ ਪੀਣ ਦੀ ਆਦਤ ਲਾਉਣ ਵਾਸਤੇ ਕੀਤੀ ਸੀਗੀ, ਉਨੀ ਹੀ ਮਿਹਨਤ ਸਾਨੂੰ ਚਾਹ ਨੂੰ ਛੱਡਣ ਵਾਸਤੇ ਵੀ ਕਰਨਾ ਪੈਣਾ ਆ। ਹੁਣ ਚਾਹ ਦੇ ਜਗ੍ਹਾ ਆਪਾਂ ਨੂੰ ਕੀ ਕਰਨਾ ਪੈਣਾ, ਜੇ ਸਵੇਰੇ ਦੀ ਚਾਹ ਦੀ ਆਦਤ ਸਾਨੂੰ ਪਈ ਹੋਈ ਹੈ, ਉਸੇ ਵੇਲੇ ਆਪਾਂ ਸਵੇਰੇ ਦਾਲਚੀਨੀ, ਤੁਲਸੀ, ਅਦਰਕ ਤੇ ਇਹਨਾਂ ਚੀਜ਼ਾਂ ਦੀ ਆਪਾਂ ਹਰਬਲ ਟੀ ਬਣਾਈਏ, ਜਿਹਦੇ ਵਿੱਚ ਦੁੱਧ ਨਾ ਪਾਈਏ ਤੇ ਉਹਨੂੰ ਗਰਮ ਸਿਪ ਕਰਕੇ ਜਿਵੇਂ ਆਪਾਂ ਚਾਹ ਪੀਂਦੇ ਆ ਉਸ ਤਰ੍ਹਾਂ ਪੀਏ। ਤੇ ਸਾਡੇ ਮਨ ਨੂੰ ਇਦਾਂ ਲੱਗੇਗਾ ਕਿ ਆਪਾਂ ਚਾਹ ਹੀ ਪੀ ਰਹੇ ਹਾਂ। ਜੇ ਆਪਾਂ 21 ਦਿਨ ਇਦਾਂ ਕਰ ਲੈਂਦੇ ਆ ਤੇ ਸਾਨੂੰ ਮਨ ਨੂੰ ਆਦਤ ਪੈ ਜਾਏਗੀ ਕਿ ਅਸਲ ਵਿੱਚ ਤੇਰੀ ਚਾਹ ਇਹੀ ਆ ਤੇ ਆਪਾਂ ਨੂੰ ਇਹਦੀ ਹੀ ਆਦਤ ਪੈ ਜਾਊਗੀ। ਸੋ ਇਸ ਤਰ੍ਹਾਂ ਆਪਾਂ ਧੀਰੇ ਆਪਣੇ ਆਪ ਨੂੰ ਇਸ ਚੀਜ਼ ਤੋਂ ਬਚਾ ਸਕਦੇ ਹਾਂ। ਠੀਕ ਹੈ। ਸੋ ਦਰਸ਼ਕੋ, ਕਮੈਂਟਸ 1-2 ਆਏ ਸੀ ਕਿ ਆਵਾਜ਼ ਠੀਕ ਨਹੀਂ ਹੈ। ਮੈਨੂੰ ਲੱਗਦਾ ਕਿ ਹੁਣ ਠੀਕ ਹੋ ਗਈ ਹੋਏਗੀ। ਜੇਕਰ ਤੁਹਾਨੂੰ ਆਵਾਜ਼ ਹੁਣ ਠੀਕ ਆ ਰਹੀ ਹੈ ਤਾਂ ਜਰੂਰ ਕਮੈਂਟ ਕਰਕੇ ਦੱਸ ਦਿਓ। ਤੇ ਉਸ ਤੋਂ ਬਾਅਦ ਤੁਹਾਡੇ ਸਵਾਲ ਜਿਹੜੇ ਨੇ ਉਹ ਵੀ ਲੈਣੇ ਥੋੜੀ ਦੇਰ ਦੇ ਵਿੱਚ। ਤੇ ਜਿਹੜੀਆਂ ਗੱਲਾਂ ਇਸ ਪ੍ਰੋਗਰਾਮ ਦੇ ਵਿੱਚ ਦੱਸ ਰਹੇ ਨੇ ਉਹ ਵੀ ਦੱਸ ਰਹੇ ਨੇ, ਉਹ ਬਣਾਉਣਾ ਜ਼ਰੂਰ ਹੈ। ਇਹ ਕਿ ਪ੍ਰੋਗਰਾਮ ਸਮਾਪਤ ਉਸ ਤੋਂ ਬਾਅਦ ਆਪਾਂ ਇਹ ਗੱਲਾਂ ਇੱਥੇ ਛੱਡ ਕੇ ਘਰਾਂ ਨੂੰ ਚਲੇ ਜਾਣਾ, ਕੋਈ ਹੋਰ ਪ੍ਰੋਗਰਾਮ ਲਾਣਾ ਇਸ ਤੋਂ ਬਾਅਦ ਲਾਣਾ। ਇਸ ਤੋਂ ਬਾਅਦ ਇਹ ਚੀਜ਼ਾਂ ਬੜੀਆਂ ਜ਼ਰੂਰੀ ਨੇ, ਜਿਹੜਾ ਸਮਝਣਾ ਬੜਾ ਜ਼ਰੂਰੀ ਹੈ, ਜਿਵੇਂ ਜੀਵਨ ਦੇ ਵਿੱਚ ਆਪਣੇ ਰੋਜ਼ਮਰਰਾ ਜ਼ਿੰਦਗੀ ਦੇ ਵਿੱਚ ਬੜਾ ਜਗ੍ਹਾ ਹੈਗਾ। ਸੋ ਜਿੱਥੇ ਚਾਹ ਦੀ ਗੱਲ ਕਰਨੀ ਹੈ, ਭਾਂਡਿਆਂ ਦੀ ਗੱਲ ਭਾਂਡੇ ਦੇ ਵਿੱਚ ਸਾਡੇ ਦੇ ਵਿੱਚ ਖਾਣਾ ਪਕਾਉਣਾ ਚਾਹੀਦਾ। ਅੱਜ ਹਰ ਚੀਜ਼ ਜਿਹੜੀ ਉਪਲਬਧ ਹੈਗੀ ਹੈ। ਇਹ ਨਹੀਂ ਕਿ ਆਪਾਂ ਵਿਦੇਸ਼ ਦੇ ਵਿੱਚ ਬੈਠੇ ਆ ਤੇ ਸਾਨੂੰ ਉਹ ਚੀਜ਼ਾਂ ਨਹੀਂ ਮਿਲਦੀਆਂ, ਨਹੀਂ ਮਿਲਦੀਆਂ। ਹਰ ਇੱਕ ਚੀਜ਼ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਭੇਜੀ ਜਾ ਸਕਦੀ ਹੈ, ਮੰਗਵਾਈ ਜਾ ਸਕਦੀ ਹੈ, ਪ੍ਰਾਪਤ ਕੀਤਾ ਜਾ ਸਕਦਾ। ਸੋ ਕੋਈ ਬਹਾਨਾ ਨਹੀਂ ਮੇਰੇ ਹਿਸਾਬ ਨਾਲ ਕਿ ਸਕਦਾ ਕਿ ਸਾਨੂੰ ਆਹ ਚੀਜ਼ਾਂ ਨਹੀਂ ਮਿਲਦੇ, ਆਪਾਂ ਨੂੰ ਆਹ ਨਹੀਂ ਇਸ ਤਰ੍ਹਾਂ ਨਹੀਂ ਕਰ ਸਕਦੇ। ਚਾਹ ਵੀ ਨੁਕਸਾਨ ਨੇ। ਜਿੱਥੇ ਐਵੇਂ ਭਾਂਡੇ ਨੌਨ-ਸਟਿਕ ਭਾਂਡਿਆਂ ਦੀ ਗੱਲ ਕੀਤੀ ਕਮਲਜੀਤ ਸਿੰਘ ਨੇ ਕਿ ਉਹਨਾਂ ਦੇ ਵੀ ਜਿਹੜੇ ਨੁਕਸਾਨ ਨੇ ਉਹ ਵੀ ਸਾਰੇ ਜ਼ਾਹਰ ਨੇ। ਤੇ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਪਾਉਣਾ ਪਊਗਾ। ਹੋਰ ਇਹਦੇ ਵਿੱਚ ਤੁਸੀਂ ਐਡ ਕਰਨਾ ਚਾਹੋ ਤਾਂ ਜਰੂਰ ਤੁਸੀਂ ਕਰੋ। ਹਾਂ, ਇਹਦੇ ਮੈਂ ਕਹਿਣਾ ਚਾਹੁੰਦਾ ਸੀਗਾ ਕਿ ਜੇ ਪੁਆਇੰਟ ਇਹ ਸੀਗਾ ਕਿ ਸਵੇਰੇ ਉੱਠ ਕੇ ਆਪਾਂ ਨੂੰ ਚਾਹ ਦੀ ਜਗ੍ਹਾ ਹਮੇਸ਼ਾ ਜੂਸ ਪੀਣਾ ਚਾਹੀਦਾ ਹੈ ਸਬਜ਼ੀ ਦਾ। ਉਹਦੇ ਬਾਰੇ ਆਪਾਂ ਕੰਪਲੀਟ ਡਾਈਟ ਦੀ ਗੱਲ ਕਰਾਂਗੇ। ਪਰ ਭਾਂਡਿਆਂ ਵਿੱਚ ਆਪਾਂ ਦੇਖੀਏ, ਜੇ ਆਪਾਂ ਸਰਵਲੋ ਦੇ ਭਾਂਡੇ, ਆਇਰਨ ਦੇ ਭਾਂਡੇ ਨਹੀਂ ਯੂਜ਼ ਕਰ ਸਕਦੇ ਤੇ ਸਾਨੂੰ ਮਿੱਟੀ ਦੇ ਭਾਂਡੇ ਯੂਜ਼ ਕਰਨੇ ਚਾਹੀਦੇ ਆ। ਮਿੱਟੀ ਦੇ ਭਾਂਡੇ ਵਨ ਆਫ ਦਾ ਬੈਸਟ ਚੀਜ਼ ਹੈਗੀ ਹੈ ਬਣਾਉਣ ਵਾਸਤੇ ਖਾਣਾ, ਕਿਉਂਕਿ ਮਿੱਟੀ ਵਿੱਚ ਕੀ ਹੈ, ਇਸ ਤਰ੍ਹਾਂ ਦੇ ਮਾਈਕਰੋ ਨਿਊਟ੍ਰੀਐਂਟਸ ਹੁੰਦੇ ਆ ਮਿੱਟੀ ਵਿੱਚ, ਕਿਉਂਕਿ ਰੱਬ ਨੇ ਕੁਦਰਤ ਬਣਾਈ ਹੈ। ਸਾਡਾ ਫੂਡ ਜਿਹੜਾ ਮਿੱਟੀ ਵਿੱਚ ਗਰੋ ਹੁੰਦਾ ਹੈ, ਉਹਦੇ ਵਿੱਚ ਹੀ ਨਿਊਟ੍ਰੀਐਂਟਸ ਜਿਹੜੇ ਪਲਾਂਟਸ ਵਿੱਚ ਐਡ ਹੁੰਦੇ ਆ, ਤੇ ਉਹਦੇ ਵਿੱਚ ਮਾਈਕਰੋ ਨਿਊਟ੍ਰੀਐਂਟਸ ਹੈਗੇ। ਜੇ ਆਪਾਂ ਮਿੱਟੀ ਦੇ ਬਰਤਨ ਵਿੱਚ ਖਾਣਾ ਬਣਾਵਾਂਗੇ ਤੇ ਉਹ ਮਾਈਕਰੋ ਨਿਊਟ੍ਰੀਐਂਟਸ ਸਾਡੇ ਭੋਜਨ ਵਿੱਚ ਵੀ ਜਾਣਗੇ, ਉਹਦਾ ਸਵਾਦ ਵੀ ਵਧਾਉਣਗੇ, ਹੈਲਥ ਵੀ ਵਧਾਉਣਗੇ ਤੇ ਅੰਦਰ ਜਾ ਕੇ ਸਾਡੀ ਮਿਨਰਲਸ ਐਂਡ ਵਿਟਾਮਿਨਸ ਦੀ ਕਮੀ ਨੂੰ ਵੀ ਪੂਰਾ ਕਰਨਗੇ। ਇੱਕ ਤਾਂ ਇਹ ਚੀਜ਼ ਹੋ ਗਈ। ਦੂਜੀ ਗੱਲ, ਜੇ ਆਪਾਂ ਨੂੰ ਭੋਜਨ ਸਟੋਰ ਕਰਨਾ ਹੈ
ਤੇ ਸਟੋਰ ਕਰਨ ਵਾਸਤੇ ਹਮੇਸ਼ਾ ਕੱਚ ਦੇ ਬਰਤਨ ਯੂਜ਼ ਕਰਨੇ ਚਾਹੀਦੇ ਆ ਜਾਂ ਫਿਰ ਆਪਾਂ ਨੂੰ ਸਟੀਲ ਦੇ ਭਾਂਡੇ ਯੂਜ਼ ਕਰ ਸਕਦੇ ਆ, ਲੇਕਿਨ ਪਲਾਸਟਿਕ ਜਾਂ ਫਿਰ ਆਪਾਂ ਨੂੰ ਆਪਣਾ ਐਲੂਮੀਨੀਅਮ ਨੌਨ ਸਟਿਕ ਇਹ ਚੀਜ਼ਾਂ ਨਹੀਂ ਵਰਤਣੀ ਚਾਹੀਦੀਆਂ। ਠੀਕ ਹੈ ਠੀਕ ਹੈ ਠੀਕ ਹੈ। ਸੋ ਬਿਲਕੁਲ ਜੀ, ਇਹ ਚੀਜ਼ਾਂ ਨੋਟ ਕਰ ਲਿਓ। ਕੋਸ਼ਿਸ਼ ਕਰ ਰਿਹਾ ਮੈਂ ਨਾਲ ਕਿਉਂਕਿ ਲਾਈਵ ਪ੍ਰੋਗਰਾਮ ਹੈ, ਆਵਾਜ਼ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਮੈਂ। ਸੋ ਜਿਸ ਤਰ੍ਹਾਂ ਇਹ ਚੱਲ ਰਹੀ ਹੈ ਤੁਹਾਨੂੰ ਥੋੜੀ ਦੇਰ ਵਾਸਤੇ ਇਸੇ ਤਰ੍ਹਾਂ ਹੀ ਸਾਰਨਾ ਪੈਣਾ ਹੈ। ਸੋ ਹੁਣ ਮੋਟਾਪੇ ਦੀ ਆਪਾਂ ਜਦੋਂ ਗੱਲ ਕਰਦੇ ਹਾਂ, ਅੱਜ ਦਾ ਖਾਸ ਪ੍ਰੋਗਰਾਮ ਸਾਡਾ ਹੈਗਾ ਜੀ, ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਵੇਂ ਇਸ ਦਾ ਇਲਾਜ ਕੀਤਾ ਜਾ ਸਕਦਾ। ਰੂਲਸ ਐਂਡ ਰੈਗੂਲੇਸ਼ਨ ਜਿਹੜੇ ਫੋਲੋ ਕਰ ਰਹੇ ਆ ਉਹ ਤਾਂ ਆਪਾਂ ਪਹਿਲਾਂ ਦੱਸ ਦਿੱਤੇ ਆ, ਤੇ ਹੁਣ ਕਿਹੋ ਜਿਹੀ ਡਾਈਟ ਹੋਣੀ ਚਾਹੀਦੀ ਹੈ ਤੇ ਉਹਦੇ ਬਾਰੇ ਜਰੂਰ ਦੱਸੋ। ਹਰ ਕੋਈ ਬੰਦਾ, ਹਰ ਕੋਈ ਇਨਸਾਨ ਜਿਹੜਾ ਉਹ ਸੇਮ ਡਾਈਟ ਫੋਲੋ ਕਰ ਸਕਦਾ ਹੈ ਜਿਹੜੀ ਤੁਸੀਂ ਹੁਣ ਦੱਸਣ ਜਾ ਰਹੇ ਹੋ? ਕਿਸ ਤਰ੍ਹਾਂ ਦਾ ਰੂਟੀਨ ਹੋਣਾ ਚਾਹੀਦਾ, ਹਰ ਇੱਕ ਦਾ ਵੱਖ-ਵੱਖ ਹੈ ਜਾਂ ਸਾਰੇ ਪਾਸੇ ਸੇਮ ਹੈਗਾ? ਇਹਦੇ ਬਾਰੇ ਜਰੂਰ ਦੱਸੋ। ਹਾਂਜੀ, ਸੋ ਇੱਥੇ ਸਮਝਣ ਦੀ ਗੱਲ ਇਹ ਆ ਕਿ ਹਰ ਬੋਡੀ ਦੀ ਨੀਡ ਵੱਖਰੀ ਹੁੰਦੀ ਹੈ, ਕਿੰਨਾ ਭੋਜਨ ਚਾਹੀਦਾ ਆ, ਕਿਹੜਾ ਕਿਸ ਰੂਪ ਵਿੱਚ ਚਾਹੀਦਾ ਹੈ, ਤੇ ਉਹਦੇ ਵਿੱਚ ਬੋਡੀ ਹੀ ਆਪਣੇ ਆਪ ਇੰਡੀਕੇਟ ਕਰਦੀ ਹੈ ਕਿ ਸਾਨੂੰ ਕਿਸ ਚੀਜ਼ ਦੀ ਲੋੜ ਹੈਗੀ। ਤੇ ਆਟੋਮੈਟਿਕਲੀ ਅਜੇ ਉਹ ਥੋੜਾ ਇਹਨਾਂ ਸਿੰਪਲ ਨਹੀਂ ਹੈਗਾ ਅਸੀਂ ਬਸ ਸਮਝਣਾ ਕਿ ਅਸੀਂ ਬੋਡੀ ਤੋਂ ਨੇਚਰ ਤੋਂ ਇੰਨਾ ਦੂਰ ਜਾ ਚੁੱਕੇ ਹਾਂ ਕਿ ਸਾਨੂੰ ਆਪਣੇ ਆਪ ਸਮਝ ਨਹੀਂ ਆਉਂਦੀ ਕਿ ਕਿਹੜੀ ਚੀਜ਼ ਸਾਨੂੰ ਚਾਹੀਦੀ ਹੈ, ਕਿਹੜੀ ਨਹੀਂ ਚਾਹੀਦੀ। ਸੋ ਇੱਕ ਜਨਰਲ ਡਾਈਟ ਪਲਾਨ ਬਣਾਇਆ SI ਡਾਈਟ ਜਿਹੜਾ ਹੈਗਾ 7 ਇਮਿਊਨਿਟੀ ਪੁਆਇੰਟਰ ਡਾਈਟ, 7 ਇਮਿਊਨਿਟੀ ਪੁਆਇੰਟਰ ਡਾਈਟ। ਜਿਹੜੀ ਆਪਾਂ ਇਮਿਊਨਿਟੀ ਦੇ ਪੁਆਇੰਟਸ ਗੱਲ ਕੀਤੇ ਸੀਗੇ, ਇਸ ਇਮਿਊਨਿਟੀ ਦੇ ਪੁਆਇੰਟਸ ਨੂੰ ਇਹ ਬਹੁਤ ਛੇਤੀ ਹੀ ਵਧਾ ਦਿੰਦਾ ਹੈ। ਸਾਰੇ ਇਮਿਊਨਿਟੀ ਪੁਆਇੰਟਸ ਤੁਹਾਡੇ ਮੈਚ ਹੋ ਜਾਣਗੇ ਜੇ ਇਸ ਤਰ੍ਹਾਂ ਦੀ ਡਾਈਟ ਤੇ ਆਓਗੇ ਵਿਦਿਨ ਅ ਪੀਰੀਅਡ ਆਫ few weeks, ਤੇ ਤੁਹਾਡਾ weight ਵੀ ਘਟਣਾ ਸ਼ੁਰੂ ਹੋ ਜਾਏਗਾ। ਜੇ ਤੁਹਾਡਾ weight ਆਪਟੀਮਮਲੀ ਅਰਾਊਂਡ 75-80 ਹੋਣਾ ਚਾਹੀਦਾ ਹੈ, ਤੇ ਤੁਸੀਂ ਦੇਖੋਗੇ ਅਗਰ ਤੁਹਾਡਾ weight 90 ਹੈਗਾ ਤੇ 2 ਮਹੀਨੇ ਦੇ ਅੰਦਰ ਹੀ ਇਹ 90 ਤੋਂ ਆ ਕੇ 80 ਤੇ ਆ ਜਾਏਗਾ ਤੇ ਤੁਹਾਡਾ ਆਪਟੀਮਮ weight ਰੀਚ ਹੋ ਜਾਵੇਗਾ। ਸੋ ਜਿਹੜੀ ਆਪਾਂ ਡਾਈਟ ਦੀ ਗੱਲ ਕਰਾਂਗੇ ਇਹ 7 ਇਮਿਊਨਿਟੀ ਪੁਆਇੰਟਰ ਡਾਈਟ ਹੈਗੀ, ਤੇ ਇਹ 2 ਮਹੀਨੇ ਵਾਸਤੇ ਆਪਾਂ ਲੈ ਸਕਦੇ ਹਾਂ। ਉਸ ਤੋਂ ਬਾਅਦ ਉਹਦੇ ਵਿੱਚ ਥੋੜੀ ਬਹੁਤ ਐਡਜਸਟਮੈਂਟ ਕਰਨੀ ਪਊਗੀ, ਤੇ ਜੇ ਆਪਾਂ ਵਜ਼ਨ ਘਟਾਉਣਾ ਚਾਹੁੰਦੇ ਆ ਤੇ ਡੈਫੀਨਿਟਲੀ ਆਪਾਂ ਇਸ ਚੀਜ਼ ਨੂੰ ਫੋਲੋ ਕਰ ਸਕਦੇ ਹਾਂ। ਸੋ ਉਸ ਤੋਂ ਪਹਿਲਾਂ ਮੈਂ ਇੱਕ ਚੀਜ਼ ਹੋਰ ਦੱਸਣੀ ਚਾਹੁੰਦਾ ਸੀਗਾ ਕਿ ਕਦੀ ਵੀ ਆਪਾਂ ਨੂੰ ਨਾ ਜਿਹੜਾ ਗ੍ਰੇਨ ਖਾਂਦੇ ਆ ਆਪਾਂ, ਉਹ ਗ੍ਰੇਨ ਜਿਵੇਂ ਹੋ ਗਿਆ, ਆਪਾਂ ਨੂੰ ਚਾਵਲ ਦੇ ਨਾਲ ਰੋਟੀ ਨਹੀਂ ਖਾਣੀ ਚਾਹੀਦੀ। ਕਈ ਵਾਰੀ ਮੈਂ ਦੇਖਦਾ ਕਿ ਲੋਕੀ ਚਾਵਲ ਵੀ ਖਾ ਰਹੇ ਨਾਲ ਰੋਟੀ ਵੀ ਖਾ ਰਹੇ ਆ, ਉਹ ਚੀਜ਼ ਨਹੀਂ ਕਰਨੀ ਚਾਹੀਦੀ। ਇੱਕ ਟਾਈਮ ਤੇ ਚਾਵਲ ਖਾਓ ਜਾਂ ਇੱਕ ਟਾਈਮ ਤੇ ਰੋਟੀ ਖਾਓ, ਹੈ ਨਾ। ਇਸੇ ਤਰ੍ਹਾਂ ਕੱਚਾ ਭੋਜਨ ਜਿਹੜਾ ਹੈਗਾ ਉਹ ਪੱਕੇ ਹੋਏ ਭੋਜਨ ਵਿੱਚ ਮਿਕਸ ਕਰਕੇ ਨਹੀਂ ਖਾਣਾ ਚਾਹੀਦਾ। ਜਿਵੇਂ ਕਿ ਆਪਾਂ ਫਰੂਟਸ ਦੀ ਗੱਲ ਕਰੀਏ, ਜੇ ਆਪਾਂ ਖਾਣਾ ਖਾਇਆ ਤੇ ਨਾਲ ਹੀ ਫਰੂਟਸ ਵੀ ਖਾ ਲਏ, ਇਦਾਂ ਨਹੀਂ ਕਰਨਾ ਚਾਹੀਦਾ। ਆਪਾਂ ਨੂੰ ਕੀ ਕਰਨਾ ਚਾਹੀਦਾ, ਹਮੇਸ਼ਾ ਗੈਪ ਮੇਨਟੇਨ ਕਰਕੇ ਰੱਖਣਾ ਚਾਹੀਦਾ ਹੈ। ਸੋ ਉਹਦੇ ਬਾਰੇ ਵੀ ਆਪਾਂ ਹੁਣ ਗੱਲ ਕਰਾਂਗੇ। ਤੇ ਇੱਕ ਦੋ ਰੂਲਸ ਮੈਂ ਹੋਰ ਦੱਸ ਦਿੰਦਾ ਕਿ ਪਾਣੀ ਕਦੇ ਵੀ ਖਾਣਾ ਦੇ ਨਾਲ ਨਹੀਂ ਪੀਣਾ ਚਾਹੀਦਾ, ਤੇ ਖਾਣਾ ਖਾਣ ਤੋਂ ਹਮੇਸ਼ਾ 1 ਘੰਟੇ ਬਾਅਦ ਪਾਣੀ ਪੀਣਾ ਚਾਹੀਦਾ ਹੈ। ਤੇ ਖਾਣਾ ਹਮੇਸ਼ਾ ਭੂਖ ਦੇ ਮੁਤਾਬਿਕ ਖਾਣਾ ਚਾਹੀਦਾ, ਜਿੰਨੀ ਭੁੱਖ ਲੱਗੇ ਉਹਨਾਂ, ਇਹਨਾਂ ਨਹੀਂ ਕਿ ਭਰ ਕੇ ਖਾ ਲਿਆ, ਭੁੱਖ ਵੀ ਨਹੀਂ ਲੱਗਦੀ ਪਈ ਫਿਰ ਵੀ। ਤੇ ਹਮੇਸ਼ਾ ਖਾਣੇ ਨੂੰ ਚਬਾ ਕੇ ਇੰਨਾ ਚਬਾਉਣਾ ਚਾਹੀਦਾ ਹੈ ਕਿ ਉਹ ਮੂੰਹ ਦੇ ਵਿਚਕਾਰ ਹੀ ਪਾਣੀ ਬਣ ਜਾਵੇ ਤੇ ਪਾਣੀ ਬਣ ਕੇ ਅੰਦਰ ਜਾਵੇ। ਜੇ ਪਾਣੀ ਬਣ ਕੇ ਅੰਦਰ ਜਾਊਗਾ ਫਿਰ ਉਹ ਐਕਸੈਸ weight ਨਹੀਂ ਵਧੂਗਾ, ਹੈ ਨਾ। ਅੱਛਾ। ਤੇ ਇਸ ਤੋਂ ਇਲਾਵਾ ਡਿਨਰ ਤੋਂ ਬਾਅਦ ਹਮੇਸ਼ਾ 10 ਮਿੰਟ ਵਾਕ ਕਰਨੀ ਚਾਹੀਦੀ ਹੈ, ਤੇ ਬ੍ਰੇਕਫਾਸਟ ਐਂਡ ਲੰਚ ਤੋਂ ਬਾਅਦ ਹਮੇਸ਼ਾ 10-15 ਮਿੰਟ ਰੈਸਟ ਕਰਨਾ ਚਾਹੀਦਾ ਹੈ। ਡਿਨਰ ਤੋਂ ਬਾਅਦ ਵਾਕ ਤੇ ਬ੍ਰੇਕਫਾਸਟ ਐਂਡ ਲੰਚ ਤੋਂ ਬਾਅਦ ਰੈਸਟ 15 ਮਿੰਟ ਦਾ। ਸੋ ਇਹ ਹੈਗੇ ਸਭ ਬੇਸਿਕ ਪੁਆਇੰਟਸ। ਸੋ ਹੁਣ ਆਪਾਂ ਡਾਈਟ ਤੇ ਆਉਂਦੇ ਆ ਕਿ ਡਾਈਟ ਕਿਦਾਂ ਇੱਕ ਆਈਡੀਅਲ ਹੋਣੀ ਚਾਹੀਦੀ ਹੈ ਸਾਨੂੰ ਆਪਣੇ weight ਨੂੰ ਆਪਟੀਮਮ ਰੱਖਣ ਵਾਸਤੇ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਆਪਾਂ ਸਵੇਰੇ ਟਾਈਮ ਸਿਰ ਉੱਠੀਏ, ਲਗਭਗ 6 ਵਜੇ ਦੇ ਆਸ-ਪਾਸ ਤਾਂ ਘੱਟੋ ਘੱਟ ਉੱਠੀਏ ਹੀ। ਜੇ ਆਪਾਂ ਅੰਮ੍ਰਿਤ ਵੇਲਾ ਉੱਠਦੇ ਹਾਂ ਤਾਂ ਬਹੁਤ ਵਧੀਆ ਗੱਲ ਹੈਗੀ, ਨਹੀਂ ਤਾਂ 6 ਵਜੇ ਤਾਂ ਹਰ ਕਿਸੇ ਨੂੰ ਉੱਠ ਹੀ ਜਾਣਾ ਚਾਹੀਦਾ। ਉਸ ਤੋਂ ਬਾਅਦ ਤਾਂ ਲੇਟ ਕਰਨ ਦਾ ਮਤਲਬ ਨਹੀਂ ਬਣਦਾ। ਫਿਰ ਸਵੇਰੇ 6 ਵਜੇ ਉੱਠ ਕੇ ਆਪਾਂ ਕੀ ਕਰਨਾ ਹੈ, ਉੱਠਦੇ ਸਾਰ ਹੀ ਬਿਨਾਂ ਬ੍ਰਸ਼ ਕੀਤੇ, ਅਜੇ ਬ੍ਰਸ਼ ਨਹੀਂ ਕਰਨਾ, ਉੱਠਦੇ ਸਾਰ ਹੀ ਕੋਸਾ ਮਾੜਾ ਕੋਸਾ ਪਾਣੀ 2 ਗਲਾਸ ਜਾਂ 3 ਗਲਾਸ ਪੀ ਲੈਣਾ ਹੈ, ਜੇ ਵਜਨ ਘਟਾਉਣਾ ਆ ਤਾਂ। ਜੇ ਵਜਨ ਨਾਰਮਲ ਹੈਗਾ ਫਿਰ ਨਹੀਂ ਇਦਾਂ ਕਰਨਾ, ਫਿਰ 1 ਗਲਾਸ 1.5-2 ਗਲਾਸ ਨਾਲ ਚੱਲ ਜਾਂਦਾ ਹੈ। ਪਰ ਜੇ ਵਜਨ ਘਟਾਉਣਾ ਆ ਤੇ ਸਵੇਰੇ ਉੱਠ ਕੇ ਆਪਾਂ 2 ਗਲਾਸ ਜਾਂ 3 ਗਲਾਸ ਕੋਸਾ ਪਾਣੀ ਸਵੇਰੇ ਆਰਾਮ ਨਾਲ ਪੀ ਕੇ ਕਰ ਸਕਦੇ ਹਾਂ। ਫਿਰ ਥੋੜੀ ਦੇਰ ਬਾਅਦ ਬ੍ਰਸ਼ ਕਰਕੇ ਆਪਣਾ ਡੇਲੀ ਦਾ ਕੰਮਕਾਜ ਕਰ ਸਕਦੇ ਹਾਂ। ਸੋ ਇਹ ਸ਼ੁਰੂਆਤ ਹੋ ਗਈ, ਆਪਾਂ ਕਹਿ ਲਈਏ ਵੀ ਦਿਨ ਦੀ ਸ਼ੁਰੂਆਤ ਜਿਹੜੀ ਆ ਉਹ ਇਸ ਤਰੀਕੇ ਦੇ ਨਾਲ ਕਰਨੀ ਹੈ। ਤੇ ਉਸ ਤੋਂ ਬਾਅਦ ਅਗਲਾ ਜਿਹੜਾ ਹੈਗਾ, ਅਗਲੀ ਕੀ ਸਟੈਪ ਹੋਣਾ ਚਾਹੀਦਾ? ਹਾਂ, ਪਾਣੀ ਵਿੱਚ ਮੈਂ ਇਹ ਕਹਿਣਾ ਚਾਹੁੰਦਾ, ਜੇ ਪਾਣੀ ਵਿੱਚ ਤੇ ਸੌਂਫ ਪਾਣਾ ਚਾਹੁੰਦੇ ਹੋ, 1 ਚਮਚ ਸੌਂਫ ਪਾ ਕੇ ਉਹ ਬੋਇਲ ਕਰਕੇ ਉਹ ਵਾਲਾ ਪਾਣੀ ਵੀ ਪੀ ਸਕਦੇ ਹੋ, ਜਾਂ ਅੱਧਾ ਚਮਚ ਜੀਰਾ ਪਾ ਕੇ ਵੀ ਬੋਇਲ ਕਰਕੇ ਉਸਨੂੰ ਵੀ ਪੀ ਸਕਦੇ ਹੋ, ਤੇ ਨਿੰਬੂ ਪਾ ਕੇ ਵੀ ਉਸਨੂੰ ਪੀ ਸਕਦੇ ਹੋ। ਉਹ ਡਿਪੈਂਡਿੰਗ ਔਨ ਡਿਫਰੈਂਟ ਬੋਡੀ ਟਾਈਪਸ ਤੇ ਡਿਫਰੈਂਟ ਕੰਡੀਸ਼ਨਸ ਆਪਾਂ ਚੇਂਜ ਕਰਦੇ ਹਾਂ। ਪਰ ਆਪਾਂ ਇੱਥੇ ਗੱਲ ਕਰ ਰਹੇ ਹਾਂ ਜਿਨ੍ਹਾਂ ਨੂੰ ਹੋਰ ਕੋਈ ਬਿਮਾਰੀ ਨਹੀਂ ਹੈਗੀ, ਸਿਰਫ weight ਦਾ ਇਸ਼ੂ ਹੈਗਾ, ਤੇ ਉਹ ਸਿਰਫ ਨਾਰਮਲ ਪਾਣੀ ਲੀਜੀਏ ਤੇ ਉਹਦੇ ਵਿੱਚ ਆਪਣਾ ਹਲਕਾ ਕੋਸਾ ਕਰਕੇ ਪੀ ਲੀਜੀਏ। ਫਿਰ ਉਸ ਤੋਂ 2 ਘੰਟੇ ਬਾਅਦ ਲਗਭਗ 8 ਵਜੇ ਦੇ ਆਸ-ਪਾਸ ਸਾਨੂੰ ਇੱਕ ਵੈਜੀਟੇਬਲ ਜੂਸ ਪੀਣਾ ਹੈਗਾ। ਉਹ ਵੈਜੀਟੇਬਲ ਜੂਸ ਜਿਹੜਾ ਹੋਏਗਾ ਉਹ ਹੋ ਸਕਦਾ ਹੈ ਗਾਜਰ ਦਾ, ਹੋ ਸਕਦਾ ਹੈ ਪਾਲਕ ਦਾ, ਹੋ ਸਕਦਾ ਹੈ ਚੁਕੰਦਰ ਦਾ, ਹੋ ਸਕਦਾ ਹੈ ਜਾਂ ਫਿਰ ਸਫੇਦ ਪੇਠੇ ਦਾ ਹੋ ਸਕਦਾ ਹੈ, ਤੇ ਜਾਂ ਫਿਰ ਨਾਰੀਅਲ ਪਾਣੀ ਹੋ ਸਕਦਾ ਹੈ। ਸੋ ਇਸ ਤਰ੍ਹਾਂ ਦਾ ਕੋਈ ਲਿਕੁਇਡ ਲੈਣਾ ਹੈ ਜਿਹੜਾ ਸਾਡੀ ਬੋਡੀ ਨੂੰ ਅੰਦਰੋਂ ਸਾਫ਼ ਕਰ ਦੂਗਾ। ਠੀਕ ਹੈ। ਇਸ ਤੋਂ ਬਾਅਦ 8 ਵਜੇ ਤੋਂ ਬਾਅਦ 1.5 ਘੰਟਾ ਕੋ ਟਾਈਮ ਦੇਣਾ ਹੈ ਆਪਾਂ ਨੂੰ ਬੋਡੀ ਨੂੰ ਸਾਫ਼ ਹੋਣ ਦਾ। ਫਿਰ 1.5 ਘੰਟੇ ਬਾਅਦ ਸਾਨੂੰ ਫਰੂਟਸ ਖਾਣੇ ਆ। ਠੀਕ ਹੈ। ਯਾਨੀ ਕਿ ਲਗਭਗ 9:30-10 ਵਜੇ ਸਾਨੂੰ ਫਰੂਟਸ ਖਾਣੇ ਆ। ਉਹ ਜਿਹੜੇ ਫਰੂਟਸ ਹੈਗੇ ਉਹ ਕੋਈ ਵੀ ਹੋ ਸਕਦੇ ਆ, ਕਿੰਨੀ ਵੀ ਕੁਆਂਟੀਟੀ ਵਿੱਚ ਹੋ ਸਕਦੇ ਆ। ਜਿਹੜਾ ਫਰੂਟ ਤੁਸੀਂ ਲਾਈਕ ਕਰਦੇ ਹੋ ਉਹ ਵਾਲਾ ਫਰੂਟ ਤੁਸੀਂ ਖਾ ਸਕਦੇ ਹੋ। ਜਿਵੇਂ
ਮੈਂਗੋਸ ਲਾਈਕ ਕਰਦੇ ਮੈਂਗੋ, ਸਟ੍ਰਾਬੇਰੀ ਤਾਂ ਸਟ੍ਰਾਬੇਰੀ, ਬਲੂਬੇਰੀਜ਼, ਬਨਾਨਾਸ, ਐਪਲਸ, ਪੀਅਰਸ, ਜਿਹੜਾ ਵੀ ਫਰੂਟ ਲਾਈਕ ਕਰਦੇ ਜਿੰਨੀ ਮਰਜ਼ੀ ਕੁਆਂਟੀਟੀ ਵਿੱਚ ਖਾ ਸਕਦੇ ਹੋ। ਇਦਾਂ ਨਹੀਂ ਸੋਚਣਾ ਕਿ ਜ਼ਿਆਦਾ ਖਾਵਾਂਗਾ ਤਾਂ weight ਵੱਧ ਜਾਊਗਾ। ਜਿੰਨਾ ਮਰਜ਼ੀ ਫਰੂਟ ਖਾਓਗੇ ਉਹ weight ਨੂੰ ਵਧਾਊਗਾ ਨਹੀਂ, weight ਨੂੰ ਨਾਰਮਲਾਈਜ਼ ਕਰੂਗਾ। ਜੇ weight ਜ਼ਿਆਦਾ ਹੈਗਾ ਤੇ ਉਹਨੂੰ ਘਟਾਊਗਾ, ਤੇ ਜੇ ਥੋੜਾ ਘੱਟ ਹੈਗਾ ਤੇ ਉਹਨੂੰ ਵੀ ਵਧਾਉਣ ਵਾਸਤੇ ਹੈਲਪ ਕਰੇਗਾ, ਡਿਪੈਂਡਿੰਗ ਔਨ ਅਦਰ ਸਰਕਮਸਟੈਂਸਸ ਤੇ। ਪਰ ਆਪਾਂ ਹਾਲੇ ਤਾਂ weight loss ਦੀ ਹੀ ਗੱਲ ਕਰਦੇ ਆ। ਸੋ ਉਹ ਕੀ ਕਰੇਗਾ ਕਿ ਫਾਈਬਰ ਰਿਚ ਹੋਏਗਾ, ਅੰਦਰੋਂ ਸਫਾਈ ਕਰੇਗਾ, ਟੌਕਸਿਨਸ ਨੂੰ ਬਾਹਰ ਕੱਢੇਗਾ, ਤੇ weight ਆਪਣੇ ਆਪ ਜਿਹੜਾ ਹੈਗਾ ਐਕਸੈਸ ਵਾਲਾ ਉਹ ਘਟਣਾ ਸ਼ੁਰੂ ਹੋ ਜਾਏਗਾ। ਸੋ ਦੁਪਹਿਰ ਦੇ 12 ਵਜੇ ਤੱਕ ਸਿਰਫ ਫਰੂਟਸ ਖਾਣੇ ਆ, ਕਿੰਨੀ ਮਰਜ਼ੀ ਕੁਆਂਟੀਟੀ ਵਿੱਚ। ਮੰਨ ਲਓ ਤੁਸੀਂ 9:30 ਵਜੇ ਫਰੂਟ ਖਾਦਾ ਬਹੁਤ ਭਰ ਕੇ, ਲੇਕਿਨ ਫਿਰ 11 ਵਜੇ ਭੁੱਖ ਲੱਗੀ ਤਾਂ ਫਿਰ ਫਰੂਟਸ ਖਾਣੇ ਆ, ਜਿੰਨਾ ਮਨ ਕਰੇ ਉਹਨਾਂ ਖਾ ਸਕਦੇ ਆ। ਠੀਕ ਹੈ, ਠੀਕ ਹੈ। ਸੋ ਇਹ ਆਪਾਂ ਕਹਿ ਲਈਏ ਵੀ ਵੈਜੀਟੇਬਲ ਜੂਸ ਤੋਂ ਬਾਅਦ ਤੁਸੀਂ ਜਿਵੇਂ ਦੱਸਿਆ ਕਿ ਉਸ ਤੋਂ ਬਾਅਦ ਫਰੂਟ ਦੀ ਵਾਰੀ ਆ ਜਾਂਦੀ ਹੈ ਕਿ ਫਰੂਟ ਤੁਸੀਂ ਜਿੰਨਾ ਚਾਹੋ ਖਾ ਸਕਦੇ ਹੋ। ਹੁਣ ਕੁਐਸਚਨ ਮੇਰੇ ਮਨ ਦਾ ਹੀ ਹੈ ਤੇ ਬਹੁਤਿਆਂ ਦਾ ਹੋਏਗਾ ਵੀ, ਕੋਈ ਆਮ ਸ਼ੂਗਰ ਦੇ ਮਰੀਜ਼ ਵੀ ਹੈਗੇ ਨੇ ਵਿੱਚ, ਤੇ ਉਹ ਕਈ ਵਾਰੀ ਕਹਿੰਦੇ ਫਰੂਟ ਖਾਣ ਦੇ ਨਾਲ ਸ਼ੂਗਰ ਜਿਹੜੀ ਹੈ ਸਾਡੀ ਜ਼ਿਆਦਾ ਹੋ ਗਈ ਤੇ ਜਾਂ ਉਹਦੀ ਮਾਤਰਾ ਜਿਹੜੀ ਹੈ ਵੱਧ ਗਈ ਹੈ। ਇਹਦੇ ਬਾਰੇ ਵੀ ਮਾੜਾ ਜਿਹਾ ਚਾਨਣਾ ਪਾਈ ਦਿਓ। ਇੱਥੇ ਸਮਝਣ ਦੇ ਦੋ ਪੁਆਇੰਟਸ ਹੈਗੇ। ਪਹਿਲੀ ਗੱਲ ਤਾਂ ਜਿਹੜਾ ਫਰੂਟਸ ਵਿੱਚ ਸ਼ੂਗਰ ਹੁੰਦਾ ਹੈ ਉਹ ਮੋਸਟਲੀ ਫਰੂਕਟੋਜ਼ ਹੁੰਦਾ ਹੈ। ਸ਼ੂਗਰ ਦੇ 3 ਫਾਰਮ ਹੁੰਦੇ ਆ, ਇੱਕ ਹੁੰਦਾ ਗਲੂਕੋਜ਼, ਮਤਲਬ ਡਿਫਰੈਂਟ ਫਾਰਮਸ ਹੁੰਦੇ ਆ। ਉਹਦੇ ਵਿੱਚ ਮੇਨ ਜਿਹੜੇ ਹੈਗੇ ਗਲੂਕੋਜ਼ ਹੈਗਾ, ਫਰੂਕਟੋਜ਼ ਹੈਗਾ, ਸੁਕਰੋਜ਼ ਹੈਗਾ। ਫਰੂਟਸ ਵਿੱਚ ਜ਼ਿਆਦਾਤਰ ਫਰੂਕਟੋਜ਼ ਹੁੰਦਾ ਹੈ। ਫਰੂਕਟੋਜ਼ ਕੀ ਕਰਦਾ ਹੈ, ਡਾਇਰੈਕਟਲੀ ਬਲੱਡ ਵਿੱਚ ਸੀਪ ਇਨ ਨਹੀਂ ਕਰਦਾ, ਉਹ ਲਿਵਰ ਦੇ ਥਰੂ ਹੋ ਕੇ ਜਾਂਦਾ ਹੈ। ਐਜ਼ ਅ ਰਿਜ਼ਲਟ ਉਹ ਡਾਇਰੈਕਟਲੀ ਬਲੱਡ ਗਲੂਕੋਜ਼ ਨੂੰ ਨਹੀਂ ਵਧਾਉਂਦਾ, ਜਿਹੜਾ ਅਸਲ ਵਿੱਚ ਡਾਇਬੀਟੀਜ਼ ਦਾ, ਜਦ ਆਪਾਂ ਡਾਇਬੀਟੀਜ਼ ਦੀ ਗੱਲ ਕਰਦੇ ਹਾਂ ਤੇ ਉਹ ਹਾਈ ਗਲੂਕੋਜ਼ ਦੀ ਗੱਲ ਆਪਾਂ ਕਰ ਰਹੇ ਹੁੰਦੇ ਆ। ਸੋ ਉਦੋਂ ਇੰਪੈਕਟ ਨਹੀਂ ਕਰਦਾ। ਪਲੱਸ ਕਿਉਂਕਿ ਜਿਹੜੇ ਫਰੂਟਸ ਨੇ ਉਹ ਲਿਵਿੰਗ ਫੂਡ ਨੇ, ਉਹਦੇ ਅੰਦਰ ਐਂਜ਼ਾਈਮਸ ਨੇ, ਨਿਊਟ੍ਰੀਸ਼ਨ ਨੇ, ਐਂਡ ਗॉड ਮੇਡ ਸ਼ੂਗਰ ਹੈਗੀ। ਸੋ ਗॉड ਮੇਡ ਸ਼ੂਗਰ ਜਦ ਅੰਦਰ ਜਾਂਦੀ ਹੈ ਤੇ ਸਾਨੂੰ ਡਾਇਬੀਟੀਜ਼ ਤੋਂ ਠੀਕ ਕਰਦੀ ਹੈ। ਮੈਂ ਇੱਥੇ ਐਗਜ਼ਾਮਪਲ ਦੇਣਾ ਚਾਹੁੰਦਾ। ਮੇਰੇ ਇੱਕ ਪੇਸ਼ੈਂਟ ਸੀਗੇ, ਭਾਈ ਸਵਰਨ ਸਿੰਘ ਉਹਨਾਂ ਦਾ ਨਾਮ ਸੀਗਾ। ਏਜ ਉਹਨਾਂ ਦੀ ਲਾਈਕ ਆਈ ਥਿੰਕ 62 ਸਾਲ ਦੀ ਉਮਰ ਸੀਗੀ ਉਹਨਾਂ ਦੀ ਜੀ। ਤੇ ਉਹਨਾਂ ਦਾ ਮੈਨੂੰ ਮੈਸੇਜ ਆਇਆ ਕਿ ਬਈ ਮੇਰੀ ਸ਼ੂਗਰ ਜਿਹੜੀ ਹੈ ਅਚਾਨਕ ਹੀ ਮੈਂ ਚੈੱਕ ਕਰਾਈ ਹੈ 500 ਦੇ ਉੱਤੇ ਜਾ ਚੁੱਕੀ ਹੈ, ਐਂਡ ਮੈਨੂੰ ਥੋੜੀ ਦਿੱਕਤ ਆਉਣ ਲੱਗ ਪਈ ਹੈ। ਤੇ ਇਸ ਤੋਂ ਪਹਿਲਾਂ ਕਦੀ ਉਹਨਾਂ ਨੇ ਚੈੱਕ ਨਹੀਂ ਕੀਤੀ ਸੀ, ਉਹਨਾਂ ਨੂੰ ਪਤਾ ਨਹੀਂ ਸੀਗਾ, ਤੇ ਕਹਿੰਦੇ ਸਿੱਧਾ ਹੀ 500 ਦੇ ਉੱਤੇ ਸ਼ੂਗਰ ਆ ਗਈ। ਮੈਂ ਕਿਹਾ ਤੁਸੀਂ ਇਦਾਂ ਡਾਈਟ ਫੋਲੋ ਕਰੋ, ਤੇ ਡਾਈਟ ਫੋਲੋ ਕਰੋ ਤੇ ਆਪਣੇ ਆਪ ਠੀਕ ਹੋ ਜਾਏਗੀ। ਉਹਨਾਂ ਨੇ 1 ਮਹੀਨੇ ਬਾਅਦ ਮੈਨੂੰ ਫਿਰ ਮੈਸੇਜ ਕੀਤਾ ਹੈ ਨਾ। ਉਹ 1 ਮਹੀਨੇ ਬਾਅਦ ਉਹਨਾਂ ਨੇ ਕਿਹਾ ਕਿ ਮੇਰੀ ਨਾਰਮਲ ਹੋ ਗਈ ਹੈ ਸ਼ੂਗਰ, ਤੇ ਵਧੀਆ ਸਾਰਾ 126 ਤੱਕ ਆ ਚੁੱਕੀ ਹੈ ਮੇਰੀ ਸ਼ੂਗਰ। ਤੇ ਮੈਂ ਉਹਨਾਂ ਨੂੰ ਫੋਨ ਕਰਕੇ ਪੁੱਛਿਆ, ਮੈਂ ਕਿਹਾ ਇਦਾਂ ਕਿੱਦਾਂ ਤੁਸੀਂ ਕੀਤਾ ਹੈ ਨਾ। ਕਹਿੰਦੇ ਮੈਂ ਸਵੇਰੇ ਉੱਠ ਕੇ ਸੈਰ ਕਰਨ ਜਾਂਦਾ ਸੀਗਾ, ਪਾਣੀ ਪੀਂਦਾ ਸੀਗਾ ਜਿਵੇਂ ਤੁਸੀਂ ਦੱਸਿਆ ਸੀ ਬਿਨਾਂ ਬ੍ਰਸ਼ ਕੀਤੇ, ਉਸ ਤੋਂ ਬਾਅਦ ਮੈਂ 1 ਕਿਲੋ ਅੰਬ ਖਾਂਦਾ ਸੀਗਾ। ਅੱਛਾ, ਕੀ ਹਾਂ, ਬਾਤ। ਕਹਿੰਦੇ 1 kg ਮੈਂਗੋਸ ਖਾਂਦਾ ਸੀਗਾ ਤੇ ਉਹਦੇ ਨਾਲ ਮੈਂ ਠੀਕ ਹੋ ਗਿਆ। ਮੈਂ ਕਿਹਾ ਕਿ ਇਹ ਤਾਂ ਫਿਰ ਵਧੀਆ ਗੱਲ ਹੈ ਨਾ, ਜੇ ਆਪਾਂ ਮਿੱਠੇ ਮਿੱਠੇ ਫਲ ਜਿੰਨੇ ਖਾਵਾਂਗੇ ਉਹਨਾਂ ਡਾਇਬੀਟੀਜ਼ ਸਾਡੀ ਠੀਕ ਹੋਏਗੀ। ਤਾਂ ਡਾਇਬੀਟੀਜ਼ ਪੇਸ਼ੈਂਟਸ ਨੂੰ ਫਰੂਟਸ ਨੂੰ ਨਹੀਂ ਘਬਰਾਉਣਾ ਚਾਹੀਦਾ, ਉਹਨਾਂ ਨੂੰ ਘਬਰਾਉਣਾ ਚਾਹੀਦਾ ਹੈ ਜਿਹੜੇ ਫਾਸਟ ਫੂਡ ਨੇ, ਜਿਹੜੇ ਗੇਹੂੰ ਹੈਗੀ, ਬਹੁਤ ਜ਼ਿਆਦਾ ਗੇਹੂੰ ਖਾਣਾ, ਹਰ 3 ਟਾਈਮ ਗੇਹੂੰ ਖਾਣਾ, ਜਾਂ ਬਹੁਤ ਜ਼ਿਆਦਾ ਦੁੱਧ, ਦਹੀਂ, ਮੱਖਣ, ਪਨੀਰ, ਇਹ ਸਾਰੀ ਚੀਜ਼ਾਂ ਬਹੁਤ ਖਾਣਾ, ਜਾਂ ਫਿਰ ਕਹਿ ਲਓ ਕਿ ਸ਼ੂਗਰ ਚੀਨੀ ਖਾਣੀ ਜਾਂ ਵਾਈਟ ਸਾਲਟ ਖਾਣੀ, ਇਹ ਸਾਰੀ ਚੀਜ਼ਾਂ ਤੋਂ ਘਬਰਾਉਣਾ ਚਾਹੀਦਾ ਆ। ਸੋ ਜਿਹੜੇ ਫਰੂਟਸ ਹੈਗੇ ਉਹ ਸਾਨੂੰ ਡਾਇਬੀਟੀਜ਼ ਨੂੰ ਠੀਕ ਠੀਕ ਹੈ। ਸੋ ਇਹ ਫਰੂਟਸ ਕਰਨਗੇ। ਤੱਕ ਆਪਾਂ ਜਿਹੜੀ ਹੈ ਸਾਡੀ ਡਾਈਟ ਪਹੁੰਚ ਚੁੱਕੀ ਹੈ। ਪਹਿਲਾਂ ਉੱਠਦਿਆਂ ਸਾਰ ਗਰਮ ਪਾਣੀ, ਉਸ ਤੋਂ ਬਾਅਦ ਵੈਜੀਟੇਬਲ ਜੂਸ, ਫਿਰ ਫਰੂਟ ਦੇ ਉੱਤੇ ਆ ਗਈ। ਸੋ ਉਸ ਤੋਂ ਬਾਅਦ ਦੁਪਹਿਰ ਦਾ ਵੇਲਾ ਆ ਜਾਂਦਾ ਤੇ ਫਿਰ ਅਗਲਾ ਸਟੈਪ ਉਸ ਵੇਲੇ ਕੀ ਜਿਹੜਾ ਹੈਗਾ ਸਾਡਾ ਹੋਣਾ ਚਾਹੀਦਾ। ਹਾਂਜੀ, ਜੇ ਆਪਾਂ ਜਿਹੜੀ ਮੈਂ ਵੀਡੀਓ ਦੇ ਵਿੱਚ ਡਾਈਟ ਦੱਸ ਰਿਹਾ SIP ਡਾਈਟ, ਇਹ ਮੈਂ ਇਸ ਹਿਸਾਬ ਨੂੰ ਦੱਸ ਰਿਹਾ ਕਿ weight ਤੁਹਾਡਾ ਜਿਹੜਾ ਲਗਭਗ 10-15 ਕਿਲੋ ਐਕਸਟਰਾ ਹੈਗਾ, ਜਿੰਨਾ ਨਹੀਂ ਚਾਹੀਦਾ ਬੋਡੀ ਨੂੰ, ਤੇ ਉਹਨੂੰ ਛੇਤੀ ਘਟਾਉਣ ਵਾਸਤੇ 2 ਮਹੀਨਿਆਂ ਦੇ ਅੰਦਰ ਹੀ, ਜੇ ਤੁਹਾਡਾ weight 100 ਤੇ ਹੈਗਾ ਤੇ 100 ਤੋਂ 90 ਤੱਕ ਆ ਜਾਏਗਾ ਲਗਭਗ 2 ਮਹੀਨਿਆਂ ਦੇ ਅੰਦਰ ਸਿਰਫ ਡਾਈਟ ਦੇ ਨਾਲ ਹੀ, ਅਗਰ ਤੁਸੀਂ ਇਹਨੂੰ ਚੰਗੀ ਤਰ੍ਹਾਂ ਫੋਲੋ ਕਰੋਗੇ ਤਾਂ। ਸੋ ਉਸ ਹਿਸਾਬ ਨਾਲ ਮੈਂ ਡਾਈਟ ਦੱਸ ਰਿਹਾ। ਸੋ ਲੰਚ ਵਿੱਚ ਕੀ ਕਰਨਾ ਆਪਾਂ ਨੂੰ, ਲੰਚ ਵਿੱਚ ਕੱਚੀ ਸਬਜ਼ੀਆਂ ਖਾਣੀਆਂ ਨੇ, ਖੀਰਾ, ਟਮਾਟਰ, ਮੂਲੀ, ਗਾਜਰ, ਹਰੇ ਪੱਤੇ, ਤੇ ਉਹਦੇ ਵਿੱਚ ਨਿੰਬੂ ਥੋੜਾ ਜਿਹਾ ਪਾ ਲੈਣਾ ਹੈ, ਤੇ ਥੋੜੀ ਬਹੁਤ ਕਾਲੀ ਮਿਰਚ ਪਾ ਕੇ, ਤੇ ਹਲਕਾ ਮਾੜਾ ਮੋਟਾ ਡਰਾਈ ਫਰੂਟ ਤੇ ਸਪਰਾਊਟਸ ਪਾਉਣ ਦਾ ਜੀ ਕਰੇ ਤੇ ਉਹ ਵੀ ਪਾ ਸਕਦੇ ਹਾਂ। ਸੋ ਇਸ ਤਰ੍ਹਾਂ ਆਪਾਂ ਨੂੰ ਉਹ ਸੈਲਡ ਨੂੰ ਬਣਾ ਲੈਣਾ ਆਪਣਾ। ਠੀਕ ਹੈ। ਉਹਦੇ ਵਿੱਚ ਨਾਰੀਅਲ ਦੀ ਗ੍ਰੇਵੀ ਪਾ ਸਕਦੇ ਆ ਜੇ ਪਾਉਣੀ ਚਾਹੁੰਦੇ ਆ ਤਾਂ, ਤੇ ਉਹ ਜਿਹੜਾ ਸੈਲਡ ਆ ਉਹ ਪੂਰਾ ਪਲੇਟ ਭਰ ਕੇ ਖਾਣਾ, ਜਿੰਨਾ ਪੂਰੀ ਢਿੱਡ ਭਰ ਜਾਵੇ ਉਹਨਾਂ ਖਾ ਲੈਣਾ। ਤੇ ਫਿਰ ਮੰਨ ਲਓ ਅਗਰ ਸੈਲਡ ਖਾਣ ਤੋਂ 1.5-2 ਘੰਟੇ ਬਾਅਦ ਫਿਰ ਭੁੱਖ ਲੱਗ ਜਾਂਦੀ ਹੈ ਤੇ ਫਿਰ ਸੈਲਡ ਖਾ ਸਕਦੇ ਹੋ, ਲੇਕਿਨ ਇਹ 12 ਵਜੇ ਤੋਂ 3 ਵਜੇ ਦੇ ਵਿਚਕਾਰ ਦਾ ਹੈਗਾ। ਠੀਕ ਹੈ ਜੀ, ਠੀਕ ਸੋ ਹੈ। 12 ਤੋਂ 3 ਦੇ ਵਿਚਕਾਰ ਕੱਚੀ ਸਬਜ਼ੀਆਂ ਖਾਣੀਆਂ ਸਾਨੂੰ। ਤੇ ਜੇ ਲੱਗਦਾ ਹੈ ਕੱਚੀ ਸਬਜ਼ੀ ਨਹੀਂ ਸਾਨੂੰ ਸੂਟ ਕਰਦੀ ਪਈ, ਥੋੜੀ ਜਿਹੀ ਸਟੀਮ ਕਰਕੇ ਖਾ ਸਕਦੇ ਹਾਂ। ਸਟੀਮ ਮਤਲਬ ਭਾਂਪ ਲਾ ਕੇ, ਬੋਇਲ ਨਹੀਂ ਕਰਨੀ ਉਹਨੂੰ, ਸਟੀਮ ਲਾ ਕੇ ਖਾ ਸਕਦੇ ਹਾਂ। ਇਸ ਤੋਂ ਇਲਾਵਾ ਕੁਝ ਸਬਜ਼ੀਆਂ ਹੁੰਦੀਆਂ ਨੇ ਜਿਵੇਂ ਕਿ ਗੋਭੀ ਹੋ ਗਈ, ਜਾਂ ਕਹਿ ਲਓ ਕਿ ਆਪਣੀ ਸ਼ਲਗਮ ਹੋ ਗਈ, ਜਾਂ ਕਹਿ ਲਓ ਆਲੂ ਹੋ ਗਏ, ਇਹਨਾਂ ਨੂੰ ਆਪਾਂ ਕੱਚਾ ਨਹੀਂ ਖਾ ਸਕਦੇ। तो जे तुसी वेजिटेबल्स खाना चाहते हैं तो उसी उन्होंने स्टीम करके सॉरी बॉयल करके भी या स्टीम करके भी खा सकते हो अपने सैलड में मिला के, या अलग तो वेजिटेबल मील बना के। ਤੇ ਇਹ ਤਾਂ ਹੋ ਗਿਆ ਸਾਡਾ ਦੁਪਹਿਰ ਤੱਕ ਦਾ। ਦੱਸ ਰਹੇ ਹੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਆਪਾਂ ਜਿਹੜਾ ਤੁਸੀਂ ਦੱਸ ਰਹੇ ਹੋ, ਇਹ ਹਰ ਇੱਕ ਉਮਰ ਵਾਸਤੇ ਜਿਹੜੀ ਹੈ ਇਹ ਠੀਕ ਹੈ, ਜਾਂ ਫਿਰ ਇਹਦੇ ਵਿੱਚ ਇਹ ਵੀ ਗੱਲਬਾਤ ਹੈ ਕਿ ਇਨੀ ਏਜ ਤੱਕ ਜਿਹੜਾ ਇਹ ਡਾਈਟ ਫੋਲੋ ਕਰਨੀ ਹੈ, ਉਸ ਤੋਂ ਬਾਅਦ ਦੀ ਜੇਕਰ ਤੁਹਾਡੀ ਏਜ ਹੈ ਤਾਂ ਕੋਈ ਡਿਫਰੈਂਟ ਹੈਗੀ ਹੈ, ਇਹ ਵੀ ਮਾੜਾ ਜਿਹਾ ਦੱਸ ਦਿਓ। ਹਾਂ, ਮੈਂ ਇਹ ਐਕਸਪੈਕਟ ਕਰਕੇ ਚੱਲ ਰਿਹਾ ਕਿ 18 ਤੋਂ ਉੱਤੇ ਜੋ ਹੈਗਾ ਏਜ ਗਰੁੱਪ ਉਹ ਇਹਨੂੰ ਫੋਲੋ ਕਰਦਾ ਹੈ,
ਤੇ ਉਸ ਤੋਂ ਛੋਟੇ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਦੀ ਡਾਈਟ ਡਿਫਰੈਂਟ ਹੁੰਦੀ ਹੈ, ਕਿਉਂਕਿ ਉਹਨਾਂ ਨੂੰ ਬਹੁਤ ਜ਼ਿਆਦਾ એનર્ਜੀ, ਪ੍ਰੋਟੀਨ, ਨਿਊਟ੍ਰੀਸ਼ਨ ਦੀ ਲੋੜ ਹੁੰਦੀ ਹੈ। ਉਹਨਾਂ ਵਾਸਤੇ ਆਪਾਂ ਥੋੜਾ ਡਿਫਰੈਂਟ ਡਾਈਟ ਸੁਜੈਸਟ ਕਰਦੇ ਹਾਂ। ਪਰ ਜਿਹੜੀ ਹੁਣੇ ਗੱਲ ਕਰਦੇ ਹਾਂ, ਇਹ 18 ਤੋਂ ਉੱਤੇ ਜਿਹੜੇ ਲੋਕੀ ਹੈਗੇ ਉਹਨਾਂ ਵਾਸਤੇ ਆਪਾਂ ਗੱਲ ਕਰਦੇ ਹਾਂ, ਕਿਉਂਕਿ ਉਹਨਾਂ ਦੀ ਬੋਡੀ ਨੂੰ ਰਿਪੇਅਰ ਤੇ ਕਲੈਂਜ਼ਿੰਗ ਇਸ ਤਰ੍ਹਾਂ ਦੀ ਜ਼ਿਆਦਾ ਲੋੜ ਹੈਗੀ। ਬੋਡੀ ਬਿਲਡਿੰਗ ਦਾ ਟਾਈਮ ਨਹੀਂ ਹੈਗਾ ਇਸ ਟਾਈਮ ਉਹਨਾਂ ਦਾ। ਸੋ ਆਪਾਂ ਉਸ ਦੀ ਗੱਲ ਕਰਦੇ ਹਾਂ। ਪਲੱਸ ਇਹ 2 ਮਹੀਨੇ ਵਾਸਤੇ ਡਾਈਟ ਹੈਗੀ, ਉਸ ਤੋਂ ਬਾਅਦ ਇਹਨੂੰ ਮੋਡੀਫਾਈ ਕਰਨਾ ਪਊਗਾ ਤਾਂ ਕਿ ਉਹ ਥੋੜਾ ਹੋਰ ਨਿਊਟ੍ਰੀਸ਼ਨ ਫੂਡ ਵੀ ਆਵੇ। ਤੇ ਅਜੇ ਜਿਹੜਾ ਆਪਾਂ ਗੱਲ ਕਰਦੇ ਹਾਂ ਇਹ ਹੈਗਾ ਉਹਨਾਂ ਵਾਸਤੇ ਜਿਨ੍ਹਾਂ ਨੂੰ 10-15 ਕਿਲੋ ਘਟਾਉਣਾ ਆ 2 ਮਹੀਨੇ ਵਿੱਚ, ਤੇ ਉਮਰ ਜਿਹੜੀ ਹੈ 18 ਤੋਂ ਉੱਤੇ ਹੈਗੀ ਉਹਨਾਂ ਵਾਸਤੇ ਹੈਗੀ। ਠੀਕ ਹੈ, ਕੀ ਬਾਤ ਹੈ। ਸੋ ਦਰਸ਼ਕੋ, ਬਹੁਤ ਜ਼ਰੂਰੀ ਗੱਲਾਂ ਬਾਤਾਂ ਨੋਟ ਕਰਦੇ ਜਾਇਓ ਤਾਂ ਕਿ ਤੁਹਾਡੇ ਕੰਮ ਆ ਸਕਣ ਗੱਲਾਂ। ਹਾਂ, ਇੱਥੇ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਆ ਕਿ ਏਦਾਂ ਨਹੀਂ ਹੋਣਾ ਕਿ ਜੇ ਸਾਡਾ weight ਹੈਗਾ ਮਤਲਬ 70 ਹੈਗਾ ਤੇ ਆਪਾਂ ਚਾਹੁੰਦੇ ਆ ਕਿ ਉਹ 55 ਤੇ ਆ ਜਾਵੇ, ਤੇ ਜੇ ਬੋਡੀ ਨੂੰ ਚਾਹੀਦਾ ਇਹ 65 ਕਿਲੋ ਹੈਗਾ ਤੇ ਆਪਾਂ ਜ਼ਬਰਦਸਤੀ ਨੂੰ ਘਟਾਉਣ ਦੀ ਕੋਸ਼ਿਸ਼ ਕਰੀਏ, ਉਹ ਨਹੀਂ ਕੰਮ ਹੋ ਸਕਦਾ ਇਹਦੇ ਵਿੱਚ। ਇਹ ਤਾਂ ਆ ਜੇ ਤੁਹਾਡੀ ਬੋਡੀ ਵਿੱਚ 15-20 ਕਿਲੋ ਐਕਸਟਰਾ ਹੈਗਾ, 100 ਤੇ ਤੁਹਾਡਾ weight ਹੈਗਾ ਅਸਲੀ ਵਿੱਚ ਹੋਣਾ ਚਾਹੀਦਾ 70, ਤੇ ਉਹ 10-15 ਕਿਲੋ ਘਟਾ ਦੇਗਾ 2 ਮਹੀਨੇ ਵਿੱਚ, ਤੇ ਇਦਾਂ ਹੋ ਜਾਊਗਾ। ਲੇਕਿਨ ਜੇ ਬੋਡੀ ਨੂੰ ਚਾਹੀਦਾ ਹੈਗਾ ਉਹਨਾਂ weight ਤੇ ਤੁਸੀਂ ਕਹੋ ਕਿ ਨਹੀਂ ਘਟ ਜਾਵੇ, ਤੇ ਇਦਾਂ ਨਹੀਂ ਹੋ ਸਕਦਾ। ਉਹ ਤਾਂ ਬੋਡੀ ਪਹਿਲੀ ਗੱਲ ਆਪਣੇ ਆਪ ਨੂੰ ਰਜਿਸਟ ਕਰੇਗੀ, ਨਹੀਂ ਹੋਰ ਨਹੀਂ weight ਘਟਣਾ ਚਾਹੀਦਾ, ਇੰਨਾ weight ਤਾਂ ਹੋਣਾ ਹੀ ਚਾਹੀਦਾ ਹੈ। ਜੀ 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 ਜੀ। ਸੋ ਇਹ ਤਾਂ ਹੋ ਗਿਆ ਦੁਪਹਿਰ ਤੱਕ ਦਾ ਪ੍ਰੋਸੈਸ। ਦੁਪਹਿਰ ਤੋਂ ਬਾਅਦ 3 ਤੋਂ 6 ਦਾ ਜਿਹੜਾ ਹੁਣ 3 ਤੋਂ ਲੈ ਕੇ 6 ਤੱਕ ਦੇ ਵਿੱਚ ਸਾਨੂੰ ਕੀ ਕਰਨਾ ਹੈ, ਸਨੈਕਿੰਗ ਕਰ ਸਕਦੇ ਹਾਂ ਆਪਾਂ। ਸਨੈਕਿੰਗ ਵਿੱਚ ਕੀ ਕਰਨਾ ਹੈ, ਅਸੀਂ ਇੱਕ ਬੋਲ ਸਪਰਾਊਟਸ ਦਾ ਖਾ ਸਕਦੇ ਹਾਂ, ਕੋਈ ਵੀ ਸਪਰਾਊਟਸ, ਵੈਜੀਟੇਬਲ ਸਪਰਾਊਟਸ ਖਾਓਗੇ ਜ਼ਿਆਦਾ ਵਧੀਆ ਰਹੇਗਾ। ਜਾਂ ਤੁਸੀਂ ਮੂੰਗ ਦਾਲ ਦੇ, ਮੋਠ ਦਾਲ ਦੇ ਸਪਰਾਊਟਸ ਖਾ ਸਕਦੇ ਹੋ, ਉਹਦੇ ਵਿੱਚ ਤੁਸੀਂ ਵੈਜੀਟੇਬਲਸ ਐਡ ਕਰ ਸਕਦੇ ਹੋ। ਜਾਂ ਫਿਰ ਤੁਸੀਂ ਉਹਦੇ ਵਿੱਚ ਨਾਰੀਅਲ ਦੀ ਗਿਰੀ ਐਡ ਕਰ ਸਕਦੇ ਹੋ, ਜਾਂ ਫਿਰ ਡਰਾਈ ਫਰੂਟਸ ਖਾ ਸਕਦੇ ਹੋ, ਜਾਂ ਫਿਰ ਕੋਈ ਫਰੂਟ ਖਾਣ ਦਾ ਜੀ ਕਰੇ ਤੇ ਫਰੂਟ ਵੀ ਖਾ ਸਕਦੇ ਹੋ, ਕੋਈ ਫਰੂਟ ਜੂਸ ਲੈਣ ਦਾ ਜੀ ਕਰੇ, ਸੰਤਰੇ ਦਾ ਜੂਸ, ਮੌਸਮ ਦੇ ਜੂਸ, ਉਹ ਲੈ ਸਕਦੇ ਹੋ, ਨਾਰੀਅਲ ਪਾਣੀ ਵੀ ਲੈ ਸਕਦੇ ਹੋ। ਤੇ ਇਸ ਤਰ੍ਹਾਂ ਦੀ ਜਿਹੜੀ ਵਧੀਆ ਚੀਜ਼ਾਂ ਨੇ ਇਹ ਲੈ ਸਕਦੇ ਹੋ। ਈਵਨ ਖਜੂਰ, ਡੇਟਸ ਵੀ ਖਾ ਸਕਦੇ ਹੋ। ਸੋ ਇਹ ਸਾਰੀ ਚੀਜ਼ਾਂ ਹੈਗੀਆਂ। ਈਵਨ ਵੈਜੀਟੇਬਲ ਸੂਪ ਬਣਾ ਕੇ ਵੀ ਪੀ ਸਕਦੇ ਹੋ। ਸੋ ਇਹ ਚੀਜ਼ਾਂ ਹੈਗੀਆਂ ਸ਼ਾਮ ਦੇ 6 ਵਜੇ ਤੱਕ। ਹੁਣ ਆਪਾਂ ਗੱਲ ਕਰਦੇ ਹਾਂ ਇੱਕ ਫਾਈਨਲ ਜਿਹੜਾ ਮੀਲ ਹੋਏਗਾ ਸਾਡਾ, ਹੈਵੀ ਮੀਲ ਜਿਹੜਾ ਡੇ ਦਾ ਹੈ, ਉਹ ਆਪਾਂ ਰਾਤ ਨੂੰ ਕਰ ਸਕਦੇ ਹਾਂ ਬਿਟਵੀਨ 6 to 8, 6 ਤੋਂ 8 ਦੇ ਵਿਚਕਾਰ ਹੀ ਆਪਾਂ ਨੂੰ ਆਪਣੀ ਰੋਟੀ ਸਬਜ਼ੀ ਖਾ ਲੈਣੀ ਚਾਹੀਦੀ ਹੈ। ਤੇ ਉਹ ਸਾਡਾ ਦਿਨ ਦਾ ਜਿਹੜਾ ਹੈਵੀ ਮੀਲ ਹੈਗਾ, ਜਿਹੜਾ ਗ੍ਰੇਨ ਮੀਲ ਹੈਗਾ। ਬਸ ਬਾਕੀ ਟਾਈਮ ਸਾਡਾ ਰॉ ਫੂਡ ਜ਼ਿਆਦਾ ਚੱਲੂਗਾ। ਸਵੇਰੇ ਵੈਜੀਟੇਬਲ ਜੂਸ, ਫਿਰ ਉਸ ਤੋਂ ਬਾਅਦ ਫਰੂਟਸ, ਫਿਰ ਸੈਲਡ, ਫਿਰ ਸ਼ਾਮ ਨੂੰ ਸਨੈਕਸ, ਉਹਦੇ ਵਿੱਚ ਵੀ ਰॉ ਸਟਫ, ਤੇ ਰਾਤ ਨੂੰ ਇੱਕ ਆਪਾਂ ਕੁਕਡ ਮੀਲ ਖਾਣਾ ਆ। ਸੋ ਇਸ ਤਰ੍ਹਾਂ ਆਪਾਂ ਜੇ ਆਪਣਾ ਰੂਟੀਨ ਬਣਾ ਲਾਂਗੇ 8 AM to 8 PM ਦੇ ਵਿਚਕਾਰ, ਤੇ ਸਾਡਾ weight ਜਿਹੜਾ ਹੈਗਾ ਆਪਟੀਮਮਲੀ ਬਹੁਤ ਛੇਤੀ ਹੀ ਨਾਰਮਲ ਹੋਣਾ ਸ਼ੁਰੂ ਹੋ ਜਾਏਗਾ। 2 ਮਹੀਨੇ ਵਿੱਚ ਦੇ ਅੰਦਰ ਹੀ ਤੁਸੀਂ ਦੇਖੋਗੇ ਕਿ ਤੁਸੀਂ ਲਗਭਗ ਆਪਣੇ ਆਪਟੀਮਮ weight ਤੱਕ ਪਹੁੰਚ ਚੁੱਕੇ ਹੋ। ਉਸ ਤੋਂ ਬਾਅਦ ਤੁਸੀਂ ਆਪਣੀ ਡਾਈਟ ਵਿੱਚ ਨਿਊਟ੍ਰੀਸ਼ਨ ਐਡ ਕਰਨਾ ਸ਼ੁਰੂ ਕਰ ਸਕਦੇ ਹੋ, ਜਿਵੇਂ ਕਿ ਦੁਪਹਿਰ ਨੂੰ ਵੀ ਸੈਲਡ ਤੋਂ ਬਾਅਦ ਰੋਟੀ ਖਾਣਾ ਸ਼ੁਰੂ ਕਰ ਸਕਦੇ ਹੋ। ਮਤਲਬ ਸੈਲਡ ਖਾ ਲਿਆ ਫਿਰ ਰੋਟੀ ਖਾ ਲਈ। ਸੋ ਆਪਾਂ ਨੂੰ 2 ਮਹੀਨੇ ਜਿਹੜਾ ਹੈ ਸਲਾਦ ਦੇ ਉੱਤੇ, ਫਰੂਟ ਦੇ ਉੱਪਰ, ਜਾਂ ਫਿਰ ਤੁਸੀਂ ਇੱਕ ਰਾਤ ਦੇ ਟਾਈਮ ਦਾ ਕਿਹਾ ਵੀ ਭੋਜਨ ਆਪਾਂ ਮਤਲਬ ਕੁੱਲ ਮਿਲਾ ਕੇ ਆਪਾਂ ਇੱਕ ਵਾਰ ਸ਼ਾਮ ਨੂੰ ਜਿਹੜਾ ਹੈ ਉਹ ਕੁਕਡ ਜਿਹੜਾ ਹੈਗਾ ਉਹ ਖਾ ਸਕਦੇ ਹਾਂ। ਪਰ ਸਵੇਰ ਜਿਵੇਂ ਸ਼ੁਰੂਆਤ ਹੈਗੀ ਆ ਸਾਨੂੰ ਉਸ ਤਰੀਕੇ ਨਾਲ ਕਰਨੀ ਪੈਣੀ ਹੈ ਇਸ ਡਾਈਟ ਦੇ ਮੁਤਾਬਕ, ਘੱਟੋ ਘੱਟ 2 ਮਹੀਨੇ ਵਾਸਤੇ। ਬਿਲਕੁਲ। ਹੋਰ ਕੁਝ ਤੁਸੀਂ ਇਹਦੇ ਵਿੱਚ ਐਡ ਕਰਨਾ ਚਾਹੋ ਕਮਲਜੀਤ ਸਿੰਘ ਜੀ, ਜਾਂ ਫਿਰ ਮੈਂ ਸਵਾਲ ਜਿਹੜੇ ਆ ਅੱਗੋਂ ਲਵਾਂ ਤੇ ਜਿਹੜੀ ਗੱਲਬਾਤ ਹੈ ਫਿਰ ਆਪਾਂ ਅੱਗੇ ਵੀ ਤੋਰਦੇ ਹਾਂ। ਸਵਾਲਾਂ ਦੇ ਵਿੱਚੋਂ ਵੀ ਕਈ ਵਾਰ ਨਿਕਲ ਆਉਂਦਾ ਹੁੰਦਾ ਬਹੁਤ ਕੁਝ। ਜੀ ਇਹਦੇ ਵਿੱਚ ਪ੍ਰੀਕਾਸ਼ਨਸ ਉਹੀ ਲੈਣੀਆਂ ਨੇ ਜਿਹੜੇ ਮੈਂ ਪਹਿਲਾਂ ਰੂਲਸ ਦੱਸੇ ਸੀ, ਉਹਨਾਂ ਰੂਲਸ ਦੇ ਅਕੋਰਡਿੰਗ ਚੱਲਣਾ ਹੈ। ਤੇ ਖਾਸ ਜੋ 2 ਚੀਜ਼ਾਂ ਹੈਗੀਆਂ ਉਹ ਇਹ ਰੱਖਣੀਆਂ ਕਿ ਪਹਿਲੀ ਗੱਲ ਤਾਂ ਕੋਈ ਵੀ ਚੀਜ਼ ਜੋ ਫੈਕਟਰੀ ਤੋਂ ਨਿਕਲ ਕੇ ਆਉਂਦੀ ਹੈ, ਡੱਬਾ ਬੰਦ, ਕੈਂਡ, ਕੋਕ, ਪੈਪਸੀ, ਚਿਪਸ, 버ਗਰ, ਪੀਜ਼ਾ, ਇਹ ਸਭ ਚੀਜ਼ਾਂ ਨਹੀਂ ਖਾਣੀਆਂ ਬਿਲਕੁਲ ਵੀ। ਦੂਜੀ ਗੱਲ ਸੀਗੀ ਕਿ ਐਨੀਮਲ ਫੂਡ ਨਹੀਂ ਖਾਣਾ, ਜੋ ਵੀ ਜਾਨਵਰਾਂ ਤੋਂ ਨਿਕਲ ਕੇ ਆਉਂਦਾ ਹੋਇਆ, ਜਿਵੇਂ ਮਾਸ, ਮੱਛਲੀ, ਅੰਡਾ, ਤੇ ਦੁੱਧ ਵੀ, ਦਹੀਂ ਵਗੈਰਾ ਵੀ ਅਵੋਇਡ ਕਰੋਗੇ ਕੁਝ ਟਾਈਮ ਵਾਸਤੇ ਤਾਂ ਵਧੀਆ ਹੀ ਹੈਗਾ, ਜਲਦੀ ਠੀਕ ਹੋਵੋਗੇ। ਕਿਉਂਕਿ ਉਹ ਵੀ ਅੱਜ ਕੱਲ੍ਹ ਇੰਨਾ ਮਿਲਾਵਟੀ ਹੈ, ਇੰਨਾ ਉਹਦੇ ਵਿੱਚ ਕੈਮੀਕਲ ਹੈਗਾ, ਹਾਰਮੋਨਲ ਇੰਬੈਲੈਂਸਿਸ ਕਰਦਾ ਹੈ, ਨਾਲ ਬਿਮਾਰੀਆਂ ਵੀ ਕਰ ਰਿਹਾ ਹੈ। ਜੇ ਤਾਂ ਸ਼ੁੱਧ ਗਾਂ ਦਾ ਦੁੱਧ ਹੋਵੇ, ਦੇਸੀ ਗਾਂ ਦਾ ਦੁੱਧ ਹੋਵੇ ਤਾਂ ਪੀ ਸਕਦੇ ਹੋ, ਪਰ ਉਹ ਵੀ ਅਵੇਲੇਬਲ ਹੈ ਨਹੀਂ ਅੱਜ ਕੱਲ੍ਹ। ਸੋ ਜਾਂ ਤਾਂ ਸ਼ੁੱਧ ਦੁੱਧ ਨੂੰ ਲੱਭੋ, ਦੇਸੀ ਗਾਂ ਨੂੰ ਲੱਭੋ ਤੇ ਫਿਰ ਲਓ, ਨਹੀਂ ਤਾਂ ਅਵੋਇਡ ਕਰੋਗੇ ਤਾਂ ਬਹੁਤ ਵਧੀਆ। ਪੈਕੇਟ ਵਾਲਾ ਦੁੱਧ ਤਾਂ ਬਹੁਤ ਹੀ ਜ਼ਿਆਦਾ ਕੈਮੀਕਲ ਹੈਗਾ, ਤੁਸੀਂ ਪਹਿਲਾਂ ਵੀਡੀਓਜ਼ ਵੀ ਦੇਖੀਆਂ ਹੋਣੀਆਂ, ਉਹਦੇ ਵਿੱਚ ਕੌਸਟਿਕ ਸੋਡਾ, ਡਿਟਰਜੈਂਟ, ਪੇਂਟ, ਪਤਾ ਨਹੀਂ ਕੀ ਪਾ ਕੇ ਉਹ ਬਣਾਉਂਦੇ ਆ, ਉਹਨੂੰ ਥਿਕ ਲੱਗਣ, ਲੁੱਕ ਦੇਣ ਵਾਸਤੇ, ਝਾਗ ਬਣਾਉਣ ਵਾਸਤੇ, ਦੁਨੀਆ ਭਰ ਦੇ ਕੈਮੀਕਲ ਹੁੰਦੇ ਆ। ਬਚ ਕੇ ਰਹੋ ਤਾਂ ਉਹਨਾਂ ਵਧੀਆ ਆ। ਤੇ ਡਿਨਰ ਤੋਂ ਬਾਅਦ 10 ਮਿੰਟ ਆਪਾਂ ਨੂੰ ਵਾਕ ਕਰਨੀ ਚਾਹੀਦੀ ਹੈ, ਤੇ ਘੱਟੋ ਘੱਟ ਅੱਧਾ ਘੰਟਾ ਦਿਨ ਵਿੱਚ ਸੂਰਜ ਦੀ ਕਿਰਨਾਂ ਵਿੱਚ ਬਹਿਣਾ ਚਾਹੀਦਾ ਹੈ। ਤੇ ਜੇ ਐਕਸਰਸਾਈਜ਼ ਕਰੋਗੇ ਜਿਵੇਂ ਕਿ ਜੰਪਿੰਗ, ਸਕਿਪਿੰਗ ਜਾਂ ਜੋਗਿੰਗ, ਤੇ ਜਲਦੀ weight ਘਟੇਗਾ, ਹੋਰ ਵੀ ਵਧੀਆ। ਠੀਕ ਹੈ। ਸੋ ਨੋਟ ਕਰ ਲਓ ਦਰਸ਼ਕੋ, ਇਹ ਬੜੀਆਂ ਕੰਮ ਦੀਆਂ ਗੱਲਾਂ ਜਿਹੜੀਆਂ ਨੇ ਅੱਜ ਆਪਾਂ ਜਿਹੜੀਆਂ ਦੱਸੀਆਂ ਜਾ ਰਹੀਆਂ ਕਮਲਪ੍ਰੀਤ ਸਿੰਘ ਹੋਰਾਂ ਵੱਲੋਂ ਕਿ ਕਿਵੇਂ ਰੂਟੀਨ ਜਿਹੜਾ ਹੈਗਾ ਕਿ ਇਹਦੇ ਨਾਲ ਤੁਸੀਂ 2 ਮਹੀਨਿਆਂ ਦੇ ਵਿੱਚ ਆਪਣਾ ਜਿਹੜਾ ਵਾਧੂ ਫੈਟ ਜਿਹੜੀ ਚਰਬੀ ਹੈ ਸਰੀਰ ਦੇ ਵਿੱਚ ਇਕੱਠੀ ਹੋਈ ਉਹਨੂੰ ਘਟਾ ਸਕਦੇ ਹੋ। ਸੋ ਆਪਾਂ ਹੁਣ ਸਵਾਲ ਲੈਣਾ ਜੀ। ਇੱਕ ਸਵਾਲ ਆਪਣੇ ਕੋਲ ਆਇਆ, ਕਮਲ ਕੌਰ ਜੀ ਪੁੱਛਦੇ ਨੇ ਕਿ ਸਾਨੂੰ ਐਲੂਮੀਨੀਅਮ ਤੇ ਜਾਂ ਫਿਰ ਜਿਹੜੇ ਹੋਰ ਟੌਕਸਿਕ ਮਟੀਰੀਅਲ ਹੈਗਾ
ਇਹਨਾਂ ਦੇ ਉੱਤੇ ਸਾਨੂੰ ਕਿਉਂ ਲਾ ਦਿੱਤਾ ਗਿਆ, ਯਾਨੀ ਕਿ ਇਹ ਭਾਂਡੇ ਜਿਹੜੇ ਆ ਵਰਤਣ ਨੂੰ ਕਿਉਂ ਲਾ ਦਿੱਤੇ ਗਏ। ਹੋਰ ਵੀ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜਿਹੜੀਆਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਕਿਉਂ ਜਾਣਬੁੱਝ ਕੇ ਸਾਨੂੰ ਇਹ ਦੇ ਦਿੱਤੀਆਂ ਗਈਆਂ ਵੀ ਇਹਨਾਂ ਨੂੰ ਵਰਤੋ, ਇਹ ਵਰਤ ਕੇ ਤੁਸੀਂ ਸੁਖੀ ਹੋਵੋਗੇ। ਇੱਥੋਂ ਤੱਕ ਕਿ ਰਿਫਾਈਨਡ ਆਇਲਸ ਜਿਹੜੇ ਆ ਗਏ ਬਹੁਤ ਸਾਰੇ, ਪਹਿਲਾਂ ਆਪਾਂ ਸਰੋਂ ਦਾ ਤੇਲ ਵਰਤਦੇ ਸੀ, ਉਸ ਤੋਂ ਬਾਅਦ ਡਾਲਡਾ ਜਾਂ ਫਿਰ ਹੋਰ ਅੱਗੇ ਦੀਆਂ ਚੀਜ਼ਾਂ ਜਿਹੜੀਆਂ ਉਹ ਆ ਗਈਆਂ। ਸੋ ਇਹ ਕਿਉਂ ਕਹਿੰਦੇ ਆ ਵੀ ਇਹ ਇਸ ਤਰ੍ਹਾਂ ਕਿਉਂ ਕੀਤਾ ਗਿਆ ਇਹਨਾਂ ਵੱਲੋਂ? ਹਾਂਜੀ, ਸੋ ਇਹਦੇ ਵਿੱਚ ਮੇਨ ਜਿਹੜਾ ਚੀਜ਼ ਹੈਗਾ ਉਹ ਹੈਗਾ ਪ੍ਰੋਫਿਟਸ, ਮਨੀ ਇੱਕ ਤਰ੍ਹਾਂ ਨਾਲ ਹੈਗਾ, ਕਿਉਂਕਿ ਜਿਹੜਾ ਕੈਮੀਕਲ ਦੇ ਆਪਣਾ ਜਿਹੜੇ ਕਿਸੇ ਤਰ੍ਹਾਂ ਪੈਸਾ ਬਣਾਉਣਾ ਹੈ ਹਨਾ, ਤਾਂ ਪੈਸਾ ਬਣਾਉਣ ਵਾਸਤੇ ਸਾਨੂੰ ਜੇ ਦੁੱਧ ਜਿੰਨਾ ਦਾ ਕਾਸਟ ਕਰਦਾ ਹੈ, ਗਾਂ ਨੂੰ ਰੱਖਣ ਦਾ ਜਿੰਨਾ ਖਰਚਾ ਹੈਗਾ, ਉਹਦੇ ਵਿੱਚ ਆਪਾਂ ਜੇ ਪਾਣੀ ਮਿਲਾ ਦਈਏ, ਉਹਦੇ ਵਿੱਚ ਆਪਾਂ ਕੈਮੀਕਲ ਮਿਲਾ ਦਈਏ, ਤੇ ਉਹਨਾਂ ਨੂੰ ਆਪਾਂ ਆਰਟੀਫਿਸ਼ਲੀ ਬਣਾ ਲੈਂਦੇ ਆ, ਉਹਦੇ ਨਾਲ ਆਪਾਂ ਇਹ ਸਭ ਵੇਚ ਸਕਦੇ ਆ। ਡਾਲਡਾ ਦੇ ਵਿੱਚ ਅਗਰ ਅਸੀਂ ਅਸਲੀ ਘਿਓ ਦੀ ਜਗ੍ਹਾ ਆਪਾਂ ਉਹਦੇ ਵਿੱਚ ਹੋਰ ਕੈਮੀਕਲਾਈਜ਼ਡ ਚੀਜ਼ਾਂ ਪਾ ਦਈਏ, ਫੈਕਟਰੀ ਦੇ ਥਰੂ ਆਪਾਂ ਕਰਕੇ ਚੀਜ਼ਾਂ ਨੂੰ ਨਿਕਾਲੀਏ, ਤੇ ਉਹਦੇ ਵਿੱਚ ਕੀ ਹੈ ਕਿ ਪੈਸਾ ਜ਼ਿਆਦਾ ਬਣਦਾ ਹੈ, ਉਹਦੇ ਵਿੱਚ ਓਰੀਜਨਲ ਚੀਜ਼ ਘੱਟ ਪਹੁੰਚਦੀ ਹੈ, ਤਾਂ ਐਜ਼ ਅ ਰਿਜ਼ਲਟ ਪੈਸਾ ਤਾਂ ਬਣਦਾ ਹੀ ਬਣਦਾ ਹੈ। ਦੂਜੀ ਜਿਹੜੀ ਕਨਸਪੀਰੇਸੀ ਦੀ ਵੱਡੀ ਚੀਜ਼ ਜਿਹੜੀ ਹੈਗੀ ਸਮਝਣ ਵਾਲੀ, ਉਹ ਇਹ ਹੈਗੀ ਕਿ ਓਵਰਆਲ ਜੇ ਆਪਾਂ ਨਿਊ ਵਰਲਡ ਆਰਡਰ ਦੀ ਹੁਣ ਗੱਲ ਕਰ ਰਹੇ ਹਾਂ, ਗ੍ਰੇਟ ਰੀਸੈਟ ਦੀ ਗੱਲ ਕਰਦੇ ਪਏ ਹਾਂ, ਤੇ ਜਿਹੜੀ ਸਰਕਾਰਾਂ ਨੇ ਉਹ ਸਾਨੂੰ ਦਬਾਉਣ ਦੀ ਗੱਲ ਕਰ ਰਹੀ ਹੈ, ਫਾਰਮਰ ਬਿਲਸ ਲੈ ਕੇ ਆ ਰਹੇ ਨੇ, ਇਹ ਸਾਰੀ ਜਿਹੜੀ ਚੀਜ਼ਾਂ ਹੈਗੀਆਂ ਇਹ ਆਈਸੋਲੇਸ਼ਨ ਵਿੱਚ ਨਹੀਂ ਦੇਖ ਸਕਦੇ ਆਪਾਂ, ਇਹ ਸਾਰਾ ਕੁਝ ਕਨੈਕਟਡ ਆ। ਹਰ ਪਾਸੋਂ ਹੀ ਇਨਸਾਨ ਨੂੰ ਕਮਜ਼ੋਰ ਕਰਨ ਦੀ, ਬਿਮਾਰ ਕਰਨ ਦੀ, ਗੁਲਾਮ ਬਣਾਉਣ ਦੀ ਇਹ ਪੂਰੀ ਸਾਜ਼ਿਸ਼ ਹੈਗੀ ਆ। ਫਾਰਮ ਬਿਲਸ ਲੈ ਕੇ ਆਓ, ਉਹਦੇ ਵਿੱਚ ਕੀ ਹੈ, ਪਹਿਲਾਂ ਤਾਂ ਕਿਸਾਨਾਂ ਨੂੰ ਡੀਪੋਪੂਲੇਟ, ਉਹਨਾਂ ਦੀ ਜਿਹੜੀ ਰੀਅਲ ਐਸੈਟਸ ਨੇ, ਉਹਨਾਂ ਦੀ ਜਿਹੜੀ ਜ਼ਮੀਨਾਂ ਨੇ ਉਹ ਖੋਣ ਦੀ ਸਾਜ਼ਿਸ਼ ਹੈਗੀ। ਫਿਰ ਸਾਡੀ ਜਿਹੜੀ ਟੀਕੇ ਲੱਗ ਰਹੇ ਨੇ, ਵੈਕਸੀਨਸ ਲੱਗ ਰਹੇ ਨੇ, ਇਹ ਸਾਨੂੰ ਅੰਦਰੋਂ ਕਮਜ਼ੋਰ, ਬਿਮਾਰ, ਸਾਡੀ ਅਗਲੀ ਨਸਲਾਂ ਨੂੰ ਖੋਖਲਾ ਕਰਨ ਦਾ ਪੂਰਾ ਛੜਯੰਤਰ ਹੈਗਾ। ਫਿਰ ਜਿਹੜੇ ਇਹ ਸਾਡੀ ਜਿਹੜੀ ਖੇਤੀ ਆ ਉਹਦੇ ਵਿੱਚ ਪੈਸਟੀਸਾਈਡਸ ਪਾਣੇ, ਜੈਨੇਟਿਕਲੀ ਮੋਡੀਫਾਈਡ ਫੂਡ ਪਾਣਾ, ਇਹ ਸਾਨੂੰ ਵੀ ਇੱਕ ਤਰ੍ਹਾਂ ਨਾਲ ਅੰਦਰੋਂ ਕਮਜ਼ੋਰ ਤੇ ਖੋਖਲਾ ਕਰਦਾ ਹੈ। ਸੋ ਇਸ ਤਰ੍ਹਾਂ ਕੀ ਹੈ, ਬੈਂਕਿੰਗ ਸਿਸਟਮ ਜਿੱਦਾਂ ਬਣਾਇਆ ਹੋਇਆ ਰਿਜ਼ਰਵ ਬੈਂਕਿੰਗ, ਜਿਹਦੇ ਵਿੱਚ ਕੀ ਹੁੰਦਾ ਕਿ ਬੈਂਕਾਂ ਕੋਲ ਉਨਾ ਪੈਸਾ ਹੁੰਦਾ ਨਹੀਂ ਜਿੰਨਾ ਉਹ ਲੋਨ ਦੇ ਦਿੰਦੇ ਆ। ਲਾਈਕ ਕਿ ਉਹਨਾਂ ਕੋਲ ਹੈਗਾ 1000 ਰੁਪਈਆ, ਪਰ ਉਹ 10 ਲੱਖ ਦਾ ਲੋਨ ਦੇ ਦੇਣਗੇ ਹਵਾ ਵਿੱਚ ਹੀ, ਕਿ ਬਈ ਤੁਹਾਡੇ ਖਾਤੇ ਵਿੱਚ ਲਿਖ ਦਿੱਤਾ, ਹੁਣ ਤੁਸੀਂ ਇਹਦੇ ਸਾਨੂੰ ਇੰਟਰਸਟ ਦਿੰਦੇ ਰਹੋ। ਉਹ ਬੰਦਾ ਪੂਰੀ ਲਾਈਫ ਕੰਮ ਕਰਦਾ ਰਹਿੰਦਾ ਇੰਟਰਸਟ ਚੁਕਾਉਣ ਵਾਸਤੇ, ਤੇ ਐਟ ਦ ਐਂਡ ਆਫ ਦ ਡੇ ਉਹਦੇ ਜਿਹੜੀ ਅਗਲੀ ਜਨਰੇਸ਼ਨਸ ਨੇ ਉਹ ਵੀ ਉਸੇ ਗੁਲਾਮੀ ਵਿੱਚ ਹੀ, ਬੈਂਕ ਦੀ ਸਲੇਵਰੀ ਵਿੱਚ ਲੱਗ ਜਾਂਦੀਆਂ ਨੇ, ਡੈਪਟਸ ਨੂੰ ਪੇ ਕਰਦੇ ਕਰਦੇ। ਸੋ ਇਹ ਸਿਸਟਮ ਹੀ ਪੂਰਾ ਇਸ ਤਰ੍ਹਾਂ ਬਣਾ ਦਿੱਤਾ ਗਿਆ ਹੈ ਕਿ ਜਿਹਦੇ ਵਿੱਚ ਅਸੀਂ ਹਰ ਰੋਜ਼ ਬਿਮਾਰ ਹੋ ਰਹੇ ਹਾਂ, ਮੀਡੀਆ ਦੇ ਰਾਹੀਂ ਬ੍ਰੇਨ ਵਾਸ਼ ਹੋ ਰਹੇ ਹਾਂ, ਸਰਕਾਰਾਂ ਦੀ ਚਾਲਾਂ ਨੂੰ ਸਮਝ ਨਹੀਂ ਪਾ ਰਹੇ, ਤੇ ਇੱਕ ਗੁਲਾਮੀ ਦੇ ਤਰਫ ਆਪਾਂ ਵੱਧਦੇ ਪਏ ਹਾਂ। ਤੇ ਬ੍ਰਿਟਿਸ਼ਰਸ ਨੇ ਕੀ ਕੀਤਾ ਸੀਗਾ, ਉਹ ਐਲੂਮੀਨੀਅਮ ਲੈ ਕੇ ਆਏ, ਚਾਹ ਲੈ ਕੇ ਆਏ, ਹੋਰ ਵੀ ਚੀਜ਼ਾਂ ਲੈ ਕੇ ਆਈਆਂ। ਉਹ ਇਸ ਕਰਕੇ ਹੁੰਦੀਆਂ ਨੇ ਕਿ ਅਗਲੇ ਬੰਦੇ ਜਿਹੜੇ ਕਮਜ਼ੋਰ ਹੋ ਜਾਣਗੇ, ਆਪਣਾ ਧਿਆਨ ਜਿਹੜੇ ਨੇ ਉਹ ਨਹੀਂ ਲਗਾ ਪਾਉਣਗੇ, ਤੇ ਐਜ਼ ਅ ਰਿਜ਼ਲਟ ਆਪਾਂ ਉਹਨਾਂ ਨੂੰ ਗੁਲਾਮ ਜ਼ਿਆਦਾ ਟਾਈਮ ਤੱਕ ਬਣਾ ਪਾਵਾਂਗੇ। ਇਸੇ ਕਰਕੇ ਜੇ ਆਪਾਂ ਉਹਨਾਂ ਨੂੰ ਫੇਕ ਐਜੂਕੇਸ਼ਨ ਦੇ ਦਈਏ, ਜਿਵੇਂ ਕਿ ਹੁਣ ਮੈਡੀਕਲ ਐਜੂਕੇਸ਼ਨ ਕੀ ਹੈਗਾ ਕਿ ਜਿਵੇਂ ਡਾਇਬੀਟੀਜ਼ ਵਾਲੇ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਫਰੂਟਸ ਨਾ ਖਾਓ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਫਰੂਟਸ ਖਾ ਲੈਣਗੇ ਤਾਂ ਡਾਇਬੀਟੀਜ਼ ਠੀਕ ਹੋ ਜਾਏਗੀ। ਤੇ ਜੇ ਆਪਾਂ ਨੂੰ ਪੈਸੇ ਬਣਾਉਣੇ ਆ, ਡਾਕਟਰ ਕੋਲ ਬਾਰ-ਬਾਰ ਉਹਨਾਂ ਨੂੰ ਜਾਣਾ ਹੈ, ਉਹਨਾਂ ਨੂੰ ਇੰਜੈਕਸ਼ਨ ਵੇਚਣਾ ਹੈ, ਤੇ ਉਹਨਾਂ ਨੂੰ ਤਾਂ ਫਿਰ ਠੀਕ ਕਰਨਾ ਹੀ ਨਹੀਂ ਅਸੀਂ। ਦੈਟ ਮੀਨਸ ਕਿ ਡਾਕਟਰਾਂ ਦਾ ਤੇ ਹਸਪਤਾਲਾਂ ਦਾ ਬਿਜ਼ਨਸ ਕਿਵੇਂ ਚੱਲੇਗਾ ਜਦ ਲੋਕੀ ਬਿਮਾਰ ਹੋਣਗੇ? ਤੇ ਬਿਮਾਰ ਹੋਣ ਵਾਸਤੇ ਕੀ ਕਰਨਾ ਪਊਗਾ? ਫਰੂਟ ਖਾਣੇ ਛੱਡਣੇ ਪੈਣਗੇ, ਪਾਲਕ ਦਾ ਜੂਸ ਪੀਣਾ ਛੱਡਣਾ ਪਊਗਾ। ਇਸ ਕਰਕੇ ਕਿਡਨੀ ਦੇ ਪੇਸ਼ੈਂਟ ਨੂੰ ਕਿਹਾ ਜਾਂਦਾ ਕਿ ਤੁਸੀਂ ਪਾਲਕ ਦਾ ਜੂਸ ਨਹੀਂ ਲੈਣਾ, ਨਾਰੀਅਲ ਪਾਣੀ ਨਹੀਂ ਲੈਣਾ। ਨਾਰੀਅਲ ਪਾਣੀ ਲੈ ਲੋਗੇ, ਪਾਲਕ ਲੈ ਲੋਗੇ, ਤੁਹਾਨੂੰ ਪੋਟੈਸ਼ੀਅਮ ਵੱਧ ਜਾਏਗਾ। ਪਰ ਅਗਰ ਉਹ ਨਾਰੀਅਲ ਪਾਣੀ ਪੀ ਲੈਣਗੇ, ਪਾਲਕ ਖਾ ਲੈਣਗੇ, ਤੇ ਉਹ ਠੀਕ ਹੋ ਜਾਣਗੇ ਐਕਚੁਅਲੀ ਵਿੱਚ। ਸੋ ਇਸ ਕਰਕੇ ਇਹ ਸਾਰਾ ਸ਼ੜਯੰਤਰ ਬਣਿਆ ਹੋਇਆ, ਸਾਡਾ ਐਜੂਕੇਸ਼ਨ ਸਿਸਟਮ, ਮੀਡੀਆ, ਸਾਡੀ ਫਾਰਮਿੰਗ, ਐਵਰੀਥਿੰਗ, ਬੈਂਕਿੰਗ ਸਿਸਟਮ, ਇਹ ਸਾਰਾ ਵਰਕ ਕਰਕੇ ਕੁਝ ਲੋਕਾਂ ਨੂੰ 1% ਨੂੰ ਦੁਨੀਆ ਦੇ ਰਾਜ ਕਰਨ ਵਾਸਤੇ ਤੇ ਸਾਨੂੰ ਗੁਲਾਮ ਬਣਾਉਣ ਵਾਸਤੇ ਸਿਸਟਮ ਬਣਿਆ ਹੋਇਆ। ਉਹਦੇ ਵਿੱਚ ਫਿਰ ਪੁਲਿਸ, ਮੀਡੀਆ ਤੇ ਜਿਹੜੇ ਵੀ ਚੀਜ਼ਾਂ ਹੈਗੀਆਂ ਨੇ ਇਹ ਸਾਨੂੰ ਕੰਟਰੋਲ ਕਰਦੀਆਂ ਨੇ। ਕਿ ਪਹਿਲੀ ਗੱਲ ਤਾਂ ਬੰਦੇ ਨੂੰ ਸਮਝ ਹੀ ਨਾ ਆਵੇ ਕਿ ਸੱਚਾਈ ਕੀ ਹੈ। ਜੇ ਸਮਝ ਆ ਵੀ ਗਈ ਤੇ ਉਹਦੇ ਵਿੱਚ ਡਰ ਪਾ ਦਿੱਤਾ ਜਾਂਦਾ ਕਿ ਵੀ ਤੈਨੂੰ ਫੜ ਲਿਆ ਜਾਏਗਾ, ਏਜੰਸੀ ਫੜ ਲੇਗੀ, 100 ਤਰ੍ਹਾਂ ਦੀ ਚੀਜ਼ਾਂ, ਫਿਰ ਬੰਦਾ ਕੁਝ ਬੋਲਦਾ ਨਹੀਂ। ਜਿਹੜੇ ਬੋਲਦੇ ਨੇ ਉਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਜਾਂਦਾ, ਉਹਨਾਂ ਨੂੰ ਫਿਰ ਕਰੈਕਟਰ ਅਸੈਸੀਨੇਸ਼ਨ ਕੀਤਾ ਜਾਂਦਾ ਕਿ ਇਹ ਬੰਦਾ ਦੇਖੋ ਝੂਠ ਬੋਲਦਾ ਪਿਆ, ਇਹ ਤਾਂ ਕਰੋਨਾ ਦੇ ਉੱਤੇ ਝੂਠ ਬੋਲਦਾ ਪਿਆ, ਇਹਨਾਂ ਨੂੰ ਡਿਲੀਟ ਕਰੋ, ਇਹਨਾਂ ਨੂੰ ਹਟਾਓ ਇੱਥੋਂ, ਇਹ ਸਾਡੇ ਵਾਸਤੇ ਖਤਰਾ ਨੇ। ਫਿਰ ਇਸ ਤਰ੍ਹਾਂ ਜੇ ਬੰਦਾ ਇਸ ਚੀਜ਼ ਨੂੰ ਵੀ ਲੰਘ ਜਾਵੇ, ਇਸ ਤੋਂ ਵੀ ਅੱਗੇ ਲੱਗ ਜਾਵੇ, ਤੇ ਫਿਰ ਉਹਦੇ ਪਿੱਛੇ ਗੁੰਡੇ ਲਾ ਦਿੱਤੇ ਜਾਂਦੇ ਆ, ਉਹਨਾਂ ਨੂੰ ਥ੍ਰੈਟਨ ਕੀਤਾ ਜਾਂਦਾ ਹੈ, ਫਿਰ ਉਹਨਾਂ ਦੀ ਲਾਈਫ ਮਿਜ਼ਰੇਬਲ ਕੀਤੀ ਜਾਂਦੀ ਹੈ, ਫੈਮਿਲੀ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ। ਤੇ ਅਲਟੀਮੇਟਲੀ ਅਗਰ ਬੰਦਾ ਨਹੀਂ ਮੰਨੇ ਤੇ ਫਿਰ ਉਹਨੂੰ ਫਿਰ ਮਾਰਨ ਦੀ ਪੂਰੀ, ਕਈ ਲੋਕੀ ਇਸ ਤਰ੍ਹਾਂ ਆਪਣੀ ਜਾਨ ਗਵਾ ਚੁੱਕੇ ਆ, ਇਸ ਤਰ੍ਹਾਂ ਸ਼ਹੀਦੀ ਪਾ ਚੁੱਕੇ ਆ। ਸੋ ਇਹ ਸਾਰੀ ਚੀਜ਼ਾਂ ਚੱਲਦੀਆਂ ਨੇ। ਸੋ ਇਹ ਬਹੁਤ ਵੱਡਾ ਕਾਰਟਲ ਹੈਗਾ। ਸੋ ਆਪਾਂ ਨੂੰ ਆਪਣੇ ਆਪ ਨੂੰ ਐਜੂਕੇਟ ਕਰਨਾ ਚਾਹੀਦਾ ਹੈ, ਕਿਉਂਕਿ ਇਟਸ ਨਾਟ ਜਸਟ ਅਬਾਊਟ ਆਵਰ ਸੈਲਫ, ਇਹ ਸਾਡੀ ਅਗਲੀ ਆਉਣ ਵਾਲੀ ਜਨਰੇਸ਼ਨ ਦੇ ਬਾਰੇ ਹੈਗਾ। ਜੇ ਇਹ ਨੌਲੇਜ ਸਾਡੇ ਕੋਲ ਨਹੀਂ ਹੋਵੇਗੀ, ਅਸੀਂ ਆਪਣੇ ਅਗਲੀ ਜਨਰੇਸ਼ਨ ਨੂੰ ਨਹੀਂ ਸਮਝਾ ਪਾਵਾਂਗੇ ਕਿ ਤੁਸੀਂ ਕਿੱਦਾਂ ਫਿਰ ਜਿਸ ਤਰ੍ਹਾਂ ਰੱਬ ਨੇ ਸਾਨੂੰ ਬਣਾ ਕੇ ਭੇਜਿਆ ਸੀਗਾ। ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਕਿਹਾ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਵਾਹਿਗੁਰੂ ਸਾਹਿਬ ਦੇ ਹੁਕਮ ਵਿੱਚ ਆਪਾਂ ਤਾਂ ਹੀ ਚੱਲ ਪਾਵਾਂਗੇ, ਸਾਨੂੰ ਹੁਕਮ ਦੀ ਸੋਝੀ ਹੋਵੇਗੀ ਕਿ ਕੁਦਰਤ ਬਣੀ ਕਿਸ ਤਰ੍ਹਾਂ ਸੀਗੀ, ਕੁਦਰਤ ਕਿਵੇਂ ਚਾਹੁੰਦੀ ਸੀ ਸਾਨੂੰ ਰਹਿਣਾ। ਜੇ ਆਪਾਂ ਕੁਦਰਤ ਦੇ ਅਨੁਸਾਰ ਚੱਲਾਂਗੇ, ਆਪਾਂ ਬਿਮਾਰ ਵੀ ਨਹੀਂ ਹੋਵਾਂਗੇ, ਅਸੀਂ ਸਿਹਤਮੰਦ ਰਵਾਂਗੇ, ਤੇ ਅਸੀਂ ਆਪਣੇ ਜੀਵਨ ਨੂੰ, ਮਨੋਰਥ ਨੂੰ ਵੀ ਪਹਿਚਾਨ ਪਾਵਾਂਗੇ ਕਿ ਅਸਲ ਵਿੱਚ ਤਾਂ ਸਾਨੂੰ ਜਿਹੜਾ ਜੀਵਨ ਮਿਲਿਆ ਸੀ ਚੰਗੇ ਕਰਮ ਕਰਨ ਵਾਸਤੇ ਤੇ ਵਾਹਿਗੁਰੂ ਜੀ ਨੂੰ ਮਿਲਣ ਵਾਸਤੇ ਮਿਲਿਆ ਸੀਗਾ। ਸੋ ਇਹ ਜਿਹੜਾ ਏਜੰਡਾ ਹੈਗਾ ਉਹਦੇ ਵਿੱਚ
ਹੀ ਜਿਹੜਾ LGBTQ ਜਿੱਦਾਂ ਲੈਸਬੀਅਨ ਗੇ ਇਸ ਤਰ੍ਹਾਂ ਦੇ ਕਨਸੈਪਟਸ ਆ ਰਹੇ ਅੱਜ ਕੱਲ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਕਨਫਿਊਜ਼ ਕੀਤਾ ਜਾ ਰਿਹਾ ਹੈ ਕਿ ਤੁਸੀਂ ਆਪਣੇ ਆਪ ਨੂੰ ਬॉय ਵੀ ਬਣਾ ਸਕਦੇ ਹੋ ਆਪਣੇ ਆਪ ਬਣਾ ਸਕਦੇ ਹੋ ਬੱਚੇ ਕਨਫਿਊਜ਼ ਹੋ ਰਹੇ ਆ ਇਸ ਤਰ੍ਹਾਂ ਦਾ ਐਜੂਕੇਸ਼ਨ ਜਿਹੜਾ ਸਾਡੇ ਸਿਸਟਮ ਵਿੱਚ ਆ ਚੁੱਕਿਆ ਹੈ ਇਹ ਇੱਕ ਤਰ੍ਹਾਂ ਨਾਲ ਸਾਨੂੰ confused personalities weak personalities ਬਣਾਉਣ ਦੀ ਸਾਰੀ ਕੋਸ਼ਿਸ਼ ਹੈਗੀ ਸੋ ਜਿੰਨਾ ਆਪਾਂ ਛੇਤੀ ਜਾਗਾਂਗੇ ਉਹਨਾਂ ਵਧੀਆ ਰਹੂਗਾ ਆਈ ਥਿੰਕ ਮੈਂ ਥੋੜਾ ਜਿਹਾ ਟੌਪਿਕ ਡਾਇਵਰਟ ਕਰ ਦਿੱਤਾ ਪਰ ਮੈਨੂੰ ਲੱਗਦਾ ਹੈ ਕਿ ਇਹ ਥੋੜਾ ਜ਼ਰੂਰੀ ਸੀਗਾ ਨੇ ਗੱਲਾਂ ਨਾਲੋਂ ਨਾਲ ਇਹ ਪ੍ਰੋਗਰਾਮਾਂ ਦੇ ਵਿੱਚ ਹੋ ਜਾਣ ਤਾਂ ਬੜੀ ਵਧੀਆ ਹੁੰਦੀਆਂ ਨੇ ਕਿਉਂਕਿ ਅਦਰਵਾਈਜ਼ ਆਪਾਂ ਜਦੋਂ ਪ੍ਰੋਪਰਲੀ ਸਿੱਧੇ ਤੌਰ ਤੇ ਇਹ ਗੱਲਾਂ ਵਾਸਤੇ ਪ੍ਰੋਗਰਾਮ ਰੱਖਦੇ ਆ ਤਾਂ ਕਈ ਵਾਰ ਫਿਰ ਜਿਵੇਂ ਤੁਸੀਂ ਦੱਸਦੇ ਹੋ ਕਿ ਉਹਨੂੰ ਡਿਲੀਟ ਕਰ ਦਿੱਤਾ ਜਾਂਦਾ ਹਟਾ ਦਿੱਤਾ ਜਾਂਦਾ ਸੋ ਟੌਪਿਕ ਦੇ ਵਿੱਚੋਂ ਜਾ ਕੇ ਕਿਤੇ ਨਾ ਕਿਤੇ ਆਪਾਂ ਇਹ ਗੱਲਾਂ ਜਿਹੜੀਆਂ ਨਾਲੋਂ ਨਾਲ ਕਰੀਏ ਤਾਂ ਫਿਰ ਵੀ ਕਿਤੇ ਨਾ ਕਿਤੇ ਪਰਦੇ ਦੇ ਪਿੱਛੇ ਰਹਿ ਕੇ ਆਪਾਂ ਸਾਰਾ ਕੁਝ ਸਮਝਾਉਣ ਦੇ ਵਿੱਚ ਕਾਮਯਾਬ ਹੀ ਹੁੰਨੇ ਆ ਸੋ ਟੈਕਨੀਕ ਵੀ ਇਹੀ ਕਹਿੰਦੀ ਹੈ ਵੀ ਇਸੇ ਤਰ੍ਹਾਂ ਜਿਹੜੀਆਂ ਗੱਲਾਂ ਨੇ ਉਹ ਆਮ ਲੋਕਾਂ ਤੱਕ ਪਹੁੰਚਾਈਆਂ ਜਾਣ ਤੇ ਜਿੱਥੇ ਤੱਕ ਇਹ ਗੱਲ ਪਹੁੰਚਦੀ ਹੈ ਤਾਂ ਉਹ ਵਧੀਆ ਹੀ ਹੁੰਦਾ ਸੋ ਜਦੋਂ ਵੀ ਤੁਹਾਡੇ ਤੱਕ ਇਹ ਜਿਹੜੀਆਂ ਗੱਲਾਂ ਆਪਾਂ ਪਹੁੰਚਾਉਂਦੇ ਆ ਜਿੰਨੇ ਵੀ ਸਾਡਾ ਦਰਸ਼ਕ ਜੁੜੇ ਹੋਏ ਨੇ ਜੇਕਰ ਤੁਹਾਡਾ ਸਵਾਲ ਹੋਵੇ ਤਾਂ ਤੁਸੀਂ ਪਰਸਨਲੀ ਕੰਟੈਕਟ ਕਰ ਸਕਦੇ ਹੋ ਕਮਲਪ੍ਰੀਤ ਸਿੰਘ ਹੋਰਾਂ ਦੇ ਨਾਲ ਉਹ ਹੋਰ ਇਨਫੋਰਮੇਸ਼ਨ ਤੁਹਾਨੂੰ ਜਿਹੜੀ ਹੈ ਇਸ ਬਾਰੇ ਦੇਣਗੇ ਕਿ ਆਖਰ ਚੱਲ ਕੀ ਰਿਹਾ ਕਿਵੇਂ ਸਾਰਾ ਕੁਝ ਜਿਹੜਾ ਹੈ ਉਹ ਚੇਂਜ ਕੀਤਾ ਜਾ ਰਿਹਾ ਜੋ ਕਿ ਨਹੀਂ ਹੋਣਾ ਚਾਹੀਦਾ ਸਾਡੀਆਂ ਜ਼ਿੰਦਗੀਆਂ ਦੇ ਨਾਲ ਕਿਵੇਂ ਖੇਡਿਆ ਜਾਂਦਾ ਸੋ ਅਗਲਾ ਕੁਐਸਚਨ ਵੀ ਮੈਂ ਨਾਲ ਲੈ ਲੈਣਾ ਚਾਹੁੰਦਾ ਦਿਲਜੋਤ ਕੌਰ ਜੀ ਕਹਿੰਦੇ ਵੀ ਜੇਕਰ ਕੋਈ ਸਵੇਰ ਦੇ ਟਾਈਮ ਚਾਹ ਨਹੀਂ ਪੀਂਦਾ ਤਾਂ ਉਹਨੂੰ ਸਵੇਰ ਦੇ ਟਾਈਮ ਦਹੀਂ ਜਾਂ ਦੁੱਧ ਲੈ ਲੈਣਾ ਚਾਹੀਦਾ ਸੋ ਇਹ ਸਵਾਲ ਹੈ ਜੀ ਉਹਨਾਂ ਦਾ ਜੇ ਤਾਂ ਉਹ weight loss ਕਰਨਾ ਚਾਹੁੰਦੇ ਆ ਤਾਂ ਫਿਰ ਦਹੀਂ ਜਾਂ ਦੁੱਧ ਨਹੀਂ ਲੈਣਾ ਚਾਹੀਦਾ ਸਵੇਰੇ ਉਸ ਦੀ ਜਗ੍ਹਾ ਸਾਨੂੰ ਜਿਵੇਂ ਮੈਂ ਦੱਸਿਆ ਕਿ ਸਵੇਰੇ ਉੱਠ ਕੇ ਪਾਣੀ ਪੀਣਾ ਚਾਹੀਦਾ ਹੈ ਤੇ ਉਹ ਵੀ ਤੁਸੀਂ ਪਾਣੀ ਚਾਹ ਵਾਂਗ ਹੀ ਪੀ ਲਓ ਸਵੇਰੇ ਉੱਠ ਕੇ ਪਾਣੀ ਨੂੰ ਹੀ ਗਰਮ ਕਰਕੇ ਉਹਨੂੰ ਚਾਹ ਵਾਂਗ ਚੁਸਕੀ ਲੈ ਕੇ ਪੀ ਲੋਗੇ ਤਾਂ ਲੱਗੇਗਾ ਕਿ ਚਾਹ ਹੈ ਜੇ ਉਹਦੇ ਵਿੱਚ ਐਡ ਕਰਨਾ ਹੈ ਤਾਂ ਦਾਲਚੀਨੀ ਪਾ ਲਈ ਤੁਲਸੀ ਪਾ ਲਿਆ ਉਹਦੇ ਵਿੱਚ ਹੋਰ ਚੀਜ਼ਾਂ ਪਾ ਲਈਆਂ ਇਲਾਇਚੀ ਪਾ ਕੇ ਬਣਾ ਲਿਆ ਜਾਂ ਫਿਰ ਉਸ ਤੋਂ ਬਾਅਦ ਅਸੀਂ ਵੈਜੀਟੇਬਲ ਜੂਸ ਤਾਂ ਪੀਣਾ ਹੀ ਅਸੀਂ ਗਾਜਰ ਸੰਤਰੇ ਦਾ ਜੂਸ ਬਣਾ ਕੇ ਪੀ ਲਿਆ ਤੇ ਉਹ ਸਿਪ ਕਰਕੇ ਚਾਹ ਵਾਂਗ ਹੀ ਪੀ ਲਿਆ ਤੇ ਉਹ ਸਾਨੂੰ ਉਹੀ ਸੈਟੀਸਫੈਕਸ਼ਨ ਦੇਵੇਗਾ ਨਾਲੇ ਹੈਲਥ ਵੀ ਠੀਕ ਕਰੇਗਾ ਠੀਕ ਹੈ ਸੋ ਦਰਸ਼ਕੋ ਕੋਈ ਹੋਰ ਤੁਹਾਡਾ ਸਵਾਲ ਹੋਵੇ ਤਾਂ ਕਮੈਂਟ ਦੇ ਵਿੱਚ ਜਿਹੜਾ ਤੁਸੀਂ ਲਿਖ ਦਿਓ ਤਾਂ ਕਿ ਅਸੀਂ ਸਾਂਝਾ ਕਰ ਸਕੀਏ ਉਸ ਤੋਂ ਬਾਅਦ ਅਸੀਂ ਪ੍ਰੋਗਰਾਮ ਜਿਹੜਾ ਹੈ ਇਹ ਸਮਾਪਤ ਕਰ ਦੇਣਾ ਕੋਈ ਵੀ ਤੁਹਾਡਾ ਸਵਾਲ ਹੋਵੇ ਤਾਂ ਤੁਸੀਂ ਲਾਈਵ ਚੱਲਦੇ ਹੋਏ ਪ੍ਰੋਗਰਾਮ ਦੇ ਵਿੱਚ ਪੁੱਛ ਸਕਦੇ ਹੋ ਲੇਟਰ ਔਨ ਇਹ ਪ੍ਰੋਗਰਾਮ ਜਿਹੜਾ ਆਪਾਂ YouTube ਦੇ ਉੱਤੇ ਵੀ ਸਾਂਝਾ ਕਰ ਦਾਂਗੇ ਤੇ ਤੁਸੀਂ ਉੱਥੇ ਵੀ ਹਮੇਸ਼ਾ ਦੇ ਲਈ ਇਸ ਪ੍ਰੋਗਰਾਮ ਨੂੰ ਦੇਖ ਸਕਦੇ ਹੋ ਜਦੋਂ ਵੀ ਤੁਸੀਂ ਚਾਹੋ ਸੋ ਮੋਟਾਪੇ ਦੇ ਨਾਲ ਜਿਹੜੇ ਘਰ ਦੇ ਵਿੱਚ ਜਿਸ ਸਰੀਰ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਸਿੱਧੇ ਤੌਰ ਤੇ ਕਹੀਏ ਤਾਂ ਜਿਹੜੀਆਂ ਬਿਮਾਰੀਆਂ ਨੇ ਵੱਧ ਤੋਂ ਵੱਧ ਸ਼ੁਰੂ ਹੋ ਜਾਂਦੀਆਂ ਜਦੋਂ ਇੱਕ ਮੋਟਾਪਾ ਜਿਹੜਾ ਹੈ ਸ਼ੁਰੂ ਹੋ ਜਾਂਦਾ ਤਾਂ ਫਿਰ ਬਿਮਾਰੀਆਂ ਦਾ ਆਗਾਜ਼ ਹੁੰਦਾ ਯਾਨੀ ਕਿ ਸ਼ੁਰੂਆਤ ਹੁੰਦੀ ਹੈ ਤੇ ਇਸ ਕਰਕੇ ਉਸ ਨੂੰ ਪਹਿਲਾਂ ਤੋਂ ਹੀ ਕੰਟਰੋਲ ਕਰਨਾ ਜਾਂ ਫਿਰ ਕਿਹੜੀਆਂ ਆਦਤਾਂ ਨੇ ਮਾੜੀਆਂ ਜਿਨ੍ਹਾਂ ਨੂੰ ਛੱਡਣਾ ਚਾਹੀਦਾ ਇਹ ਸਾਰਾ ਕੁਝ ਬਹੁਤ ਜ਼ਰੂਰੀ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਬਾਖੂਬੀ ਤਰੀਕੇ ਦੇ ਨਾਲ ਤੁਹਾਨੂੰ ਦੱਸਿਆ ਜਾ ਰਿਹਾ ਤੇ ਇਹ ਗੱਲਾਂ ਨੋਟ ਵੀ ਕਰਨੀਆਂ ਨੇ ਇਹ ਨਹੀਂ ਕਿ ਆਪਾਂ ਬਾਰ-ਬਾਰ ਮੈਂ ਕਹਿ ਰਿਹਾ ਕਿ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਇਹ ਨਹੀਂ ਕਰਨਾ ਕਿ ਆਪਾਂ ਇਹ ਪ੍ਰੋਗਰਾਮ ਦੇ ਵਿੱਚ ਜੋ ਕਹੀਆਂ ਹੋਈਆਂ ਗੱਲਾਂ ਨੂੰ ਵਿਸਾਰ ਦੇਣਾ ਸਗੋਂ ਇਹ ਚੀਜ਼ਾਂ ਜਿਹੜੀਆਂ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਇਹ ਪ੍ਰੋਗਰਾਮ ਸ਼ੇਅਰ ਕਰਿਆ ਕਰੋ ਗੱਲਾਂ ਬਾਤਾਂ ਜਿਹੜੀਆਂ ਨੇ ਤਾਂ ਕਿ ਇਹਦਾ ਲਾਹਾ ਜਿਹੜੇ ਨੇ ਤੁਹਾਡੇ ਦੋਸਤ ਮਿੱਤਰ ਤੁਹਾਡੇ ਰਿਸ਼ਤੇਦਾਰ ਵੀ ਉਠਾ ਸਕਣ ਤੇ ਉਹਨਾਂ ਨੂੰ ਵੀ ਕੋਈ ਲਾਭ ਹੋ ਸਕੇ ਸੋ ਹੋਰ ਕੁਝ ਤੁਸੀਂ ਅਖੀਰ ਦੇ ਵਿੱਚ ਕਮਲਪ੍ਰੀਤ ਸਿੰਘ ਜੀ ਐਡ ਕਰਨਾ ਚਾਹੋ ਤਾਂ ਜ਼ਰੂਰ ਕਰ ਦਿਓ ਜੀ ਮੈਂ ਉਹੀ ਕਹਿਣਾ ਚਾਹੁੰਦਾ ਹਾਂ ਕਿ ਆਪਾਂ ਆਪਣੇ ਆਪ ਨੂੰ ਐਜੂਕੇਟ ਕਰੀਏ ਕਿਉਂਕਿ ਇਹ ਜਿਹੜਾ ਏਜੰਡਾ ਹੁਣ ਵਰਲਡ ਵਿੱਚ ਤੁਸੀਂ ਦੇਖ ਹੀ ਰਹੇ ਹੋ ਕਰੋਨਾ ਵਾਇਰਸ ਦੀ ਮਹਾਮਾਰੀ ਝੂਠੀ ਫੈਲਾਈ ਗਈ ਆ ਸਰਕਾਰਾਂ ਸਾਡੇ ਰਾਈਟਸ ਛੀਨਦੀ ਪਈ ਆ ਸਾਨੂੰ ਘਰਾਂ ਵਿੱਚ ਬੰਦ ਕੀਤਾ ਹੋਇਆ ਸਾਨੂੰ ਮਾਸਕ ਪਵਾਏ ਜਾ ਰਹੇ ਆ ਜ਼ਬਰਦਸਤੀ ਸਾਰੀ ਚੀਜ਼ਾਂ ਹੋ ਰਹੀਆਂ ਨੇ ਹੁਣ ਟੀਕੇ ਲੱਗਣਗੇ ਟੀਕਿਆਂ ਤੋਂ ਜਿੰਨਾ ਬਚ ਸਕੀਏ ਆਪਾਂ ਬਚੀਏ ਆਪਣੇ ਬੰਦਿਆਂ ਨੂੰ ਐਜੂਕੇਟ ਕਰੀਏ ਇਹਦੇ ਬਾਰੇ ਕਿਉਂਕਿ ਅੱਗੇ ਜਾ ਕੇ ਸਾਨੂੰ ਸਾਡੀ ਜਿਹੜੇ ਅਗਲੀ ਜਨਰੇਸ਼ਨ ਹੈ ਉਹਨੂੰ ਫ੍ਰੀडम ਨਹੀਂ ਮਿਲੂਗਾ ਫਿਰ ਜਿੱਦਾਂ ਅਸੀਂ ਰਹਿ ਰਹੇ ਹਾਂ ਖੁੱਲ ਕੇ ਉਦਾਂ ਉਹ ਨਹੀਂ ਰਹਿ ਪਾਉਣਗੇ ਉਹਨਾਂ ਨੂੰ ਨਹੀਂ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਅਸਲ ਵਿੱਚ ਲਾਈਫ ਰੱਬ ਨੇ ਬਣਾਈ ਸੀ ਕਿਸ ਤਰ੍ਹਾਂ ਬੰਦਾ ਖੁਸ਼ਹਾਲ ਜੀਵਨ ਜਿੰਦਾ ਸੀਗਾ ਅੱਗੇ ਜਾ ਕੇ ਆਪਾਂ ਕਾਰਪੋਰੇਸ਼ਨਸ ਦੇ ਮੀਡੀਆ ਹਾਊਸਿਸ ਦੇ ਗਵਰਨਮੈਂਟਸ ਦੇ ਗੁਲਾਮ ਬਣ ਜਾਵਾਂਗੇ ਸੋ ਆਪਣੇ ਆਪ ਨੂੰ ਫੁੱਲੀ ਐਜੂਕੇਟ ਕਰੋ ਹਰ ਤਰ੍ਹਾਂ ਦੀ ਨੌਲੇਜ ਆਪਣੇ ਕੋਲ ਰੱਖੋ ਤਾਂ ਕਿ ਹਰ ਐਂਡ ਤੇ ਤੁਸੀਂ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਕੇ ਸੱਚ ਦੇ ਵਾਸਤੇ ਹੱਕ ਵਾਸਤੇ ਲੜ ਸਕੋ ਤੇ ਜਿੰਨਾ ਹੋ ਸਕੇ ਗੁਰਬਾਣੀ ਨਾਲ ਗੁਰੂ ਸਾਹਿਬ ਨਾਲ ਸਿੱਖ ਇਤਿਹਾਸ ਨਾਲ ਆਪਣਾ ਵਾਕਫ ਬਣਾ ਕੇ ਰੱਖੋ ਕਿਉਂਕਿ ਉਹੀ ਸਾਡਾ ਚਾਨਣ ਮੁਨਾਰਾ ਹੈਗਾ ਜਿਵੇਂ ਸਾਡੇ ਪੁਰਾਣੇ ਗੁਰਸਿੱਖ ਸਨ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਾਂ ਬਾਬਾ ਅਨੋਖ ਸਿੰਘ ਜੀ ਖਾਲਸਾ ਇਸ ਤਰ੍ਹਾਂ ਦੇ ਜਿਹੜੇ ਗੁਰਮੁਖ ਜੀਵਨ ਸੀਗੇ ਉਹਨਾਂ ਨੂੰ ਪੜ੍ਹੋ ਉਹਨਾਂ ਨੇ ਕੀ ਕੀਤਾ ਕਿਸ ਤਰ੍ਹਾਂ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਸੋ ਦੈਟ ਕਿ ਅਸੀਂ ਵੀ ਇਨਸਪਾਇਰ ਹੋਈਏ ਤੇ ਅਸੀਂ ਅੱਗੇ ਲੜਦੇ ਰਹੀਏ ਨਾਲ ਦੇ ਨਾਲ ਡਾਈਟ ਆਪਣੀ ਠੀਕ ਰੱਖੋ ਕਿਉਂਕਿ ਜੇ ਆਪਾਂ ਬਿਮਾਰ ਹੋਵਾਂਗੇ ਤੇ ਸੱਚ ਦੇ ਵਾਸਤੇ ਲੜਨਾ ਤਾਂ ਬਹੁਤ ਦੂਰ ਦੀ ਗੱਲ ਹੋ ਗਈ ਜੇ ਆਪਾਂ ਆਪਣੇ ਆਪ ਨੂੰ ਨਹੀਂ ਠੀਕ ਰੱਖ ਪਾ ਰਹੇ ਸੋ ਪਹਿਲਾਂ ਆਪਣੇ ਆਪ ਨੂੰ ਠੀਕ ਰੱਖੋ ਥੈਂਕ ਯੂ ਸੋ ਮਚ ਫॉर ਇਨਵਾਈਟਿੰਗ ਮੀ ਔਨ ਦਾ ਸ਼ੋ ਐਂਡ ਆਈ ਵਾਂਟ ਟੂ ਥੈਂਕ ਭਾਈ ਦਿਲਜੀਤ ਸਿੰਘ ਜੀ ਇੱਕ ਸਵਾਲ ਹੋਰ ਹੈ ਵੈਸੇ ਆਪਾਂ ਇਹਦੇ ਉੱਤੇ ਗੱਲ ਕਰ ਚੁੱਕੇ ਹਾਂ ਪਰ ਜੇਕਰ ਤੁਸੀਂ ਚਾਹੋ ਗੈਸ ਬਾਰੇ ਕਹਿੰਦੇ ਪਲੀਜ਼ ਕੁਝ ਦੱਸੋ ਮਹਿਕ ਜੀ ਕਹਿ ਰਹੇ ਆ ਕੁਝ ਵੀ ਖਾਈਦਾ ਸਟੋਮਕ ਪੇਨ ਹੋ ਜਾਂਦੀ ਹੈ ਇਹਦਾ ਕੋਈ ਵਧੀਆ ਸੋਲੂਸ਼ਨ ਜਿਹੜਾ ਹੈ ਉਹ ਦੱਸੋ ਕਹਿੰਦੇ ਕਿ ਕੁਝ ਵੀ ਖਾਂਦੇ ਆ ਤੇ ਉਹਦੇ ਨਾਲ ਪੇਨ ਹੋਣ ਲੱਗ ਪੈਂਦੀ ਹੈ ਹਾਂਜੀ ਗੈਸ ਵਾਸਤੇ ਮੈਂ ਇੱਕ ਵੀਡੀਓ ਸਪੈਸ਼ਲ ਬਣਾਈ ਸੀ ਕਿ ਮੇਰੇ YouTube ਚੈਨਲ ਤੇ ਹੈਗੀ ਉਹਦੇ ਵਿੱਚ ਲਿਖਿਆ ਹੈ ਮੈਂ ਟਾਈਟਲ ਹੈਗਾ ਵੀਡੀਓ ਦਾ ਅਲਸਰ ਗੈਸ ਸਟਮਕ ਪ੍ਰੋਬਲਮ ਕਿਉਰ ਇਨ 3 days ਕਰਕੇ ਕੰਪਲੀਟ ਸਟਮਕ ਟ੍ਰੀਟਮੈਂਟ ਕਰਕੇ ਵੀਡੀਓ ਹੈਗੀ
ਉਹ ਮੇਰੇ YouTube ਚੈਨਲ ਤੇ ਉਹ ਵੇਖ ਸਕਦੇ ਆ। ਉਹਦੇ ਮੈਂ ਸਾਰਾ ਦੱਸਿਆ ਹੈ ਕਿਦਾਂ ਗੈਸ ਦਾ ਸੋਲੂਸ਼ਨ ਕਰਨਾ ਹੈ। 3 ਦਿਨ ਲੱਗਦੇ ਆ ਤੇ ਔਰ ਉਸ ਤੋਂ ਬਾਅਦ ਫਿਰ ਜਦ ਇਸ ਤਰ੍ਹਾਂ ਦੀ ਡਾਈਟ ਤੇ ਆ ਜਾਓਗੇ, ਮੇਨਟੇਨੈਂਸ ਡਾਈਟ ਤੇ ਉਹ ਆਟੋਮੈਟਿਕਲੀ ਠੀਕ ਹੋਣੀ ਸ਼ੁਰੂ ਹੋ ਜਾਏਗੀ। ਮੇਨ ਕਾਰਨ ਕੀ ਸੀਗਾ ਗੈਸ ਦਾ, ਕਿ ਪ੍ਰੋਪਰਲੀ ਡਾਈਜੈਸ਼ਨ ਨਹੀਂ ਹੋ ਰਹੀ ਹੈ ਤੇ ਉਹ ਕਿਤੇ ਨਾ ਕਿਤੇ ਕੋਈ ਨਾ ਕੋਈ ਗਲਤ ਫੂਡ ਜਾ ਰਿਹਾ ਜਾਂ ਗਲਤ ਨਿਯਮ ਠੀਕ ਨਹੀਂ ਹੈ ਸਾਡਾ ਖਾਣ ਪੀਣ ਦਾ, ਤੇ ਆਪਾਂ ਆਪੋਜ਼ਿਟ ਫੂਡਸ ਖਾਂਦੇ ਪਏ ਆ। ਸੋ ਉਹਨੂੰ ਤੁਸੀਂ ਮੇਰੀ ਵੀਡੀਓਜ਼ ਦੇਖੋਗੇ, YouTube ਚੈਨਲ ਗੋ ਸਾਤਵਿਕ ਹੈਗਾ, ਜਾਂ ਵੈਬਸਾਈਟ ਤੇ ਜਾਓਗੇ gosatvik.ca/videos, ਉਹਦੇ ਵਿੱਚ ਜਾਓਗੇ ਤੇ ਸਾਰੀ ਵੀਡੀਓਜ਼ ਆ ਜਾਣਗੀਆਂ ਤੇ ਉੱਥੇ ਤੁਸੀਂ ਸਮਝ ਸਕਦੇ ਹੋ ਕਿਵੇਂ ਆਪਣੇ ਆਪ ਨੂੰ ਗੈਸ ਤੋਂ ਛੁਟਕਾਰਾ ਪ੍ਰਾਪਤ ਕਰਨਾ। ਈਵਨ ਆਪਣਾ ਪਿਛਲਾ ਚੈਨਲ ਜਿਹੜੀ ਵੀਡੀਓ ਸੀਗੀ ਪ੍ਰਾਈਡ ਪੰਜਾਬ ਟੀਵੀ ਤੇ, ਤੁਸੀਂ ਉਹ ਵੀ ਦੇਖੋਗੇ ਤੇ ਉਹਦੇ ਵਿੱਚ ਆਪਾਂ ਸਾਰਾ ਐਕਸਪਲੇਨ ਕੀਤਾ ਹੈ ਕਿਵੇਂ ਗੈਸ ਤੋਂ ਆਪਾਂ ਨੂੰ ਬਚਣਾ ਹੈਗਾ। ਸੋ ਥੈਂਕ ਯੂ ਸੋ ਮਚ ਪ੍ਰਾਈਡ ਪੰਜਾਬ ਟੀਵੀ। ਅੱਜ ਤੁਸੀਂ ਆਪਣੇ ਚੈਨਲ ਦੇ ਰਾਹੀਂ ਇਹ ਸੱਚ ਤੇ ਜ਼ੁਲਮ ਦੇ ਖਿਲਾਫ ਇੱਕ ਤਰ੍ਹਾਂ ਨਾਲ ਜਿਹੜੀ ਮੈਡੀਕਲ ਟ੍ਰੀਟਮੈਂਟ ਹੈਗੀ ਆ, ਜਿਹੜੇ ਫਾਰਮਾਸਿਊਟੀਕਲ ਕੰਪਨੀਆਂ ਦੇ ਖਿਲਾਫ ਤੇ ਸੱਚ ਨੂੰ ਪ੍ਰਚਾਰ ਕਰ ਰਹੇ ਹੋ, ਤੇ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ, ਤੇ ਇਸੇ ਤਰ੍ਹਾਂ ਕਰਦੇ ਰਹੋ ਜੀ। ਥੈਂਕ ਯੂ ਸੋ ਮਚ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਰ ਹਫਤੇ ਸਾਡਾ ਜੁੜਦੇ ਹੋ, ਹਰ ਇੱਕ ਵੱਖਰਾ ਟੌਪਿਕ ਜਿਹੜਾ ਲੈ ਕੇ ਆਉਂਦੇ ਹੋ। ਸੋ ਦਰਸ਼ਕੋ, ਪ੍ਰਾਈਡ ਪੰਜਾਬ ਟੀਵੀ ਦਾ ਵੀ ਇਹ ਵਾਅਦਾ ਹੈ ਕਿ ਅਸੀਂ ਤੁਹਾਡੇ ਨਾਲ ਜਾਣਕਾਰੀ ਭਰਪੂਰ ਲਾਹੇਵੰਦ ਪ੍ਰੋਗਰਾਮ ਜਿਹੜੇ ਲੈ ਕੇ ਆਈਏ, ਬਿਨਾਂ ਗੱਲ ਤੇ ਬਿਨਾਂ ਕੋਈ ਆਪਾਂ ਕਹਿ ਲਈਏ ਰੀਜ਼ਨ ਤੋਂ ਆਪਾਂ ਕੋਈ ਪ੍ਰੋਗਰਾਮ ਪੇਸ਼ ਨਾ ਕਰੀਏ। ਤੇ ਇਹ ਸਾਡਾ ਜਿਹੜਾ ਮੰਤਵ ਹੈਗਾ ਮੇਨ। ਹਰ ਹਫਤੇ ਜੁੜਦੇ ਆਪਾਂ, ਐਤਵਾਰ ਸ਼ਾਮ ਨੂੰ ਇਹ ਪ੍ਰੋਗਰਾਮ ਹੁੰਦਾ। ਪਰ ਅੱਜ ਕਿਉਂਕਿ ਕਮਲਪ੍ਰੀਤ ਸਿੰਘ ਹੋਰੀ ਕੈਨੇਡਾ ਦੀ ਧਰਤੀ ਤੋਂ ਹੈ ਤੇ ਅਸੀਂ ਯੂਕੇ ਦੇ ਵਿੱਚ ਬੈਠੇ ਹੋਏ ਹਾਂ, ਸੋ ਐਤਵਾਰ ਯਾਨੀ ਕਿ ਵੀਕਐਂਡ ਦੇ ਉੱਤੇ ਇੰਟਰਨੈਟ ਦੀ ਥੋੜੀ ਜਿਹੜੀ ਜ਼ਿਆਦਾ ਤੁਹਾਨੂੰ ਪਤਾ ਭਾਰ ਪਿਆ ਹੁੰਦਾ। ਸੋ ਅੱਜ ਕਾਫੀ ਇੰਟਰਨੈਟ ਦੀ ਪ੍ਰੋਬਲਮ ਵੀ ਆ ਰਹੀ ਸੀ। ਆਉਣ ਵਾਲੇ ਦਿਨਾਂ 'ਚ ਆਪਾਂ ਦੇਖਾਂਗੇ ਇਹ ਪ੍ਰੋਗਰਾਮ ਅੱਗੇ ਪਿੱਛੇ 1-2 ਦਿਨ ਜਿਹੜਾ ਹੈ ਕਰ ਸਕੀਏ ਤਾਂ ਕਿ ਇਹ ਪ੍ਰੋਬਲਮ ਦੁਬਾਰਾ ਨਾ ਸਾਨੂੰ ਆਵੇ। ਸੋ ਦਰਸ਼ਕੋ, ਵੱਧ ਤੋਂ ਵੱਧ ਪ੍ਰੋਗਰਾਮ ਨੂੰ ਸ਼ੇਅਰ ਕਰ ਦਿਓ ਤਾਂ ਕਿ ਇਹ ਜਾਣਕਾਰੀ ਘਰ ਘਰ ਤੱਕ ਪਹੁੰਚ ਸਕੇ। ਅਗਲੇ ਹਫਤੇ ਮਿਲਾਂਗੇ, ਪੋਸਟਰ ਜਾਰੀ ਕੀਤਾ ਜਾਏਗਾ ਪ੍ਰਾਈਡ ਪੰਜਾਬ ਟੀਵੀ ਯੂਕੇ ਦੇ ਨਵੇਂ ਪੇਜ ਦੇ ਉੱਤੇ ਕਿ ਕਿਸ ਦਾ ਨਵਾਂ ਪ੍ਰੋਗਰਾਮ ਜਿਹੜਾ ਹੈਗਾ ਕਿਸ ਟੌਪਿਕ ਦੇ ਉੱਤੇ ਕਰਾਂਗੇ, ਨਵਾਂ ਜਿਹੜਾ ਜਾਰੀ ਕਰਕੇ ਤੇ ਫਿਰ ਤੋਂ ਤੁਹਾਡੇ ਸਾਹਮਣੇ ਆਪਾਂ ਹਾਜ਼ਰ ਹੋਣਾ। ਕਮਲਪ੍ਰੀਤ ਸਿੰਘ ਜੀ, ਬਹੁਤ ਧੰਨਵਾਦ ਕਰਦਾ ਮੈਂ ਤੁਹਾਡਾ। ਫਤਿਹ ਦੀ ਸਾਂਝ ਪਾਉਂਦੇ ਆਪਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ।